पंजाब जो बेउमीदा होया लोकी तकते ने कोई ऐसा आवे जो सारियां दी बांह फड़े सारियां नूं नाल लैके चले। ਇਹ ਕੋਈ ਉਮੀਦਾ ਪੰਜਾਬ ਇਹ ਥੋੜੀ ਵੀ ਇਹ 20-10 ਬੰਦੇ ਇਹਦੇ ਚ ਬੈਠੇ ਸੁਪਰੀਮ ਕੁਰਸੀ ਤੇ ਗੱਲਾਂ ਕਰ ਰਹੇ ਇਹਦੇ ਚ ਲੱਖ ਬੰਦਾ ਆ ਜਾਏ ਭਾਵੇਂ ਇਹਦੇ ਨਾਲ ਚਾਹੋ ਕਰੋੜ ਬੰਦਾ ਜੁੜ ਜਾਏ। ਕੁਝ ਦੇ ਪੰਜਾਬ ਚ ਅਸੀਂ ਰੌਲਾ ਪਾ ਕੇ ਦੱਸਾਂਗੇ ਲੋਕਾਂ ਨੂੰ ਵੋਟਾਂ ਆ ਜਾਣੀਆਂ ਨੇ। ਮੈਂ ਕਹਿੰਦਾ ਵੀ ਹੋਰਡਿੰਗ ਲੱਗੇ ਪਏ ਆ ਸੜਕਾਂ ਤੇ ਆ ਵੀ ਮਾਫ ਉਹ ਵੀ ਮਾਫ। ਜੂਝਦਾ ਪੰਜਾਬ ਜਦੋਂ ਐਲਾਨ ਹੋਇਆ ਨਾ ਪੋਸਟਰ ਸ਼ੇਅਰ ਹੋਇਆ ਸੋਸ਼ਲ ਮੀਡੀਆ ਤੇ ਸਾਰਿਆਂ ਦੇ ਵਿੱਚ ਇਹ ਗੱਲ ਫੈਲ ਗਈ ਕਿ ਬੱਬੂ ਮਾਨ ਅਮਿਤੋਜ ਮਾਨ ਹੁਣ ਇਹਨਾਂ ਨੇ ਸਿਆਸੀ ਪਾਰਟੀ ਦਾ ਐਲਾਨ ਕਰ ਦੇਣਾ। ਸਿਆਸੀ ਪਾਰਟੀ ਬਣ ਗਈ ਕੀ ਤੁਸੀਂ ਇਹਦੇ ਨਾਲ ਸਹਿਮਤ ਹੋ ਜਾਂ ਨਹੀਂ? ਦੋ ਤਿੰਨ ਪੱਤਰਕਾਰ ਉਹਨਾਂ ਨੇ ਸਭ ਤੋਂ ਵੱਧ ਖਬਰਾਂ ਲਾਈਆਂ ਉਹ ਇੱਕੋ ਖਬਰ ਦਿਖਾ ਰਹੇ ਸੀ ਯਾਰ ਮੈਂ ਰੋਜ਼ ਤੁਹਾਨੂੰ ਕਹਿ ਰਿਹਾ ਤੁਸੀਂ ਸਾਰਿਆਂ ਨੂੰ ਥੁੱਕ ਚੱਟ ਕੋਲੀ ਚੜ ਸਮਝਦੇ ਹੋ ਯਾਰ। ਬਹੁਤ ਦੋਸਤਾਂ ਦੇ ਪਿੰਡੋਂ ਫੋਨ ਆਉਣਗੇ ਬਈ ਆਹ ਕੀ ਕਰ ਲਿਆ ਤੁਸੀਂ ਵੀ ਸਿਆਸਤ ਚੱਲੇ ਵੋਟਾਂ ਦਾ ਮੌਸਮ ਤੂੰ ਹਰ ਬੰਦੇ ਨੂੰ ਹਰ ਬੰਦਾ ਐਂ ਲੱਗਦਾ ਲੈ ਵੀ ਇਹ ਵੀ ਕੋ ਖੱਟਣਗੇ ਲਾ ਅਸੀਂ ਤਾਂ ਤੁਹਾਨੂੰ ਠਾਲ ਰਹੇ ਹਾਂ ਉੱਠੋ ਯਾਰ ਉੱਠੋ ਆਹ ਕੰਮ ਕਰੀਏ ਆਪਾਂ। ਮੁੱਦਿਆਂ ਤੇ ਗੱਲ ਹੋਵੇ ਕਿਵੇਂ? ਅੱਜ ਪੰਜਾਬ ਦੇ ਵਿੱਚ ਕਰ ਕੀ ਰਹੇ ਯਾਰ ਅਸੀਂ ਪਿੰਡਾਂ ਦਾ ਸਤਿਆਨਾਸ਼ ਕਰਤਾ ਹੈ। ਤੇ ਮਾਡਲ ਪੇਸ਼ ਕਰਨ ਲਈ ਜੂਝਦਾ ਪੰਜਾਬ ਕੀ ਸੋਚਦਾ ਭਵਿੱਖ ਦੇ ਵਿੱਚ ਕਿ ਕੀ ਹੋਊਗਾ ਕਿ ਮਾਡਲ ਅਸੀਂ ਪੇਸ਼ ਕਰਾਂਗੇ? 80-90 ਵਿੱਚ ਅਸੀਂ ਨੰਬਰ 1 ਸਟੇਟ ਸੀ ਇੰਡੀਆ ਦੀ। ਹੁਣ ਸਾਡਾ 11ਵਾਂ 12ਵਾਂ ਸਥਾਨ ਹੈਗਾ। ਉਹ ਇਸ ਧਰਤੀ ਦਾ ਕੁਝ ਦੇਣਾ ਹੈ। ਇਸ ਧਰਤੀ ਨੇ ਸਾਨੂੰ ਪ੍ਰਵਾਨ ਚਾੜਿਆ ਹੈ ਇੱਥੋਂ ਹੀ ਸਿੱਖਿਆ ਸਾਰਾ ਕੁਝ। ਹੁਣ ਕੁਝ ਪੇਬੈਕ ਕਰਨ ਦਾ ਮੌਕਾ ਤਾਂ ਕਿਉਂ ਨਾ ਕਰੀਏ। ਤੁਹਾਡੇ ਬਾਰੇ ਜਦੋਂ ਚਰਚਾ ਚੱਲੀ ਕਿ ਹੁਣ ਸਿਆਸਤ ਵਿੱਚ ਜਸ ਬਾਜਵਾ ਵੀ ਆਉਣਗੇ ਤਾਂ ਉਦੋਂ ਲੋਕਾਂ ਦਾ ਫੀਡਬੈਕ ਤੁਹਾਡੇ ਤੱਕ ਕੀ ਪਹੁੰਚਿਆ? ਚੰਗੀ ਗੱਲ ਹੈ ਕਿ ਆਉਣਾ ਚਾਹੀਦਾ ਜਾਂ ਮਾੜੀ ਗੱਲ ਹੈ? ਜਿੰਨੇ ਲੋਕਾਂ ਨੇ ਹੁਣ ਤੱਕ ਧਿਰ ਬਣਾਉਣੀ ਚਾਹੀ ਹੈ ਕਿਸੇ ਨੇ ਵੀ ਹਾਲ ਦੀ ਸਮੱਸਿਆ ਦੇ ਨਾਲ ਉਹਦਾ ਹੱਲ ਨਹੀਂ ਦੱਸਿਆ। ਇਹ ਹਾਲ ਹੈ ਕਿ ਪਿਛਲੇ 13 ਸਾਲ ਤੋਂ ਜਿਹੜੀ ਇਨਕਮ ਹੈਗੀ ਐਵਰੇਜ ਇਨਕਮ ਉਹ ਨੈਗੇਟਿਵ ਵਿੱਚ ਜਾ ਰਹੀ ਹੈ। ਪੰਜਾਬ ਦਾ ਜਿਹੜਾ ਸੱਤਿਆਨਾਸ਼ ਕੀਤਾ ਹੈਗਾ ਪੋਲੀਟੀਕਲ ਬੰਦਿਆਂ ਨੇ ਸਾਨੂੰ ਲੋਨ ਲਾਉਣ ਵਾਸਤੇ ਕਰਜ਼ਾ ਲੈਣਾ ਪੈਂਦਾ ਇਸ ਕਰਕੇ ਕਿਸੇ ਨੂੰ ਸ਼ਰਮ ਤਾਂ ਹੈ ਨਹੀਂ ਪੋਲੀਟੀਕਲ ਬੰਦਿਆਂ ਨੂੰ। ਜਦੋਂ ਪਾਰਟੀਆਂ ਬਦਲੂਗੇ ਸਿਰਫ ਚਿਹਰੇ ਬਦਲੂਗੇ ਤਾਂ ਹੀ ਕੁਝ ਹੋਊ। ਬੰਦੇ ਨਹੀਂ ਬਦਲਨੇ ਮੁੱਦੇ ਬਦਲਨੇ ਹੈ ਏਜੰਡੇ ਬਦਲਨੇ ਹੈ ਉਹਦੇ ਨਾਲ ਪੰਜਾਬ ਬਦਲੂਗਾ। ਤੁਹਾਡਾ ਮੁਲਕ ਜਾਤਾਂ ਪਾਤਾਂ 'ਚ ਵੰਡਿਆ ਹੈ ਤੁਹਾਡੇ ਧਰਮਾਂ ਦੀ ਵੀ ਲੜਾਈ ਹੈ। ਚੰਗਾ ਇਨਸਾਨ ਕਿਵੇਂ ਬਣੇ ਚੰਗਾ ਸਮਾਜ ਕਿਵੇਂ ਉਸਾਰਿਆ ਜਾਵੇ ਫਿਰ ਸਾਡਾ ਪੰਜਾਬ ਮਾਡਲ ਹੈ ਜਿਹੜਾ ਜਾਂ ਦੇਸ਼ ਹੈ ਫਿਰ ਉਹ ਸਹੀ ਮਾਨਿਆਂ 'ਚ ਮਹਾਨ ਹੋਊਗਾ। ਟਰੱਕ ਪਿੱਛੇ ਲਿਖ ਕੇ ਮਹਾਨ ਨਹੀਂ ਹੋਊਗਾ। ਮੈਨੂੰ ਇੱਕ ਨਹੀਂ ਸਮਝ ਆਉਂਦੀ ਖੇਤੀ ਤੋਂ ਵੱਡੀ ਇੰਡਸਟਰੀ ਕਿਹੜੀ ਹੈ ਜਿਹੜੀ ਪਰਿਵਾਰ ਦੇ 5 ਮੈਂਬਰਾਂ ਨੂੰ ਰੁਜ਼ਗਾਰ ਦੇ ਰਹੀ ਹੈ। ਪਹਿਲੇ ਜ਼ਮਾਨੇ 'ਚ ਅੱਜ ਤੋਂ 10 ਸਾਲ ਪਹਿਲਾਂ ਬਾਹਰੋਂ ਪੈਸੇ ਬਾਹਰ ਭੇਜਦੇ ਸੀ ਹੁਣ ਡਰ ਇੰਨਾ ਸਹਿਮ ਹੋ ਗਿਆ ਜਿਹਦੇ ਇੱਕ ਬਾਹਰ ਜਾਂਦਾ ਕਹਿੰਦਾ ਬਾਹਰ ਹੀ ਚੱਲੀਏ। ਜਿਹੜਾ ਵਧੀਆ ਸਿਸਟਮ ਬਾਹਰ ਜਾ ਕੇ ਭਾਲਦੇ ਉਹ ਇੱਥੇ ਪ੍ਰੋਵਾਈਡ ਹੋ ਜਾਵੇ। ਤਾਂ ਜਿਹੜੀਆਂ ਇਹ ਗੱਲਾਂ ਕਰ ਰਹੇ ਨੇ ਇਹਨਾਂ ਨੂੰ ਲਾਗੂ ਕਰਨ ਦੇ ਲਈ ਪ੍ਰੈਕਟੀਕਲ ਕਰਨ ਲਈ ਬਹੁਤ ਔਖਾ ਕੰਮ ਲੱਗਦਾ ਨਹੀਂ ਤੁਹਾਨੂੰ ਕਿ ਬਹੁਤ ਸਾਲ ਲੱਗਣਗੇ? ਤਾਂ ਉਹ ਜਿਹੜਾ ਚੇਂਜ ਬੱਬੂ ਜੀ ਕਰੇ ਸੀ ਨਾ ਉਹ ਚੇਂਜ ਬਹੁਤ ਜਲਦੀ ਆ ਗਿਆ। ਮੱਤੇਵਾੜਾ ਦੇ ਜੰਗਲ ਦਾ ਜ਼ਮੀਨ ਦਾ ਰੌਲਾ ਪਿਆ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਕੁਰਸੀ ਤੇ ਜਦੋਂ ਲੜਾਈ ਚੱਲ ਰਹੀ ਹੈ ਬਹੁਤ ਵੱਡੀ ਅੰਦੋਲਨ ਦੀ ਉਦੋਂ ਹੀ ਸੇਖੋਵਾਲ ਪਿੰਡ ਦੀ 500 ਤੋਂ ਵੱਧ ਏਕੜ ਪੰਚਾਇਤੀ ਜ਼ਮੀਨ ਜਿਹੜੇ ਬੇਜ਼ਮੀਨੇ ਸੀ ਵਾਹੁੰਦੇ ਸੀ ਉਹ ਸਾਰੀ ਉਹਨਾਂ ਤੋਂ ਖਿੱਚ ਲਈ। ਫਿਰ ਮਤਲਬ ਸਰਕਾਰ ਜਾਂ ਪੰਜਾਬ ਨੂੰ ਡਰ ਨਹੀਂ ਲੱਗਦਾ ਕਿ ਐਡਾ ਵੱਡਾ ਅੰਦੋਲਨ ਇੱਕ ਪਾਸੇ ਅਸੀਂ ਫੇਰ ਜ਼ਮੀਨ ਖੋਹ ਰਹੇ ਹਾਂ? ਲੋਕ ਸਿਆਸਤਦਾਨਾਂ ਦੀ ਸਿਆਸਤ ਨੂੰ ਕੋਈ ਖਤਰਾ ਨਹੀਂ ਉਹਨਾਂ ਨੂੰ ਤਾਂ ਫਿਰ ਵੀ ਕਰਨੀ ਜਿਹੜੇ ਕਰਨੀ ਹੈ ਬਸ਼ਰਤੇ ਕਿ ਸਾਡਾ ਨੁਮਾਇੰਦਾ ਇੰਨਾ ਇਮਾਨਦਾਰ ਹੋਵੇ। ਮੈਂ ਕਹਿੰਦਾ ਸਾਰਾ ਪੰਜਾਬ ਰੱਖ ਦੂ ਕੱਢ ਕੇ ਆਪਦੇ ਹੱਥਾਂ 'ਚੋਂ ਵੀ ਲਾ ਕੇ ਸਿੱਟ ਦੂ ਗਹਿਣੇ। ਜੇ ਅੱਜ ਆ ਕੇ ਖੜੇ ਹੈ ਜੂਝਦੇ ਪੰਜਾਬ ਨਾਲ ਪੰਜਾਬ ਦੀ ਗੱਲ ਕਰ ਰਹੇ ਆ ਤਾਂ ਸਾਡੇ ਲਈ ਤੇ ਬਹੁਤ ਮਾਣ ਵਾਲੀ ਗੱਲ ਹੈ। ਅਸੀਂ ਨਿਸ਼ਚੇ ਕਰ ਜੀਤ ਕਰੂ ਵਾਲੀ ਫਿਲਾਸਫੀ ਚੋਂ ਨਿਕਲੇ ਆ ਇਹਨੂੰ ਅੱਗੇ ਵਧਾਵਾਂਗੇ ਬਟ ਇਹਨਾਂ ਦੇ ਸਾਥ ਬਿਨਾ ਕੁਝ ਨਹੀਂ ਹੋ ਪਾਉਣਾ। ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਬਾਬਾ ਨਜ਼ਮੀ ਨੇ ਇਹ ਬੇਸ਼ੱਕ ਦੀ ਲਹਿੰਦੇ ਪੰਜਾਬ 'ਚ ਲਿਖਿਆ ਪਰ ਇਹ ਢੁਕਦਾ ਸਾਰੀ ਦੁਨੀਆ ਦੇ ਉੱਤੇ ਹੈ ਕਿਉਂਕਿ ਦੁਨੀਆ ਇੱਕਮਿਕ ਹੈ। ਗਲੋਬਲਾਈਜੇਸ਼ਨ ਦੇ ਦੌਰ ਦੇ ਅੰਦਰ ਸਾਰੇ ਮਸਲੇ ਜਿਹੜੇ ਇੱਕ ਥਾਂ ਤੋਂ ਉੱਠੇ ਹੋਣ ਅਸਰ ਵਿਦੇਸ਼ਾਂ ਤੱਕ ਹੁੰਦਾ ਹੈ। ਕਿਸਾਨੀ ਅੰਦੋਲਨ ਬਹੁਤ ਵੱਡੀ ਉਦਾਹਰਨ ਹੈ।
ਜਿੱਤ ਪ੍ਰਾਪਤ ਹੋਈ ਕਿਸਾਨਾਂ ਦੀ, ਪਰ ਅਸਰ ਹੈ ਜਿਹੜਾ ਪੂਰੀ ਦੁਨੀਆ ਤੇ ਹੋਇਆ। ਅੱਜ ਜਿਹੜੀ ਅਸੀਂ ਗੱਲ ਕਰਨ ਜਾ ਰਹੇ ਹਾਂ, ਚਰਚਾ ਕਰਾਂਗੇ, ਇਹ ਸੱਥ ਨਵੇਕਲੀ ਇਸ ਕਰਕੇ ਹੈ ਕਿਉਂਕਿ ਇੱਕ ਉਮੀਦ ਬੁਝਾਉਂਦੀ ਹੈ। ਪੰਜਾਬ ਜੋ ਬੇਉਮੀਦਾ ਹੋਇਆ, ਲੋਕੀ ਤੱਕਦੇ ਨੇ ਕੋਈ ਐਸਾ ਆਵੇ ਜੋ ਸਾਰਿਆਂ ਦੀ ਬਾਹ ਫੜੇ, ਸਾਰਿਆਂ ਨੂੰ ਨਾਲ ਲੈ ਕੇ ਚੱਲੇ। ਇੱਕ ਸਾਂਝੇ ਪੰਜਾਬ ਦੇ ਵਿੱਚ ਸਾਂਝੀ ਰਾਏ ਐਸੀ ਉਗਣੀ ਚਾਹੀਦੀ ਹੈ ਜਿਸ ਦੇ ਨਾਲ ਕੋਈ ਵੀ ਬੇਹਿੰਮਤਾ ਹੋ ਕੇ ਘਰੇ ਨਾ ਬੈਠ ਜਾਵੇ। ਸਾਡੇ ਨਾਲ ਇਸ ਚਰਚਾ ਦੇ ਵਿੱਚ ਹਾਜ਼ਰ ਹੋਣਗੇ ਇਸ ਸੱਥ ਦੇ ਅੰਦਰ। ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ, ਸਾਡੇ ਨਾਲ ਖੇਤੀਬਾੜੀ ਦੇ ਉੱਤੇ ਮਸਲਿਆਂ ਦੇ ਉੱਤੇ ਗੱਲਬਾਤ ਕਰਦੇ ਨੇ ਬੜੇ ਮਸ਼ਹੂਰ ਚਿਹਰਾ ਨੇ, ਉਹ ਨੇ ਦਵਿੰਦਰ ਸ਼ਰਮਾ ਜੀ। ਔਰ ਉਸ ਦੇ ਨਾਲ ਹੀ ਜੋ ਅਦਾਕਾਰੀ ਦੀ ਲਾਈਨ ਦੇ ਵਿੱਚ ਪ੍ਰੋਡਿਊਸਰ, ਨਿਰਦੇਸ਼ਕ, ਲੇਖਕ, ਇੱਥੋਂ ਤੱਕ ਕਿ ਬੁੱਧੀਜੀਵੀ ਵੀ ਉਹਨਾਂ ਨੂੰ ਕਹਿਣਾ ਹੋਈਏ ਤਾਂ ਗਲਤ ਨਹੀਂ ਹੋਵੇਗਾ, ਅਮਿਤੋਜ ਮਾਨ ਜੀ। ਔਰ ਸੀਨੀਅਰ ਪੱਤਰਕਾਰ ਜੋ ਕਿ ਸਰਬਜੀਤ ਸਿੰਘ ਧਾਲੀਵਾਲ ਨੇ, ਉਹਨਾਂ ਨੇ ਬਹੁਤ ਅਜਿਹੇ ਲੇਖ ਲਿਖੇ ਜਿਸ ਤੋਂ ਸੇਧ ਲਈ ਗਈ ਸਾਰਿਆਂ ਵੱਲੋਂ। ਔਰ ਇੱਕ ਹੋਰ ਪੰਜਾਬੀ ਇੰਡਸਟਰੀ ਦੇ ਵਿੱਚੋਂ ਜਿਹੜਾ ਚਿਹਰਾ ਨੇ, ਸਭ ਉਹਨਾਂ ਦੀ ਗੱਲ ਸੁਣਨਾ ਚਾਹੁੰਦੇ ਨੇ, ਤੇਜਿੰਦਰ ਸਿੰਘ, ਯਾਨੀ ਕਿ ਜਿਨ੍ਹਾਂ ਨੂੰ ਤੁਸੀਂ ਬੜੇ ਪਿਆਰ ਨਾਲ, ਮੁਹੱਬਤ ਨਾਲ ਕਹਿੰਦੇ ਹੋ, ਬੱਬੂ ਮਾਨ, ਉਹ ਵੀ ਸਾਡੇ ਨਾਲ ਇਸ ਚਰਚਾ ਵਿੱਚ ਹਾਜ਼ਰ ਹੋਣਗੇ। ਔਰ ਨਵੀਂ ਉਮਰ ਦੇ ਵਿੱਚੋਂ ਸੇਧ ਦੇਣ ਵਾਲੇ ਜਸ ਬਾਜਵਾ, ਜਿਨ੍ਹਾਂ ਨੇ ਖੇਤੀ ਦੇ ਉੱਤੇ ਵੀ ਗੀਤ ਲਿਖੇ। ਔਰ ਇਹ ਸਾਰੀਆਂ ਗੱਲਾਂ ਵੀ ਕਰਾਂਗੇ। ਔਰ ਪੰਜਾਬ ਉਮੀਦ ਵਿੱਚ ਕਿਵੇਂ ਜਾ ਰਿਹਾ ਹੈ, ਸਾਰਾ ਕੁਝ ਕਰਾਂਗੇ। ਸਭ ਤੋਂ ਪਹਿਲਾਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ। ਜੀ ਆਇਆਂ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਜੇਕਰ ਸ਼ੁਰੂਆਤ ਕਰਨੀ ਹੋਵੇ ਤਾਂ ਸ਼ੁਰੂਆਤ ਦੀ ਗੱਲ ਜਿਹੜੀ ਕਰਾਂਗੇ ਅਸੀਂ ਦਵਿੰਦਰ ਸ਼ਰਮਾ ਜੀ ਤੋਂ। ਮੈਂ ਤੁਹਾਡੇ ਤੋਂ ਇੱਕੋ ਸਵਾਲ ਕਰਾਂਗਾ ਕਿ ਜੂਝਦਾ ਪੰਜਾਬ ਨਾਲ ਤੁਸੀਂ ਜੁੜੇ ਹੋ, ਇਹ ਮੰਚ ਤਿਆਰ ਕੀਤਾ ਗਿਆ, ਜੂਝਦਾ ਪੰਜਾਬ ਅਸਲ ਦੇ ਵਿੱਚ ਹੈ ਕੀ, ਇਸ ਦਾ ਮਕਸਦ ਕੀ ਹੈ? ਪੰਜਾਬ ਉਸ ਤਰ੍ਹਾਂ ਦਾ ਉਸ ਤਰ੍ਹਾਂ ਹੀ ਹੈਗਾ। ਮਤਲਬ ਜੇ 20 ਸਾਲ ਕਹਿ ਲਓ, 30 ਸਾਲ ਕਹਿ ਲਓ, ਸਿਚੁਏਸ਼ਨ ਇੰਪਰੂਵ ਨਹੀਂ ਹੋ ਰਹੀ ਹੈਗੀ ਹੈ। ਔਰ ਆਪਾਂ ਚਾਹੁੰਦੇ ਹੈਗਾ ਕਿ ਵੀ ਪੰਜਾਬ ਬਦਲੇ ਹੋਣ, ਪੰਜਾਬ ਬਦਲੇ, ਜਿੱਥੇ ਲੋਕਾਂ ਦੀ ਗੱਲਾਂ ਸੁਣੀਆਂ ਜਾਣ, ਲੋਕੀ ਜਿਹੜੇ ਡਿਮਾਂਡ ਕਰਦੇ ਹੈਗੇ, ਏਜੰਡਾ ਹੈਗਾ, ਉਹਨਾਂ ਦੇ ਇਸ਼ੂਜ਼ ਹੈਗੇ ਆ, ਉਹਨਾਂ ਦਾ ਜਿਹੜਾ ਅੱਜ ਫੋਕਸ ਹੈ ਉਹਨਾਂ ਦੇ ਉੱਪਰ ਆਏ। ਪੋਲੀਟੀਕਲ ਇਲੈਕਸ਼ਨ ਕਿਉਂਕਿ ਆ ਰਹੀਆਂ ਹੈਗੀਆਂ ਹੁਣ ਸਾਡੇ ਸਾਹਮਣੇ, ਤੇ ਇਹੀ ਇੱਕ ਐਪਰੋਪਰੀਏਟ ਟਾਈਮ ਹੁੰਦਾ। ਤਾਂ ਇਹ ਮਾਨ ਸਾਹਿਬ ਨੇ, ਬੱਬੂ ਮਾਨ ਜੀ ਨੇ, ਇਹਨਾਂ ਨੇ ਸਭ ਨੇ ਬੜਾ ਇੱਕ ਇਨੀਸ਼ੀਏਟਿਵ ਲਿਆ ਹੈਗਾ। ਔਰ ਇਹ ਵੀ ਮਤਲਬ ਆਈ ਥਿੰਕ ਯੂ ਹੈਵ ਟੂ ਐਡਮਾਇਰ ਇਟ ਕਿ ਇਹ ਸੈਲੀਬ੍ਰਿਟੀਜ਼ ਨੇ ਇੱਕ ਕੋਸ਼ਿਸ਼ ਕੀਤੀ ਹੈ ਕਿ ਵੀ ਸਭ ਨੂੰ ਜੋੜਿਆ ਜਾਏ, ਇੱਕ ਪਲੇਟਫਾਰਮ ਬਣਾਇਆ ਜਾਏ। ਉਹ ਪਲੇਟਫਾਰਮ ਜੇ ਬਣੇਗਾ ਤਾਂ ਲੋਕਾਂ ਨੂੰ ਇੱਕ ਆਸ਼ਾ ਹੋਏ ਕਿ ਵੀ ਸਾਡੀ ਆਵਾਜ਼ ਜਿਹੜੀ ਹੈਗੀ ਹੈ ਉਹ ਕਿਤੇ ਕਿਤੇ ਸੁਣਵਾਈ ਹੁਣ ਹੋਏਗੀ। ਇੱਕ ਗੱਲ ਤਾਂ ਇਹ ਹੈ। ਦੂਜਾ ਕਿ ਵੀ ਉਹ ਪਲੇਟਫਾਰਮ ਦੋਨਾਂ ਨੂੰ ਮੌਕਾ ਦਿੰਦਾ ਹੈਗਾ, ਲੋਕੀ ਵੀ ਆਉਣ ਉਹਦੇ ਵਿੱਚ ਜੁਆਇਨ ਕਰਨ, ਉਹਨਾਂ ਨੂੰ ਵੀ ਪਤਾ ਚੱਲੇ ਕਿ ਬਈ ਹੁਣ ਘਰ ਬੈਠ ਕੇ ਚੁੱਪਚਾਪ ਆਪਣੀ ਡਿਸਕਸ਼ਨ ਕਰਨੀ ਆ, ਉਹਦੇ ਨਾਲ ਕੁਝ ਨਹੀਂ ਹੈ। ਤੁਸੀਂ ਪਬਲਿਕਲੀ ਆਓ, ਓਪੀਨੀਅਨ ਜਿਹੜਾ ਹੈਗਾ ਬਦਲਿਆ ਜਾਏ ਕਿ ਕਿਹੜੇ ਇਸ਼ੂਜ਼ ਤੇ ਫੋਕਸ ਕਰਨਾ ਹੈਗਾ। ਸਿੰਘੂ ਦੀ ਸਟੇਜ ਦੇ ਉੱਤੇ ਨੌਜਵਾਨਾਂ ਨੇ ਜਦੋਂ ਜਿੱਤੇ ਤਾਂ ਇੱਕ ਜਜ਼ਬਾਤੀ ਹੋ ਕੇ ਕਿਹਾ ਕਿ ਹੁਣ ਅਸੀਂ ਮੋਰਚਾ ਜਿੱਤਿਆ, ਪੰਜਾਬ ਵੱਲ ਜਦੋਂ ਮੁੜਾਂਗੇ ਪੰਜਾਬ ਨੂੰ ਕੈਨੇਡਾ, ਅਮਰੀਕਾ ਬਣਾਵਾਂਗੇ। ਬਣਨਾ ਚਾਹੀਦਾ ਜਾਂ ਪੰਜਾਬ ਨੂੰ ਆਪਣੇ ਆਪ 'ਚ ਇੱਕ ਅਜਿਹੀ ਉਦਾਹਰਨ ਬਣਨਾ ਚਾਹੀਦਾ ਕਿ ਬਾਹਰਲੇ ਕਹਿਣ ਕਿ ਅਸੀਂ ਪੰਜਾਬ ਬਣਾਵਾਂਗੇ। ਉੱਥੇ ਵੀ ਇੰਨਾ ਜ਼ਬਰਦਸਤ ਸੰਕਟ ਹੈਗਾ ਖੇਤੀ ਵਿੱਚ ਕਿ ਉਹ ਜਿਹੜਾ ਸੰਕਟ ਹੈ ਉਹ ਸਾਡੇ ਅਗਰ ਕਿਸਾਨ ਸਮਝ ਜਾਣ ਕਿ ਉੱਥੇ ਕਿਉਂ ਹੋ ਰਿਹਾ, ਤਾਂ ਇੱਕ ਚੀਜ਼ ਬੜੀ ਇੱਕ ਜਿਹੜੀ ਲੜੀ ਹੈਗੀ ਆ ਜਾਂ ਇੱਕ ਸਾਨੂੰ ਅੰਡਰਸਟੈਂਡਿੰਗ ਹੋਣੀ ਚਾਹੀਦੀ, ਉਹ ਹੈਗਾ ਕਿ ਬਈ ਇਹ ਰਿਫਾਰਮਸ ਜਿਹੜੇ ਇੱਥੇ ਆਏ ਸੀ, ਜਿਹੜੇ 3 ਲਾਅ ਵਾਪਿਸ ਹੋਏ ਆ ਹੁਣ, ਉਹ ਹੀ ਬੇਸਿਕਲੀ ਮਾਰਕੀਟ ਰਿਫਾਰਮ ਸੀਗੇ ਐਗਰੀਕਲਚਰ ਦੇ। ਉਹ ਅਮਰੀਕਾ, ਯੂਰਪ, ਕੈਨੇਡਾ, ਆਸਟ੍ਰੇਲੀਆ, ਇਹ ਸਭ ਜਗ੍ਹਾ ਫੇਲ ਹੋ ਗਏ। ਮੈਂ ਤੁਹਾਨੂੰ ਇੱਕ ਉਦਾਹਰਨ ਦੇਵਾਂਗਾ ਜੀ। ਅਮਰੀਕਾ ਵਿੱਚ ਹੁਣ 1.5% ਕਿਸਾਨ ਰਹਿ ਗਏ। ਔਰ ਉਹ ਸਾਡੀ ਇਕਨੋਮਿਕਸ ਇਹ ਕਹਿੰਦੀ ਹੈ ਕਿ ਵੀ ਜਿੰਨੇ ਕਿਸਾਨ ਘੱਟ ਹੋ ਜਾਣਗੇ ਉਹਨਾਂ ਦੀ ਇਨਕਮ ਵੱਧ ਜਾਏਗੀ। ਉੱਥੇ ਤਾਂ ਕਿਸਾਨ 1.5% ਰਹਿ ਗਿਆ। ਔਰ ਉਹਦੇ ਬਾਵਜੂਦ ਵੀ ਇਹ ਹਾਲ ਹੈ ਕਿ ਪਿਛਲੇ ਸਾਲ $425 ਬਿਲੀਅਨ ਦਾ ਕਰਜ਼ਾ ਖੜਾ ਸੀ ਕਿਸਾਨਾਂ ਤੇ। ਇਹ ਹਾਲ ਹੈ ਕਿ ਪਿਛਲੇ 13 ਸਾਲ ਤੋਂ ਜਿਹੜੀ ਇਨਕਮ ਹੈਗੀ, ਐਵਰੇਜ ਇਨਕਮ, ਉਹ ਨੈਗੇਟਿਵ ਵਿੱਚ ਜਾ ਰਹੀ ਹੈਗੀ ਹੈ। ਇਹ ਹਿਸਾਬ ਹੈ ਕਿ ਉੱਥੇ ਜਿਹੜਾ ਰੂਰਲ ਏਰੀਆਜ਼ ਦੀ ਜਿਹੜੀ ਸੁਸਾਈਡ ਹੈਗੀ ਆ, ਪਿੰਡਾਂ ਵਿੱਚ ਜਿਹੜੀ ਸੁਸਾਈਡਸ ਹੋ ਰਹੀਆਂ, ਉਹ 45% ਜ਼ਿਆਦਾ ਹੈਗੀਆਂ ਅਰਬਨ ਏਰੀਆਜ਼ ਤੋਂ। ਇਹ ਅਮਰੀਕਾ ਦਾ ਹਾਲ ਹੈ। ਤੁਸੀਂ ਉਹੀ ਕੱਟ ਐਂਡ ਪੇਸਟ ਕਰਕੇ ਮਾਡਲ ਨੂੰ ਲੈ ਕੇ ਹਿੰਦੁਸਤਾਨ ਚਿਪਕਾਤਾ ਕਿ ਇਹ ਰਿਫਾਰਮਸ ਹੈਗੇ ਆ। ਉਹ ਚਮਤਕਾਰ ਤਾਂ ਨਹੀਂ ਹੋ ਸਕਦਾ ਨਾ। ਜਿਹੜੇ ਰਿਫਾਰਮ ਦੁਨੀਆ ਦੇ ਹੋ ਗਏ ਉਹ ਇੱਥੇ ਮਤਲਬ ਇਟਸ ਕੁਆਇਟ ਕਲੀਅਰ ਕਿ ਉਹ ਇੱਥੇ ਸਕਸੈਸਫੁਲ ਨਹੀਂ ਹੋ ਸਕਦੇ। ਤਾਂ ਜਿਹੜੇ ਆਪਣੇ ਕਿਸਾਨ ਹੈਗੇ ਉਹਨਾਂ ਨੂੰ ਵੀ ਸਮਝਣ ਦੀ ਜ਼ਰੂਰਤ ਹੈਗੀ ਹੈ ਕਿ ਅੱਜ ਸਾਡਾ ਇੱਕ ਮੌਕਾ ਹੈਗਾ ਕਿ ਦੁਨੀਆ ਨੂੰ ਅਸੀਂ ਇੱਕ ਮਾਡਲ ਦੇਈਏ, ਨਾ ਕਿ ਦੁਨੀਆ ਤੋਂ ਲਈਏ। ਇਹ ਸਾਨੂੰ ਜਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਦੇਸ਼ ਦੀ ਆਪਣੀ ਤਾਕਤ ਹੈਗੀ ਹੈ, ਸਾਡੇ ਦੇਸ਼ ਦੀ ਸਟਰੈਂਥ ਹੈਗੀ ਆ। ਅਸੀਂ ਉਹਦੇ ਹਿਸਾਬ ਨਾਲ ਇੱਕ ਮਾਡਲ ਦੇ ਦਈਏ। ਕਿਉਂਕਿ ਅੱਜ ਮੈਨੂੰ ਵੀ ਕਿਸਾਨ ਪੁੱਛਦੇ ਹੈਗੇ ਅਮਰੀਕਾ ਦੇ ਜਾਂ ਯੂਰਪ ਦੇ, ਉਹ ਕਹਿੰਦੇ ਜੀ ਕਿ ਤੁਹਾਡੇ ਦੇਸ਼ ਵਿੱਚ ਕੀ ਹੋ ਰਿਹਾ, ਤਾਂ ਅਸੀਂ ਸਮਝਾਉਂਦੇ ਕਿ ਵੀ ਇਹ ਹੋ ਗਿਆ। ਉਹ ਕਹਿੰਦੇ ਜੀ ਸਾਡਾ ਵੀ ਹਾਲ ਮਾੜਾ ਹੈਗਾ। ਦੇਖੋ ਨਾ, ਅਮਰੀਕਾ ਦਾ ਕਿਸਾਨ ਮੈਨੂੰ ਫੋਨ ਕਹਿੰਦਾ ਕਿ ਮੇਰੇ ਪਿਓ ਨੇ 1970 ਵਿੱਚ ਮੱਕੀ ਵੇਚੀ ਸੀਗੀ, ਉਹ ਜਿਸ ਭਾਅ ਤੇ ਉਹਨੇ ਵੇਚੀ ਸੀਗੀ, ਮੈਂ 2020 ਵਿੱਚ ਉਹ ਤੋਂ ਘੱਟ ਮੈਨੂੰ ਦਾਮ ਮਿਲਿਆ। ਦੇਖ ਲਓ 50, 60, 70 ਸਾਲਾਂ ਵਿੱਚ ਅਗਰ ਦਾਮ ਨਹੀਂ ਬੜੇ ਹੈਗੇ ਕਿਸਾਨਾਂ ਦੇ, ਉੱਥੇ ਇਹ ਅਮਰੀਕਾ ਦੀ ਗੱਲ ਹੋ ਰਹੀ ਹੈ। ਇਹ ਪ੍ਰਾਈਵੇਟ ਦਾ ਫਾਇਦਾ ਹੈ। ਉਹ ਸਰ ਉਹ ਇਹ ਕਹਿ ਰਹੇ ਹੈਗੇ ਅਮਿਤੋਜ ਜੀ
ਉਹ ਇਹ ਕਹਿੰਦੇ ਆ ਕਿ ਅਮਰੀਕਾ 'ਚ ਵੀ ਕਿਸਾਨ ਜਿਹੜਾ ਹੈਗਾ ਨਾ ਉਹ ਕਰਜ਼ੇ ਵਿੱਚ ਪੈਦਾ ਹੁੰਦਾ ਹੈ, ਕਰਜ਼ੇ ਵਿੱਚ ਮਰ ਜਾਂਦਾ ਹੈ। ਔਰ ਉਹ ਕਹਿੰਦੇ ਆ ਕਿ ਅਮਰੀਕਾ ਦਾ ਜੇ ਤੁਸੀਂ ਦੇਖਣਾ ਨਰਕ ਕੀ ਹੁੰਦਾ ਤੇ ਜਿਹੜਾ ਬੰਦਾ ਕਰਜ਼ ਵਿੱਚ ਪੈਦਾ ਹੁੰਦਾ, ਕਰਜ਼ ਵਿੱਚ ਮਰਦਾ ਹੈ ਨਾ, ਉਹ ਤਾਂ ਬੜਾ ਨਰਕ ਨਹੀਂ ਹੈਗਾ। ਮੇਰਾ ਸਵਾਲ ਇਹੀ ਹੈ, ਕਹਿੰਦੇ ਇੱਕ ਮਾਡਲ ਐਸਾ ਕਿਵੇਂ ਪੇਸ਼ ਕੀਤਾ ਜਾਵੇ, ਇਹ ਜ਼ਰੂਰਤ ਹੈ। ਤੇ ਮਾਡਲ ਪੇਸ਼ ਕਰਨ ਲਈ ਜੂਝਦਾ ਪੰਜਾਬ ਕੀ ਸੋਚਦਾ ਭਵਿੱਖ ਦੇ ਵਿੱਚ ਕਿ ਕੀ ਹੋਊਗਾ ਕਿ ਮਾਡਲ ਅਸੀਂ ਪੇਸ਼ ਕਰਾਂਗੇ? ਪਹਿਲਾਂ ਮਾਡਲ ਦੀ ਗੱਲ ਤਾਂ ਕਰੀਏ। ਆਹੀ ਬਹਿ ਕੇ ਅਸੀਂ ਗੱਲਾਂ ਕਰਦੇ ਸੀ ਉੱਥੇ ਜਦੋਂ ਅੰਦੋਲਨ ਤੇ ਜਾਂਦੇ ਸੀ ਨਾ, ਆਹੀ ਗੱਲਾਂ ਕਰਦੇ ਸੀ ਕਿ ਹੁਣ ਮਾਡਲ ਨੂੰ ਲੋਕ ਸੁਣਨਾ ਚਾਹੁੰਦੇ ਆ, ਵੇਖਣਾ ਚਾਹੁੰਦੇ ਆ, ਤੇ ਹੁਣ ਮਾਡਲ ਤਾਂ ਲੈ ਕੇ ਆਈਏ। ਹੁਣ ਤਾਂ ਗੱਲ ਕੀ ਹੁੰਦੀ ਹੈ, ਕੀ ਹੁੰਦੀ ਹੈ ਹੁਣ ਗੱਲ ਕਿ ਉਹਦੀ ਮੇਰੇ ਨਾਲ ਲੱਗਦੀ ਹੈ, ਮੈਂ ਵੋਟ ਇਹਨੂੰ ਪਾ ਦੇਣੀ, ਔਰ ਨਾ ਪਾਰਟੀਆਂ ਦੱਸਦੀਆਂ ਨੇ, ਉਹ ਦੱਸਦੀਆਂ ਕਿੱਥੇ ਨੇ? ਹੁਣ ਅਸੀਂ ਇਹ ਆਨੇ ਜੀ ਜਦੋਂ ਲੋਕ ਇਹ ਪੁੱਛਣਾ ਚਾਹੁੰਦੇ ਆ, ਦੇਖਣ 'ਚ ਇੰਟਰਸਟਿਡ ਨੇ, ਤਾਂ ਉਹਨਾਂ ਨੂੰ ਇੱਕ ਮਾਡਲ ਦਿੱਤਾ ਜਾਵੇ ਔਰ ਇਹਨਾਂ ਨੂੰ ਆਦਤ ਪਾਈ ਜਾਵੇ ਪਾਰਟੀਆਂ ਨੂੰ ਕਿ ਮਾਡਲ ਦੱਸੇ ਬਿਨਾ ਵੋਟ ਨਹੀਂ ਪੈਣੀ। ਇੱਥੇ ਹੀ ਬਹਿ ਕੇ ਮੈਨੂੰ ਬੜੇ ਬੰਦੇ ਆਏ, ਨਵੀਂ ਪਾਰਟੀ ਨਾਲ ਜੁੜ ਜਾਓ, ਪੁਰਾਣੀ ਨਾਲ ਜੁੜ ਜਾਓ। ਮੈਂ ਕਿਹਾ ਕੋਈ ਮਾਡਲ ਹੈ? ਉਹ ਤਾਂ ਬਣ ਜੂਗਾ ਭਾਜੀ, ਮੈਂ 75 ਸਾਲਾਂ ਦਾ ਤਾਂ ਬਣਿਆ ਨਹੀਂ, ਹੁਣ ਕਿੱਥੋਂ ਬਣ ਜੂਗਾ? 75 ਬੱਬੂ ਕੋਲੇ ਪਤਾ ਹੀ ਨਹੀਂ ਕਿੰਨੇ ਆਉਂਦੇ ਨੇ, ਇਹ ਵੀ ਸੇਮ ਪੁੱਛਦਾ ਹੈ, ਉਹ ਤਾਂ ਬਣ ਜੂਗਾ ਭਾਜੀ। 75 ਸਾਲਾਂ ਦਾ ਕਿਉਂ ਨਹੀਂ ਬਣਿਆ? ਵੀ ਸਮੱਸਿਆ ਸਾਰੇ ਗਣਾਉਂਦੇ ਆ, ਹੱਲ ਕੋਈ ਨਹੀਂ ਦੱਸਦਾ। ਸਮੱਸਿਆ ਵੀ ਗੋਲ ਮੋਲ ਕਰਕੇ ਗਣਾਉਂਦੇ ਨੇ। ਹੁਣ ਤੁਸੀਂ ਰੇਤਾ ਲੈ ਲਓ, ਰੇਤਾ ਜੀ ਇੰਨੀ ਕਰਪਸ਼ਨ ਕਰਤੀ, ਤਾਂ ਮੈਨੂੰ ਦੱਸੋ ਫਰਕ ਕੀ ਆਇਆ? ਪਹਿਲਾਂ ਸਿਰਫ ਪੱਗਾਂ ਦੇ ਰੰਗ ਬਦਲ ਗਏ ਜਾਂ ਲੁੱਟਣ ਵਾਲੇ ਚਿਹਰੇ ਬਦਲ ਗਏ, ਲੁੱਟ ਤਾਂ ਸੇਮ ਹੀ ਚੱਲ ਰਹੀ ਹੈ। ਆ ਕਿਸਾਨ ਬਿੱਲ ਸੇਮ ਕਾਂਗਰਸ ਲੈ ਕੇ ਆਉਣ ਵਾਲੀ ਸੀ, ਥੋੜੀ ਬਹੁਤ ਤਰਮੀਮ ਕਰਕੇ ਬੀਜੇਪੀ ਲੈ ਆਈ। ਜਦੋਂ ਪਾਰਟੀਆਂ ਬਦਲੂਗੇ, ਸਿਰਫ ਚਿਹਰੇ ਬਦਲੂਗੇ ਤਾਂ ਆਹੀ ਕੁਛ ਹੋਊ। ਜਦੋਂ ਏਜੰਡੇ ਬਦਲੂਗੇ, ਪਾਲਿਸੀਆਂ ਬਦਲੂਗੇ, ਤਾਂ ਤਕਦੀਰਾਂ ਬਦਲਣਗੀਆਂ, ਤਾਂ ਹਾਲਤ ਸੁਧਰੂਗੀ, ਤਾਂ ਕਿਸਾਨਾਂ ਦੀ ਪਰਸੈਂਟੇਜ ਘੱਟ ਨਹੀਂ ਹੋਊਗੀ। ਤੁਸੀਂ ਕਮਾਲ ਦੀ ਗੱਲ ਆ ਸੁਣੀ ਜਿਹੜੀ, ਕਿਤੇ 1.5%, ਕਿਤੇ 2%, ਮੈਕਸਿਮਮ ਫਰਾਂਸ 7% ਬਚੇ। ਤੇ ਅਸੀਂ ਉਹਨਾਂ ਤੋਂ ਮਾਰਗਦਰਸ਼ਨ ਲੈ ਰਹੇ ਹਾਂ ਕਿ ਹਿੰਦੁਸਤਾਨ ਦੇ ਕਿਸਾਨਾਂ ਨੂੰ ਤੁਸੀਂ ਦੱਸੋ ਅਸੀਂ ਕਿਵੇਂ ਪੇਸ਼ ਆਈਏ, ਤਾਂ ਉਹਦਾ ਮਾਰਨ ਦਾ ਤਰੀਕਾ ਹੀ ਦੱਸਣਗੇ। ਆ ਦੇਸ਼ 60% ਤੱਕ ਕਿਸਾਨੀ ਤੇ ਨਿਰਭਰ ਹੈ, ਤੇ ਤੁਸੀਂ ਇਹਨਾਂ ਨੂੰ ਜਿਨ੍ਹਾਂ ਦਾ 1.5% ਰਹਿ ਗਿਆ, ਉਹਨਾਂ ਦਾ ਫਾਰਮੂਲਾ ਚੱਕ ਕੇ ਸਾਡੇ ਤੇ ਲਾਗੂ ਕਰ ਰਹੇ ਹੋ। ਯਾਰ ਤੁਹਾਡਾ ਕੋਟ ਮੇਰੇ ਕਿਵੇਂ ਆ ਸਕਦਾ ਹੈ? ਬੱਬੂ ਦੇ ਬਹੁਤ ਸੋਹਣੇ ਕੱਪੜੇ ਨੇ, ਧਾਲੀਵਾਲ ਸਾਹਿਬ ਦੇ ਪਵਾ ਦਿਓ, ਵੇਖ ਲਓ ਕਿਹੋ ਜਿਹੇ ਲੱਗਣਗੇ। ਤੁਸੀਂ ਉਹਨਾਂ ਦੀ ਚੀਜ਼ ਉਹਨਾਂ ਦੇ ਕੋਲੇ ਰਹਿੰਦੇ ਹੋ, ਸਾਡੀ ਚੀਜ਼ ਸਾਡੀ ਤਬੀਅਤ ਅਲੱਗ, ਸਾਡੀ ਧਰਤੀ ਅਲੱਗ, ਸਾਡਾ ਸੁਭਾਅ ਅਲੱਗ, ਤਾਂ ਸਾਡੇ ਹਿਸਾਬ ਨਾਲ ਕੰਮ ਕਰੋ ਨਾ। ਤੁਸੀਂ ਇਸ ਖੇਤਰ ਨਾਲ ਜੁੜੇ ਹੋਏ ਆ, ਜਿਹੜੀਆਂ ਮਸ਼ਹੂਰੀਆਂ ਨੇ, ਤਸਵੀਰਾਂ ਨੇ, ਦਿਖਦਾ ਕੁਛ ਹੈ, ਪਿੱਛੇ ਕੁਝ ਹੋਰ ਹੈ। ਇਹ ਮਸ਼ਹੂਰੀਆਂ ਨੇ ਕਿੰਨਾ ਕੁ ਬੇੜਾ ਗਰਕ ਕੀਤਾ, ਇਹਦੇ ਬਾਰੇ ਤੁਹਾਡਾ? ਕਿਹੜੀਆਂ ਮਸ਼ਹੂਰੀਆਂ? ਜੋ ਦਿਖਾਇਆ ਜਾਂਦਾ ਹੈ, ਖਾਸ ਕਰਕੇ ਇਮੀਗ੍ਰੇਸ਼ਨ ਦੇ ਵੱਡੇ ਵੱਡੇ ਸੈਂਟਰ ਪੰਜਾਬ ਵਿੱਚ ਥਾਂ ਲੱਗੇ ਆ ਕਿ ਤੁਹਾਨੂੰ ਮਿੰਟ 'ਚ ਪਹੁੰਚਾਵਾਂਗੇ ਵੀਜ਼ਾ, ਬਾਅਦ 'ਚ ਪਹਿਲਾਂ। ਮੈਨੂੰ ਉਹਨਾਂ ਤੇ ਨਹੀਂ ਅਫਸੋਸ, ਮੈਨੂੰ ਉਹਨਾਂ ਤੇ ਪਾਰਟੀਆਂ ਤੇ ਅਫਸੋਸ ਹੈ ਜਿਹੜੀਆਂ ਕਹਿ ਰਹੀਆਂ ਹੈ ਕਿ ਅਸੀਂ ਤੁਹਾਨੂੰ ਬਾਹਰ ਜਾਣ 'ਚ ਮਦਦ ਕਰਾਂਗੇ, ਪੈਸੇ ਦੇਵਾਂਗੇ, ਲੋਨ ਦੇਵਾਂਗੇ, ਸਪੈਸ਼ਲ ਆਈਲੈਂਡ ਦਾ ਕੋਰਸ ਲਾਵਾਂਗੇ। ਪਰ ਇਹਦੇ ਵਿੱਚ ਇੱਕ ਸਵਾਲ ਹੈ, ਤੁਸੀਂ ਇੱਕ ਇੰਟਰਵਿਊ ਦੇ ਵਿੱਚ ਮੈਂ ਸੁਣ ਰਿਹਾ ਸੀ, ਕਹਿ ਰਹੇ ਸੀ ਕਿ ਬਾਹਰ ਜਾਣਾ ਮਾੜੀ ਗੱਲ ਨਹੀਂ ਹੈ, ਬਾਹਰ ਜਾਣਾ ਚਾਹੀਦਾ ਤਾਂ ਗਰੀਬੀ ਦੂਰ ਹੋਊ। ਪਰ ਜਿਹੜੀ ਗੱਲ ਇਹਨਾਂ ਨੇ ਕਹੀ ਹੈ ਜਿਵੇਂ ਮਾਡਲ ਬਣਾਉਣਾ ਹੈ, ਬਾਹਰ ਜਾਣ ਦੇ ਵਿੱਚ ਮਕਸਦ ਕੀ ਹੋਣਾ ਚਾਹੀਦਾ? ਜੇ ਬਾਹਰ ਜਾਣੇ ਰੋਕ ਕੇ ਕਿਵੇਂ ਜਾਣੇ ਚਾਹੀਦੇ? ਕਿਉਂ ਨਾ ਜਾਵੇ? ਪਹਿਲੀ ਗੱਲ ਤਾਂ ਬੰਦਾ ਬਾਹਰ ਕਿਉਂ ਨਾ ਜਾਵੇ? ਜਦ ਸਾਰੀ ਦੁਨੀਆ ਇੱਕ ਪਿੰਡ ਵਰਗੀ ਹੈ ਤੇ ਕਿਉਂ ਨਾ ਜਾਵੇ? ਤੁਸੀਂ ਇਹੀ ਸਵਾਲ ਕਿਉਂ ਕਰਦੇ ਹੋ? ਕਿਉਂਕਿ ਤੁਸੀਂ ਜਿਹੜੇ ਬੰਦੇ, ਜਿਹੜਾ ਸਟੂਡੈਂਟ ਆ, ਉਹਦਾ ਦਿਲ ਕਰਦਾ ਨਾ ਤਾਂ ਹੀ ਜਾਂਦਾ ਨਾ। ਉਹਦਾ ਦਿਲ ਕਰਦਾ ਕੈਨੇਡਾ ਜਾਣ ਨੂੰ, ਆਪਾਂ ਨੂੰ ਬੰਨ ਵੀ ਨਹੀਂ ਨਾ ਸਕਦੇ। ਏਦਾਂ ਨਹੀਂ ਹੁੰਦਾ। ਗੱਲ ਇਹੀ ਹੈ ਕਿ ਦਿਲ ਕਰਦਾ ਕਿਉਂ ਹੈ? ਸਵਾਲ ਇਹ ਦਿਲ ਕਰਦਾ ਕਿਉਂ ਹੈ? ਮਜਬੂਰੀ ਹੈ ਜਾਂ ਸ਼ੌਕ ਹੈ? ਨਹੀਂ, ਮਜਬੂਰੀ ਵੀ ਨਹੀਂ, ਸ਼ੌਕ ਵੀ ਕਹਿ ਸਕਦੇ ਹਾਂ, ਪਰ ਬੈਟਰ ਸਿਸਟਮ ਹੈ। ਉਹ ਉੱਥੇ ਖੇਤੀ ਕਰਨ ਥੋੜੀ ਜਾਂਦਾ, ਇੱਥੇ ਮੁੰਡਾ ਆਪ ਦੀ ਜ਼ਿੰਦਗੀ ਦਾ ਸੁਨਹਿਰਾ ਭਵਿੱਖ ਜਾਂਦਾ। ਉੱਥੇ ਸਿਸਟਮ ਅੱਛਾ ਹੈ, ਤੁਹਾਡਾ ਮੁਲਕ ਜਾਤਾਂ ਪਾਤਾਂ 'ਚ ਵੰਡਿਆ ਹੈ, ਤੁਹਾਡੇ ਧਰਮਾਂ ਦੀ ਵੀ ਲੜਾਈ ਹੈ। ਤੁਹਾਡੇ ਮੇਰਾ ਪਿੰਡ ਹੈ, ਉਹਦਾ ਤੁਸੀਂ ਕਹਿੰਦੇ ਵੀ ਆਪਾਂ ਕਹਿੰਦੇ ਮਾਨਸ ਦੀ ਜਾਤ ਇੱਕੋ ਹੈ, ਸਾਡੇ ਜਿਹੜੇ ਬਾਬੇ ਕਹਿੰਦੇ, ਪਰ ਪਿੰਡਾਂ 'ਚ ਮਹੱਲੇ ਤਾਂ ਅਲੱਗ-ਅਲੱਗ ਹੈ। ਫਿਰ ਉਹ ਪਤਾ ਹੈ ਇਹ ਸਿਸਟਮ ਉੱਥੇ ਨਹੀਂ ਨਾ ਹੋ ਸਕਦਾ। ਕੋਈ ਬੱਚਾ ਇਸ ਕਰਕੇ ਵੀ ਜਾਣਾ ਚਾਹੇ ਵੀ ਮੈਂ ਇਸ ਤਰ੍ਹਾਂ ਦੀ ਥਾਟ ਤੋਂ ਨਿਕਲਣਾ ਚਾਹੁੰਦਾ। ਜੇ ਤੁਸੀਂ ਉਹਨਾਂ ਨੂੰ ਉਸ ਤਰ੍ਹਾਂ ਦਾ ਖੂਬਸੂਰਤ ਪੰਜਾਬ ਬਣਾ ਕੇ ਦੇ ਦੋਗੇ ਕਿ ਬਾਹਰ ਜਾ ਕੇ ਆਉਣ ਨੂੰ ਕੀ ਲੱਗਦਾ? ਇੰਗਲੈਂਡ ਤੋਂ 7 ਘੰਟੇ ਦੀ ਫਲਾਈਟ ਹੈ, ਬੰਦਾ 2 ਮਹੀਨੇ ਕਮਾਈ ਕਰੇ ਡਟ ਕੇ, ਇੱਕ ਹਫ਼ਤਾ ਪਿੰਡ ਵੀ ਤਾਂ ਲਾ ਸਕਦਾ, ਫੌਜੀ ਵੀ ਤਾਂ ਬਾਰਡਰ ਤੇ ਕੰਮ ਕਰਦਾ। ਇਹ ਕਿਉਂ? ਮੈਂ ਐ ਥੋੜੀ ਸੋਚ ਹੁੰਦਾ ਵੀ ਸਾਰਾ ਪੰਜਾਬ ਇੱਥੇ ਹੀ ਬੈਠਾ ਰਹੂਗਾ, ਕੋਈ ਬੱਚਾ ਬਾਹਰ ਨਾ ਜਾਵੇ। ਪਹਿਲਾਂ ਬਾਹਰੋਂ ਮਨੀ ਆਉਂਦੀ ਸੀ, ਹੁਣ ਅਸੀਂ ਸਿਰਫ ਬਾਹਰ ਹੀ ਜਾ ਰਹੇ ਹਾਂ, ਵਾਪਸ ਨਹੀਂ ਆ ਰਹੇ। ਇਹ ਗੜਬੜ ਹੈ। ਔਰ ਇਹ ਗੜਬੜ ਕਿਉਂ ਹੈ? ਸੁਰੱਖਿਆ ਕਿੱਥੇ ਸਾਡੀ? ਅਨਸਰਟਨ। ਮੈਨੂੰ ਦੱਸੋ, ਜੇ ਸਿਰਫ ਪੈਸੇ ਲਈ ਜਾ ਰਹੇ ਹੋਣ ਤਾਂ ਫਿਰ ਅਮੀਰ ਕਿਉਂ ਜਾ ਰਹੇ ਨੇ?
ਜਿਹੜੇ ਇੱਥੇ ਵੈਲ ਆਫ ਨੇ, ਜਿਨ੍ਹਾਂ ਦੀਆਂ ਬਹੁਤ ਜਾਇਦਾਦਾਂ ਹੈ, ਉਹ ਵੀ ਬਾਹਰ ਇੱਕ ਪਤਾ ਸਾਜ਼ਗਰ ਕਿਉਂ ਮਾਹੌਲ ਵੀ ਭਾਲ ਨਹੀਂ, ਉਹ ਪਤਾ ਕਿਉਂ ਜਾ ਰਹੇ ਹੋਰ ਵੀ ਨੇ? ਕੰਮ ਅਸੀਂ ਹੋ ਗਿਆ, ਜਿਹੜੀ ਸਰਕਾਰ ਹੈ ਭਾਰਤ ਦੀ, ਇਹ ਨਿਯਮ ਇਸ ਤਰ੍ਹਾਂ ਦੇ ਸਖਤ ਬਣਾਤੇ ਕਿ ਜਿਹੜੇ ਬੱਚੇ ਬਾਹਰ ਜਾ ਕੇ ਸਿਟੀਜ਼ਨ ਹੋ ਜਾਂਦੇ ਉਹਨਾਂ ਨੂੰ ਪ੍ਰੋਬਲਮ ਬਹੁਤ ਆਉਂਦੀ ਹੈ। ਖਰੀਦੋ ਫਰੋਖਤ ਚ ਆਪ ਦੀ ਜ਼ਮੀਨ ਜੇ ਵੇਚਣੀ ਉਹਦੇ ਤੇ ਵੀ ਟੈਕਸ ਲੱਗ ਜਾਣਾ। ਇਹ ਵੀ ਇੱਕ ਵਜ੍ਹਾ ਇੱਥੇ ਨਾ ਆਉਣ ਦੀ। ਇਸੇ ਕਰਕੇ ਪੈਸਾ ਆਪਣਾ ਮੰਤਵ ਕੀ ਹੈ ਕਿ ਪਹਿਲੇ ਜ਼ਮਾਨੇ ਚ ਅੱਜ ਤੋਂ 10 ਸਾਲ ਪਹਿਲਾਂ ਬਾਹਰੋਂ ਪੈਸੇ ਬਾਹਰ ਭੇਜਦੇ ਸੀ, ਹੁਣ ਡਰ ਇੰਨਾ ਸਹਿਮ ਹੋ ਗਿਆ ਜਿਹਦਾ ਇੱਕ ਬਾਹਰ ਜਾਂਦਾ ਉਹ ਕਹਿੰਦਾ ਬਾਹਰ ਹੀ ਚੱਲੀਏ ਜੀ। ਆਪਾਂ ਉਹ ਮਾਹੌਲ ਨੂੰ ਸਾਜ਼ ਕਰਨਾ ਹੁਣ ਆਪਣੇ ਏਜੰਡੇ 'ਚ ਹੈ ਨਾ ਜਿਹੜਾ ਇਹੀ ਹੈ ਜੀ। ਏਜੰਡੇ ਗੈਂਗਸਟਰ ਘੱਟ ਕਰੋ ਜੀ, ਏਜੰਡੇ 'ਚ ਹੈ। ਅੱਜ ਅਸੀਂ ਕਿੱਧਰ ਨੂੰ ਜਾ ਰਹੇ ਹਾਂ? ਗੈਂਗਸਟਰ ਬਣਾ ਲਏ। ਕਿੱਥੋਂ ਬਣੇ ਨੇ ਮੁੰਡੇ ਵਿਚਾਰੇ? ਸਾਡੀਆਂ ਜੇਲ੍ਹਾਂ 'ਚ ਬੈਠ ਕੇ, ਸਾਡੇ ਜੇਲ੍ਹਾਂ 'ਚ ਬੈਠ ਕੇ ਕੀ ਹੋ ਰਿਹਾ ਹੈ? ਜਦੋਂ ਸਾਰਾ ਕੁਝ ਪਤਾ ਹੈ, ਜੇਲ੍ਹਾਂ ਹੈ ਕਿੰਨੀਆਂ, ਕੀ ਉਹਦੇ ਰਿਫਾਰਮ ਨਹੀਂ ਹੋ ਸਕਦੇ? ਬੱਬੂ ਵੀ ਹਮੇਸ਼ਾ ਗੱਲ ਕਰਦਾ ਹੁੰਦਾ, ਪੁਲਿਸ ਦਾ ਕੀ ਹਾਲ ਹੈ ਸਾਡਾ। ਕਿਤੇ ਤੁਸੀਂ ਸੁਣਿਆ ਇਹਨੇ ਹਿੰਮਤ ਕਿ 24 ਘੰਟੇ ਡਿਊਟੀ ਹੋਊਗੀ? ਪੁਲਿਸ ਦੀ 24 ਘੰਟੇ ਡਿਊਟੀ ਹੈ, ਫਿਰ ਅਸੀਂ ਆਣੇ ਉਹਨਾਂ ਦਾ ਬਿਹੇਵੀਅਰ ਨਾਰਮਲ ਨਹੀਂ ਗਾ। ਉਹਨਾਂ ਦੀ ਡਿਊਟੀ ਨੂੰ ਤੁਸੀਂ ਵੰਡਦੇ ਕਿਉਂ ਨਹੀਂ? ਏਜੰਡੇ 'ਚ ਲਿਖਿਆ ਸੀ, ਜੇਲ੍ਹਾਂ ਦਾ ਵੀ ਲਿਖਿਆ, ਪੁਲਿਸ ਦਾ ਵੀ ਲਿਖਿਆ ਕਿ ਪੁਲਿਸ ਰਿਫਾਰਮ ਲਿਆਓ। ਉਹ ਪ੍ਰਕਾਸ਼ ਸਿੰਘ ਦੀ ਵਿਚਾਰੇ ਦੀ ਰਿਪੋਰਟ ਰੱਖੀ ਬੈਠੇ ਨੇ ਪਿੱਛੇ ਕਰਕੇ, ਕਿਉਂ ਨਹੀਂ ਰਿਫਾਰਮ ਲਾਗੂ ਕਰਦੇ? ਹਰ ਵਰਗ ਦੇ ਉੱਤੇ ਲਾਗੂ ਹੋਣਾ ਚਾਹੀਦਾ ਕਿ ਇਹੀ ਲਿਮਟ ਹੈ। ਜਿੱਥੇ ਤੁਸੀਂ 24 ਘੰਟੇ ਕੰਮ ਕਰਾਉਂਗੇ ਉਹ ਬੰਦਾ ਕਰੂਗਾ ਕੀ ਵਿਚਾਰਾ? ਅਸੀਂ ਉਹ ਤੇ ਦੋਸ਼ ਲਾ ਦਿੰਦੇ ਆ, ਪਰ ਅਸੀਂ ਉਹ ਤੋਂ ਇਨਹਿਊਮਨ ਜਾਂ ਤੁਸੀਂ ਕਹਿ ਲਓ ਜੋ ਬੰਦਾ ਕਰ ਹੀ ਨਹੀਂ ਸਕਦਾ, ਦੂਜਾ ਪਾਸਾ ਨਹੀਂ, ਅਸੀਂ ਉਹ ਡਿਊਟੀ ਮੰਗ ਰਹੇ ਹਾਂ ਉਹਦੇ ਕੋਲੋਂ। ਸਾਡੇ ਸਿਸਟਮ ਨੂੰ, ਜੋ ਬੱਬੂ ਗੱਲ ਕਹਿ ਰਹੇ ਸੀ ਨਾ ਕਿ ਬਾਹਰ ਅਸੀਂ ਜਾ ਕਿਉਂ ਰਹੇ ਹਾਂ, ਉਸ ਗੱਲ ਨੂੰ ਸਹੀ ਕਰੋ। ਬਾਹਰ ਜਾਣ ਵਾਲਿਆਂ ਤੇ ਉਂਗਲ ਘੱਟ ਹੈ, ਬਾਹਰ ਜਾ ਕਿਉਂ ਰਹੇ ਹੋ ਉਹਦੇ ਤੇ ਉਂਗਲ ਜ਼ਿਆਦਾ ਹੈ। ਉਹਨੂੰ ਸਹੀ ਕਰਨ ਲਈ ਕੁਝ ਏਜੰਡੇ ਲਿਆਉਣੇ ਪੈਣਗੇ, ਇੱਥੋਂ ਦਾ ਵਾਤਾਵਰਨ ਊਰਜਾ ਬਣਾਉਣਾ ਪਊਗਾ ਤਾਂ ਜੋ ਅਸੀਂ ਜਿਹੜੀ ਸੁਰੱਖਿਆ ਜਾਂ ਜਿਹੜਾ ਵਧੀਆ ਸਿਸਟਮ ਬਾਹਰ ਜਾ ਕੇ ਭਾਲਦੇ ਉਹ ਇੱਥੇ ਪ੍ਰੋਵਾਈਡ ਹੋ ਜੇ। ਮੈਂ ਏਜੰਡਿਆਂ ਦੀ ਗੱਲ ਕਰਦਾ। ਧਾਲੀਵਾਲ ਸਾਹਿਬ ਤੁਸੀਂ ਬੋਲਣਾ ਚਾਹੁੰਦੇ? ਪਹਿਲਾਂ ਕੈਨੇਡਾ ਬਾਰੇ ਮੈਂ ਗੱਲ ਕਰਦਾ ਜੀ। ਅਸੀਂ ਕੈਨੇਡਾ ਨਾਲੋਂ ਫਾਰ ਬੈਟਰ ਹਾਂ। ਸਾਡਾ ਪੰਜਾਬ ਤੋਂ ਕਿਤੇ ਸੋਹਣਾ ਹੈ, ਸਾਡਾ ਪੰਜਾਬ ਦੇ ਮੌਸਮ ਤੋਂ ਵੈਦਰ ਕਿਤੇ ਸੋਹਣਾ ਉਹਦੇ ਨਾਲ। ਸਾਡੇ ਜਿਹੜੇ ਸਰਦੀ ਵੀ ਹੈ, ਗਰਮੀ ਵੀ ਹੈ, ਪਤਝੜ ਵੀ ਹੈ, ਸਦਾਬਹਾਰ ਵੀ ਤੇ ਸਭ ਕੁਝ ਹੈ। ਇਸ ਕਰਕੇ ਆਪਾਂ ਇਹ ਕਹੀ ਵੀ ਅਸੀਂ ਕੈਨੇਡਾ ਨਾਲ ਸੋਹਣਾ ਬਣਾਉਣਾ ਹੈ, ਇਹ ਆਪਣੇ ਆਪ ਵਿੱਚ ਇੱਕ ਗਲਤ ਧਾਰਨਾ ਹੈਗੀ। ਅਸੀਂ ਹੈਗੇ ਸੋਹਣੇ, ਪਰ ਸਾਡੀ ਮਜਬੂਰੀ ਹੈ ਕਿ ਸਾਨੂੰ ਜਿਹੜੀ ਸਾਡੀ ਰਾਜਸਤਾ ਹੈਗੀ ਜਾਂ ਸਾਡੇ ਲੋਕ ਰਾਜ ਕਰ ਰਹੇ ਨੇ ਉਹ ਬਹੁਤ ਮਾੜੇ ਨੇ, ਚਲਾਉਣ ਵਾਲੇ ਮਾੜੇ ਮਿਲਦੇ ਤਾਂ ਬੇੜਾ ਗਰਕ ਹੋ ਗਿਆ। ਤਾਂ ਪੰਜਾਬ ਦਾ ਇਹ ਹਾਲਤ ਦੇਖ ਰਿਹਾ ਅੱਜ ਕੱਲ੍ਹ। ਤੁਸੀਂ ਸਪੋਜ਼ ਕਰੋ ਵੀ ਜੇ ਹਲਕਾ ਇੰਚਾਰਜ ਨੇ ਹੀ ਐਫਆਈਆਰ ਕਰਾਉਣੀ ਹੈ, ਫਿਰ ਐਸਐਸਪੀ ਦਾ ਕੀ ਰੋਲ ਰਹਿ ਗਿਆ, ਫਿਰ ਐਸਐਚਓ ਦਾ ਕੀ ਰੋਲ ਰਹਿ ਗਿਆ? ਹਲਕਾ ਇੰਚਾਰਜ ਨੇ ਕਹਿਣਾ ਕਿ ਐਫਆਈਆਰ ਦਰਜ ਹੋਣੀ ਚਾਹੀਦੀ ਹੈ, ਐਫਆਈਆਰ ਦਰਜ ਨਹੀਂ ਹੋਣੀ ਚਾਹੀਦੀ। ਫਿਰ ਤਾਂ ਸਿਸਟਮ ਦੀ ਲੋੜ ਹੀ ਨਹੀਂ, ਅਫਸਰਾਂ ਦੀ ਕੀ ਲੋੜ ਹੈ? ਜੇ ਹਲਕਾ ਇੰਚਾਰਜ ਨੇ ਕਹਿਣਾ ਡੀਸੀ ਨੂੰ ਜਾ ਕੇ ਵੀ ਆਹ ਕਹਿੰਦਾ ਕੇਸ ਇਹਦੇ ਹੱਕ 'ਚ ਕਰ ਦਿਓ, ਇਹਦੇ ਵਿਰੁੱਧ ਕਰ ਦਿਓ, ਇਹ ਤਾਂ ਨਹੀਂ ਕੰਮ ਚੱਲ ਸਕਦਾ। ਜਿਹੜੀ ਨਵੀਂ ਪੀੜ੍ਹੀ ਹੈ, ਜਿਹੜੀ ਪੁਰਾਣੀ ਪੀੜ੍ਹੀ ਤਾਂ ਚਲੋ ਇਹ ਸਹਿੰਦੀ ਰਹੀ ਗੱਲ, ਉਹਨਾਂ ਕੋਲ ਮੌਕੇ ਨਹੀਂ ਸੀ, ਪਰ ਨਵੀਂ ਪੀੜ੍ਹੀ ਕੋਲ ਬਹੁਤ ਸਾਰੇ ਇਸ ਤਰ੍ਹਾਂ ਦੇ ਮੌਕੇ ਆ ਗਏ ਨੇ। ਉਹਨਾਂ ਦਾ ਮਨੋਬਲ ਗਿਰਦਾ ਜਾ ਰਿਹਾ ਇੱਥੇ ਦਿਨ ਦਿਨ। ਜਦੋਂ ਹਾਲਾਤ ਦੇਖਦੇ ਨੇ ਕਿ ਇਹੋ ਜਿਹੇ ਹਾਲਾਤ ਨੇ, ਕਿਸੇ ਨੂੰ ਨਿਆਂ ਨਹੀਂ ਮਿਲ ਰਿਹਾ, ਬੇਇਨਸਾਫੀ ਦਾ ਬੋਲਬਾਲਾ ਹੈ ਹਨਾ, ਜਿਹੜਾ ਸਿਸਟਮ ਹੈ ਉਹ ਕਾਨੂੰਨ ਮੁਤਾਬਕ ਨਹੀਂ ਚੱਲ ਰਿਹਾ। ਲੋਕਾਂ ਦੀ ਮਤਲਬ ਜਿਹੜਾ ਸਿਸਟਮ ਜੱਸ ਬੈਠਾ ਹੈ, ਜੱਸ ਉਹਦਾ ਚੰਡੀਗੜ੍ਹ ਵੇਲੇ ਜੱਸ ਕਿੱਥੇ ਸੀਗਾ ਤੂੰ ਉਦੋਂ? ਇਹ ਸੀ ਕਿਸੇ ਹੋਰ ਪੰਚਕੂਲੇ ਤੇ ਕੇਸ ਦਰਜ ਕਿੱਥੇ ਹੋ ਗਿਆ ਸੀ? ਕਿਸੇ ਹੋਰ ਜਗ੍ਹਾ ਤੇ। ਦੇਖੋ ਵੀ ਆਹ ਬੰਦਾ ਜਿਹੜਾ ਸੈਲੀਬ੍ਰਿਟੀ ਵੀ ਹੈ, ਜਿਹੜਾ 5 ਲੋਕਾਂ 'ਚ 100 ਲੋਕਾਂ 'ਚ ਖੜਾ ਵੀ ਸੀਗਾ, ਕੇਸ ਕਿਤੇ ਹੋਰ ਦਰਜ ਕਰਤਾ। ਇਹ ਹੈ ਸਾਡਾ ਕੰਮ। ਤੁਸੀਂ ਦੇਖੋ ਵੀ ਜਿਹੜੀ ਮਹਿਤਾਬ ਸਿੰਘ ਗਿੱਲ ਕਮੇਟੀ ਬਣੀ ਸੀ, ਜਸਟਿਸ ਮਹਿਤਾਬ ਸਿੰਘ ਗਿੱਲ, ਘੱਟੋ ਘੱਟ ਉਹਨੇ 3000 ਐਫਆਈਆਰਾਂ ਜਿਹੜੀਆਂ ਲੱਭੀਆਂ, ਜਿਹੜੀਆਂ ਕਿ ਬਿਲਕੁਲ ਝੂਠ ਦੇ ਆਧਾਰ ਤੇ ਦਰਜ ਕੀਤੀਆਂ ਹੋਈਆਂ ਸੀ, ਉਹ ਰੱਦ ਕੀਤੀਆਂ। ਕੁਐਸ਼ ਕਰਨੇ ਪਈਆਂ, ਉਹਨੇ ਰਿਕਮੈਂਡ ਕੀਤਾ ਕਿ ਰੱਦ ਕਰੋ, ਕਿਉਂਕਿ ਜੱਜ ਕਹਿ ਰਿਹਾ ਤਾਂ ਹਾਈ ਕੋਰਟ ਦਾ ਬੜਾ ਸੀਨੀਅਰ ਜੱਜ ਰਹੇ ਨੇ। ਜਿੱਥੇ ਇਹੋ ਜਿਹੇ ਹਾਲਾਤ ਹੋਣਗੇ ਉੱਥੇ ਰਹਿਣਾ ਕੌਣ ਚਾਹੇਗਾ? 80-90 ਵਿੱਚ ਅਸੀਂ ਨੰਬਰ 1 ਸਟੇਟ ਸੀ ਇੰਡੀਆ ਦੀ, ਹੁਣ ਸਾਡਾ 11ਵਾਂ-12ਵਾਂ ਸਥਾਨ ਹੈਗਾ ਪਰ ਕੈਪੀਟਲ ਇਨਕਮ ਵਿੱਚ। ਜੇ ਬਿਹਾਰ ਦੀ ਤੇ ਪੰਜਾਬ ਦੀ ਪਰ ਕੈਪੀਟਲ ਇਨਕਮ ਇਕੱਠੀ ਕਰ ਲਈਏ ਪ੍ਰਤੀ ਜੀ ਇਨਕਮ, ਤਾਂ ਵੀ ਹਰਿਆਣਾ ਦੀ ਸਭ ਤੋਂ ਵੱਧ ਹੈ। ਹਰਿਆਣਾ ਸਭ ਤੋਂ ਬਾਅਦ ਵਿੱਚ ਡਿਵੈਲਪ ਹੋਣਾ ਸ਼ੁਰੂ ਹੋਇਆ, ਸਭ ਤੋਂ ਬਾਅਦ ਉੱਥੇ ਬਾਅਦ 'ਚ ਸਭ ਕੁਛ ਹੋਇਆ, ਪਰ ਫਿਰ ਵੀ ਉੱਥੇ ਉਹ ਇੰਨਾ ਅਮੀਰ ਹੋ ਚੁੱਕਿਆ ਹੈ, ਉਹਦੀ ਇਕਨੋਮੀ ਇੰਨੀ ਬੈਟਰ ਹੋ ਚੁੱਕੀ ਹੈ ਕਿ ਅਸੀਂ ਪਿਛੜਦੇ ਜਾ ਰਹੇ ਹਾਂ। ਸਾਡਾ 28ਵਾਂ ਨੰਬਰ ਹੈਗਾ ਇਸ ਵੇਲੇ। ਕਿਸੇ ਵੇਲੇ ਅਸੀਂ ਨੰਬਰ 1 ਸਟੇਟ ਸੀ, ਇਸ ਵੇਲੇ ਆਂਧਰਾ, ਤਾਮਿਲਨਾਡੂ ਜਿਹੜੀਆਂ ਸਟੇਟਾਂ ਹੈਗੀਆਂ ਉਹ 10% ਦੀ ਰੇਸ਼ੋ ਪਰ ਨਾਲ ਵਧ ਰਹੀਆਂ ਨੇ, ਅਸੀਂ 4-5% ਨਾਲ ਮਸਾਂ ਵਧ ਰਹੇ ਹਾਂ ਹਨਾ। ਇਸ ਕਰਕੇ ਸਾਡੇ ਉੱਥੇ ਸਾਡੇ ਜਿਹੜੇ ਪ੍ਰੋਗਰੈਸ ਕਰ ਰਹੇ ਉਹ ਸਰਵਿਸ ਸੈਕਟਰ ਕਰ ਰਿਹਾ, ਜਿੱਥੇ ਬਹੁਤੀ ਸਟੇਬਿਲਿਟੀ ਨਹੀਂ ਹੁੰਦੀ, ਪਰ ਇੱਕ ਬੈਂਕਾਂ 'ਚ ਨੌਕਰੀ ਮਿਲ ਗਈ, ਕਾਰਖਾਨਿਆਂ 'ਚ ਮਿਲ ਗਈ, ਜਾਂ ਇੱਧਰ ਨੌਕਰੀ ਮਿਲ ਗਈ, ਉਹ ਬੜਾ ਕੁਝ ਸਟੇਬਲ ਰੁਜ਼ਗਾਰ ਦਾ ਪੱਕਾ ਪ੍ਰਬੰਧ ਨਹੀਂ ਹੁੰਦਾ। ਕੱਲ੍ਹ ਨੂੰ ਤੁਹਾਨੂੰ ਫਾਇਰ ਵੀ ਕਰ ਸਕਦੇ ਆ ਨਾ, 40 ਸਾਲ ਦੀ ਉਮਰ 'ਚ ਹੋ ਗਈ, ਮੁੜ ਕੇ ਜਾਓਗੇ ਕਿੱਦਾਂ? ਸੋ ਇਸ ਕਰਕੇ ਪੰਜਾਬ ਦਾ ਜਿਹੜਾ ਸੱਤਿਆਨਾਸ਼ ਕੀਤਾ ਹੈਗਾ ਪੋਲੀਟੀਕਲ ਬੰਦਿਆਂ ਨੇ,
ਉਸ ਨੂੰ ਠੀਕ ਕਰਨ ਵਾਸਤੇ ਜੂਝਦਾ ਪੰਜਾਬ ਜਿਹੜਾ ਹੈ ਇੱਕ ਉਪਰਾਲਾ ਹੈਗਾ, ਜੀ। ਇੱਕ ਕੋਸ਼ਿਸ਼ ਹੈਗੀ। ਕੋਸ਼ਿਸ਼ ਜੇ ਨਾ ਕਰੋਗੇ ਤਾਂ ਹੀ ਹਾਲ ਥੋੜਾ, ਫਿਰ ਹੁਣ ਤਾਂ ਚਲੋ ਥੋੜੇ ਬੱਚੇ ਗਏ ਨੇ ਹਲੇ, ਤਾਂ ਫਿਰ 5-10 ਸਾਲਾਂ ਤੱਕ ਪੰਜਾਬ ਜਮਾ ਹੀ ਖਾਲੀ ਹੋ ਜੀ। ਜਾਏਗਾ। ਸਾਡੇ ਸਿਰ ਜਿਹੜਾ ਫੂਡ ਕੌਣ ਜੇ ਕਰਜ਼ਾ ਹੋ ਗਿਆ, ਜਿਹੜੀ ਪ੍ਰੋਕਿਉਰਮੈਂਟ ਦਾ ਮਤਲਬ ਇਸ ਤਰ੍ਹਾਂ ਕਰਜ਼ਾ ਹੋ ਗਿਆ। ਇਸ ਤੋਂ ਬਿਨਾਂ ਬਿਜਲੀ ਬੋਰਡ ਦਾ ਵਾਲ ਕਰਜ਼ਾਈ ਹੈ, ਉਹ ਵਿਸ਼ੇਸ਼ ਸਰਕਲ 'ਚ ਫਸਿਆ ਹੋਇਆ ਹੈ। ਬਹੁਤ ਸਾਰੀਆਂ ਹੋਰ ਕਾਰਪੋਰੇਸ਼ਨਾਂ ਨੇ, ਜਿਵੇਂ ਮਾਰਕਫੈਡ ਲਾ ਲਓ, ਮੰਡੀ ਬੋਰਡ ਲਾ ਲਓ, ਤਾਂ ਕੀ ਆਪਣਾ ਪੰਜ ਲਾ ਲਓ, ਉਹ ਕਰਜ਼ੇ ਥੱਲੇ ਦਬੀਆਂ ਹੋਈਆਂ ਨੇ। ਇਸ ਕਰਕੇ ਇਕੱਲਾ ਪਬਲਿਕ ਡੈਬਟ ਦੀ ਗੱਲ, ਪੂਰਾ ਜੇ ਓਵਰਆਲ ਕਰਜ਼ਾ ਲਾਈਏ ਤਾਂ 5 ਲੱਖ ਕਰੋੜ ਦੇ ਆਸ-ਪਾਸ ਬਣ ਜਾਂਦਾ ਹੈ। ਇਹੋ ਜਿਹੇ ਹਾਲਾਤ ਦੇ ਵਿੱਚ ਪੰਜਾਬ ਕਿਵੇਂ ਸਰਵਾਈਵ ਕਰੂਗਾ? ਤੁਸੀਂ ਸੋਚੋ ਕਿਤੇ ਤੁਸੀਂ ਇਹਨਾਂ ਨੂੰ ਇਹ ਸਵਾਲ ਕੀਤੇ ਨੇ ਕਿ 1985 ਚ ਅਸੀਂ ਜ਼ੀਰੋ ਕਰਜ਼ੇ ਤੇ ਸੀ, ਅੱਜ 5 ਲੱਖ ਕਰੋੜ ਦਾ ਕਰਜ਼ਾ। ਆਹੀ ਪਾਰਟੀਆਂ ਸੀ ਨਾ ਜਿਹੜੀਆਂ ਹੁਣ ਇਲੈਕਸ਼ਨ ਲੜਨ ਨੂੰ ਫਿਰਦੀਆਂ, ਇਹਨਾਂ ਇਲੈਕਸ਼ਨਾਂ ਦੀ ਵਾਰੀ-ਵਾਰੀ ਬਦਲ ਕੇ ਸਰਕਾਰ ਰਹੀ ਹੈ ਨਾ, ਇਹ ਕਿਉਂ ਲਿਆ ਇੰਨਾ? ਸਾਨੂੰ ਲੋਨ ਲਾਉਣ ਵਾਸਤੇ ਕਰਜ਼ਾ ਲੈਣਾ ਪੈਂਦਾ ਹੈ। ਇਸ ਕਰਕੇ ਕਿਸੇ ਨੂੰ ਸ਼ਰਮ ਸ਼ਰਮਤਾ ਹੈ ਨਹੀਂ ਪੋਲੀਟੀਕਲ ਬੰਦਿਆਂ ਨੂੰ। ਹਰ ਸਾਲ 5 ਸਾਲਾਂ 'ਚ ਇਹਨੇ ਲੱਖ ਕਰੋੜ ਦਾ ਕਰਜ਼ਾ ਇਹਨੂੰ ਚੜਾਤਾ। ਪਹਿਲਾਂ ਦੂਜਿਆਂ ਚੜਾਇਆ ਸੀ, ਜਦੋਂ ਇਹ ਆਏ ਸੀ ਇਹ ਕਹਿੰਦੇ ਸੀ ਵੀ ਉਹਨਾਂ ਨੇ ਕਰਜ਼ਾਈ ਕਰਤੀ ਸਟੇਟ, ਅਸੀਂ ਕਰਜ਼ਾ ਨਹੀਂ ਲਵਾਂਗੇ। ਹੁਣ ਇਹ ਕਰਜ਼ਾ ਲਈ ਜਾਂਦੇ ਨੇ, ਫਿਰ ਨਵੀਂ ਪਾਰਟੀ ਆਏਗੀ ਉਹ ਫਿਰ ਇਹ ਕਹੀ ਜਾਏ। ਇੱਕ ਦੂਜੇ ਤੇ ਤੌਹਮਤਬਾਜ਼ੀ ਤੋਂ ਬਿਨਾਂ ਕੁਝ ਨਹੀਂ ਬਚਦਾ। ਨਹੀਂ, ਉਹ ਸਾਡੀ ਇੱਕ ਤਾਂ ਮਤਲਬ ਪ੍ਰੋਬਲਮ ਸਾਡੀ ਇਹ ਹੈਗੀ ਕਿ ਹੁਣ ਤੱਕ ਜਿਹੜੀ ਕਿਸੇ ਨੇ ਉਪਰਾਲਾ ਨਹੀਂ ਕੀਤਾ ਸੀ ਕਿ ਅਵੇਅਰਨੈਸ ਕ੍ਰੀਏਟ ਕੀਤੀ ਜਾਵੇ। ਕਿਸਾਨ ਅੰਦੋਲਨ ਨੇ ਪਹਿਲੀ ਵਾਰੀ ਲੋਕਾਂ ਨੂੰ ਥੋੜਾ ਜਾਗ ਲਾਇਆ ਕਿ ਜਾਗੋ, ਨਹੀਂ ਤਾਂ ਪੰਜਾਬ ਦਾ ਬਿਲਕੁਲ ਸੱਤਿਆਨਾਸ਼ ਹੈ, ਬੜਾ ਜਮੀ ਗਰਕ ਹੋ ਜਾਏਗਾ। ਉਹਦੇ ਕਰਕੇ ਉਸ ਸਾਰੀਆਂ ਜਿਹੜੀ ਇਹ ਕਿਸਾਨ ਅੰਦੋਲਨ ਸੀ ਉਹਦੀ ਜਿਹੜੀਆਂ ਆਫ ਸ਼ੂਟਸ ਨੇ, ਜਿਵੇਂ ਜੂਝਦਾ ਪੰਜਾਬ ਹੈਗਾ, ਇਹ ਵੀ ਉਹਦੇ ਆਈਡੀ ਚੋਂ ਉਪਜੀ ਹੋਈ ਗੱਲ ਹੈਗੀ ਜੀ। ਉਹਦੇ ਆਈਡੀ ਚੋਂ ਜਨਮੀ ਹੋਈ ਗੱਲ ਹੈਗੀ। ਅਸੀਂ ਇਸ ਨੂੰ ਅੱਗੇ ਵਧਾਉਣੇ ਆ ਗੱਲ। ਮੈਂ ਤੁਹਾਡੇ ਕੋਲ ਆਉਣਾ, ਉਸ ਤੋਂ ਪਹਿਲਾਂ ਇੱਕ ਟਿੱਪਣੀ ਜਸ ਬਾਜਵਾ ਦੀ ਲੈ ਲਈਏ। ਜਿਹੜੀਆਂ ਸਾਰੀਆਂ ਗੱਲਾਂ ਹੋ ਰਹੀਆਂ ਕਿਸਾਨ ਅੰਦੋਲਨ ਦੇ ਵਿੱਚ ਸਿੱਧਾ ਤੌਰ ਤੇ ਤੁਸੀਂ ਵਿਚ ਰਹੇ ਹੋ, ਦੂਰੋਂ ਨਹੀਂ ਦੇਖਿਆ ਨੇੜਿਓਂ ਦੇਖਿਆ, ਹਾਲਾਂਕਿ ਪਰਚੇ ਵੀ ਹੋਏ, ਬਾਅਦ ਚ ਰੱਦ ਕਰਾਉਣ ਲਈ ਕੀ ਕਰਨਾ ਪਿਆ। ਇਹ ਸਾਰੇ ਸਿਸਟਮ ਨੂੰ ਬਦਲਣ ਦੇ ਲਈ ਜੂਝਦਾ ਪੰਜਾਬ ਵਿੱਚ ਤੁਹਾਡੀ ਜਿਹੜੀ ਪਹਿਲੀ ਸਲਾਹ ਸੀ ਉਹ ਕਿਹੜੀ ਸੀ ਕਿ ਕਿਵੇਂ ਬਚਾਇਆ ਜਾ ਸਕਦਾ ਲੋਕਾਂ ਨੂੰ? ਦੇਖੋ, ਅਸਲ 'ਚ ਜਦੋਂ ਇਹ ਜੂਝਦਾ ਪੰਜਾਬ, ਅੱਜ ਵੀ ਮੇਰੇ ਤੋਂ ਕਿਸੇ ਨੇ ਪੁੱਛਿਆ ਸੀ ਵੀ ਧਰਨਾ ਖਤਮ ਹੋਇਆ ਤੇ ਤੁਸੀਂ ਨਾਲ ਦੀ ਨਾਲ ਹੀ ਬਣਾ ਲਿਆ, ਤਾਂ ਮੈਂ ਪਹਿਲਾਂ ਤਾਂ ਇਹ ਕਹਿਣਾ ਚਾਹੂੰਗਾ ਵੀ ਇਹ ਅਸੀਂ ਬਣਾਇਆ ਨਹੀਂ। ਜਦ ਇਹ ਧਰਨੇ ਦੇ ਵਿੱਚ ਚੱਲ ਰਹੇ ਆ, ਇਹ ਸਾਰੇ ਉਹੀ ਚਿਹਰੇ ਨੇ, ਇਹਨਾਂ ਦਾ ਉਧਰ ਵੀ ਉਨਾ ਹੀ ਸਾਥ ਰਿਹਾ ਤੇ ਲੋਕ ਸਵਾਲ ਕਰਦੇ ਸੀ ਵੀ ਬਾਈ ਤੁਸੀਂ ਅੱਜ ਤੱਕ ਸਾਡੇ ਨਾਲ ਖੜੇ ਹੋ, ਬਾਈ ਉਹਨੀ ਸੀਨੀਅਰ ਨੇ, ਫਰਕ ਪੈਂਦਾ ਬਾਈ ਉਹਨੇ ਜਦੋਂ ਕੁਝ ਬੋਲਦੇ ਆ ਤਾਂ ਅੱਗੇ ਵੀ ਤੁਸੀਂ ਕਿਉਂਕਿ ਲੋਕਾਂ 'ਚ ਬਦਲਾਅ ਆ ਗਿਆ। ਜਿਵੇਂ ਗੀਤਾਂ 'ਚ ਬਦਲਾਅ ਆ ਗਿਆ ਨਾ, ਧਰਨੇ ਵਾਲੇ ਗਾਣੇ ਚੱਲੇ, ਟਰੈਕਟਰਾਂ ਦੇ ਵੱਜੇ, ਕੁਛ ਉਦਾਂ ਦੇ ਗਾਣੇ ਨਹੀਂ ਚੱਲੇ, ਉਵੇਂ ਹੁਣ ਲੋਕ ਕਹਿਣ ਲੱਗੇ ਵੀ ਯਾਰ ਹੁਣ ਅਗਲੀ ਗੱਲ ਕੀ ਕਰੀਏ। ਤਾਂ ਹੁਣ ਜਿਵੇਂ ਬਜ਼ੁਰਗਾਂ ਨਾਲ ਧਰਨੇ ਦੇ ਵਿੱਚ ਸੁਮੇਲ ਬਣਾਇਆ, ਜਿਵੇਂ ਉਹ ਲੜਾਈ ਸਾਡੇ ਬਜ਼ੁਰਗਾਂ ਨੇ ਸ਼ੁਰੂ ਕੀਤੀ ਸੀ, ਉਵੇਂ ਹੁਣ ਕਿਸੇ ਨੂੰ ਤਾਂ ਗੱਲ ਕਰਨੀ ਪਊਗੀ ਨਾ। ਜਿਵੇਂ ਆਪਾਂ ਬਾਹਰ ਜਾਣ ਦੀ ਗੱਲ ਕਰਦੇ ਸੀਗੇ ਜੀ, ਸ਼ੌਂਕ ਨਾਲ ਇੱਕ ਬੰਦਾ ਜਾਂਦਾ ਪੜ੍ਹਨ, ਉਹਦਾ ਸੁਪਨਾ ਹੈ ਕਿ ਮੈਂ ਕੈਨੇਡਾ ਪੜ੍ਹਨਾ ਹੈ, ਇੱਕ ਦੀ ਮਜਬੂਰੀ ਹੈ, ਉਹਦੇ ਸਿਰ 5-7 ਲੱਖ ਕਰਜ਼ਾ ਵੀ ਹੈਗਾ। ਹੁਣ ਉਹ ਜਿਹੜਾ ਮਜਬੂਰੀ ਵਾਲਾ ਬੰਦਾ ਹੈ, ਅਸੀਂ ਉਹਨੂੰ ਰੋਕਣਾ ਕਿ ਤੇਰੀ ਮਜਬੂਰੀ ਨਹੀਂ ਭਾਈ, ਤੂੰ ਇੱਥੇ ਵੀ ਰਹਿ ਸਕਦਾ। ਉਹ ਰੋਕਿਆ ਤਾਂ ਜਾਊਗਾ ਜਦੋਂ ਕੋਈ ਗੱਲ ਕਰਾਂਗੇ। ਹੁਣ ਵੋਟਾਂ ਆ ਜਾਣੀਆਂ ਨੇ, ਮੈਂ ਕਹਿੰਦਾ ਵੀ ਹੋਰਡਿੰਗ ਲੱਗੇ ਪਏ ਆ ਸੜਕਾਂ ਤੇ, ਆਹ ਵੀ ਮਾਫ ਉਹ ਵੀ ਮਾਫ, ਬਟ ਇਹਨਾਂ ਦਾ ਕੋਈ ਨਾ ਬਾਅਦ ਚੋਂ ਹਿਸਾਬ ਕਿਤਾਬ ਨਹੀਂ ਹੋਊਗਾ। ਜਦੋਂ ਵੋਟਾਂ ਪੈ ਕੇ ਸਰਕਾਰ ਬਣ ਗਈ, ਕੋਈ ਪੁੱਛਣ ਵਾਲਾ ਨਹੀਂ ਹੋਊਗਾ। ਸੋ ਜੂਝਦੇ ਪੰਜਾਬ 'ਚ ਅਸੀਂ ਰੌਲਾ ਪਾ ਕੇ ਦੱਸਾਂਗੇ ਲੋਕਾਂ ਨੂੰ ਵੀ ਆਹ ਆਪਣੇ ਹੱਕ ਹੈ। ਜੇ ਅਸੀਂ ਦਿੱਲੀ ਜਾ ਕੇ ਧਰਨਾ ਲਾ ਕੇ ਉੱਥੋਂ ਇਹ ਬਿੱਲ ਰੱਦ ਕਰਾ ਕੇ ਆ ਸਕਦੇ ਆ, ਫਿਰ ਇਹਨਾਂ ਦਾ ਤਾਂ ਤੀਜਾ ਐਮਐਲਏ ਪੰਜਾਬ ਕਰਦਾ ਨਾ, ਉਹਦੇ ਤੋਂ ਸਵਾਲ ਜਵਾਬ ਤਾਂ ਕਰਾਂਗੇ ਨਾ ਬਈ ਤੂੰ ਆਪਦੇ ਹਲਕੇ 'ਚ ਜਿਹੜੀ ਗੱਲਬਾਤ ਕਰ ਰਹੇ ਆ ਉਹ ਦੱਸ ਤੂੰ ਕੀ ਕੀਤਾ। ਸੋ ਸਾਰੇ ਇਹ ਜਿੰਨੇ ਸਾਡੇ ਮੋਸਟ ਆਫ ਸੀਨੀਅਰ ਪਰਸਨ ਨੇ, ਬਹੁਤ ਆਪਦੇ ਫੀਲਡ 'ਚ ਮਹਾਰਥੀ ਨੇ। ਸੋ ਇਹਨਾਂ ਦੀਆਂ ਸਲਾਹਾਂ ਹੋਣਗੀਆਂ, ਇਹਨਾਂ ਦੀਆਂ ਨੀਤੀਆਂ ਹੋਣਗੀਆਂ। ਅਸੀਂ ਜਾ ਕੇ ਸਾਡਾ ਕੰਮ ਹੈ ਲੋਕਾਂ ਨੂੰ ਦੱਸਣਾ। ਅਸੀਂ ਆਪਦੇ ਤੌਰ ਤੇ ਯੂਥ ਨੂੰ ਖਾਸ ਕਰਕੇ ਆਪਣੇ ਨਾਲ ਜੋੜਾਂਗੇ, ਪਿੰਡ ਜਾਵਾਂਗੇ ਤੇ ਦੱਸਾਂਗੇ। ਇਹ ਨੌਜਵਾਨੀ ਦਾ ਇਹ ਕੰਮ ਹੋਊਗਾ ਜੀ। ਅਮਿਤੋਜ ਜੀ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਣਾ, ਜੂਝਦਾ ਪੰਜਾਬ ਜਦੋਂ ਐਲਾਨ ਹੋਇਆ ਨਾ, ਪੋਸਟਰ ਸ਼ੇਅਰ ਹੋਇਆ ਸੋਸ਼ਲ ਮੀਡੀਆ ਤੇ, ਸਾਰਿਆਂ ਦੇ ਵਿੱਚ ਇਹ ਗੱਲ ਫੈਲ ਗਈ ਕਿ ਬੱਬੂ ਮਾਨ, ਅਮਿਤੋਜ ਮਾਨ ਜੇ ਇੱਕੋ ਚਿਹਰੇ, ਕਿਉਂਕਿ ਖਾਸ ਤੌਰ ਤੇ ਦੇਖਿਆ ਜਾਂਦਾ ਇਕੱਠੇ ਪਾਏ ਜਾਂਦੇ ਨੇ, ਕਿ ਹੁਣ ਇਹਨਾਂ ਨੇ ਸਿਆਸੀ ਪਾਰਟੀ ਦਾ ਐਲਾਨ ਕਰ ਦੇਣਾ। ਅਜੇ ਗੱਲ ਪੂਰੀ ਨਹੀਂ ਸੀ ਸੁਣੀ, ਸਿਆਸੀ ਪਾਰਟੀ ਦਾ ਐਲਾਨ ਪਹਿਲਾਂ ਕਰਤਾ ਸੋਸ਼ਲ ਮੀਡੀਆ ਤੇ। ਤਾਂ ਤੁਹਾਨੂੰ ਕਿਉਂ ਲੱਗਦਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਆ ਜਾਂਦੀਆਂ? ਪਹਿਲੇ ਸਮਝ ਦੀ ਘਾਟ ਹੈ। ਮੈਨੂੰ ਬੱਬੂ ਨੇ ਵਿਖਾਏ, ਅਪਸੈਟ ਵੀ ਹੋਇਆ ਹੈ ਨਿਊਜ਼ ਜੋ ਕਿ ਮੈਨੂੰ ਤਾਂ ਆਪਾਂ 2 ਘੰਟੇ ਸਮਝਾ ਕੇ ਆਏ ਆ। ਜਿਨ੍ਹਾਂ ਨੂੰ ਸਮਝਾ ਕੇ ਆਏ ਆ ਲੋਕ, ਉਹ ਤਾਂ ਸ਼ਾਇਦ ਸਮਝ ਵੀ ਗਏ ਹੋਣ, ਪਰ ਜਿਹੜੇ ਸੋ ਕਾਲਡ ਸਮਝਦਾਰ ਨੇ ਆਪਣੇ ਸਾਹਮਣੇ ਬੈਠੇ ਸੀ, ਉਹ ਆ ਹੈਡਲਾਈਨਸ ਬਣਾ ਰਹੇ ਨੇ। ਇਹ ਸਮਝ ਦੀ ਘਾਟ ਹੈ, ਕਿਉਂਕਿ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਕਿ ਸਿਆਸੀ ਪਾਰਟੀ, ਐਮਐਲਏ
ਮਿਨਿਸਟਰ ਇਹਨਾਂ ਤੋਂ ਬਿਨਾਂ ਵੀ ਕੋਈ ਚੀਜ਼ ਹੋ ਸਕਦੀ ਹੈ। ਇੱਕ ਤਾਂ ਇੰਨਾ ਧੋਖਾ ਤੇ ਸਵਾਰਥ ਲੋਕਾਂ 'ਚ ਵੜ ਗਿਆ, ਉਹਨਾਂ ਨੂੰ ਲੱਗਦਾ ਯਾਰ ਕੋਈ ਨਿਰਸਵਾਰਥ ਹੋ ਕੇ ਕੰਮ ਕਿਵੇਂ ਕਰ ਸਕਦਾ ਹੈ। ਇਹ ਤਾਂ 15-20 ਲੱਖ ਰੁਪਇਆ ਪ੍ਰੋਗਰਾਮ ਦਾ ਇੱਕ ਵਾਰੀ ਜਾਣ ਦਾ ਲੈਂਦਾ ਹੈ, ਮੁਫਤ ਕਿਉਂ ਆਊਗਾ? ਉਹ ਇਸ ਧਰਤੀ ਦਾ ਕੁਝ ਦੇਣਾ ਹੈ, ਇਸ ਧਰਤੀ ਨੇ ਸਾਨੂੰ ਪ੍ਰਵਾਨ ਚਾੜਿਆ, ਇੱਥੋਂ ਹੀ ਸਿੱਖਿਆ ਸਾਰਾ ਕੁਝ। ਹੁਣ ਕੁਝ ਪੇਬੈਕ ਕਰਨ ਦਾ ਮੌਕਾ ਤਾਂ ਕਿਉਂ ਨਾ ਕਰੀਏ? ਜੇ ਕੋਈ ਚੰਗਾ ਕਰਨਾ ਚਾਹੁੰਦਾ ਸ਼ੱਕੀ ਨਜ਼ਰ ਨਾਲ ਬਹੁਤ ਇਸੇ ਲਈ ਕਿ ਸਮਝ ਦੀ ਘਾਟ ਹੈ। ਇਹ ਸਮਝ ਤੁਹਾਨੂੰ ਬਹੁਪੱਖੀ ਲੈਵਲ ਤੇ ਵਧਾਉਣੀ ਪੈਣੀ ਹੈ। ਅੱਜ ਅਸੀਂ ਬੈਠੇ ਸੀ ਨਾ ਉੱਥੇ, ਮੈਨੂੰ ਸਰਬਜੀਤ ਜੀ ਹੋਰਾਂ ਨੇ ਪਹਿਲਾਂ ਕਹਿਤਾ ਸੀਗਾ ਕਿ ਤੁਸੀਂ ਬੜਾ ਕੁਝ ਲਿਖੀ ਜਾ ਰਹੇ ਆ। ਪੱਤਰਕਾਰਾਂ ਦੇ ਸਵਾਲ ਪਤਾ ਕਿਹਦੇ ਤੇ ਕੇਂਦਰਿਤ ਹੋਣਗੇ? ਤੁਸੀਂ ਪਾਰਟੀ ਬਣਾ ਰਹੇ ਹੋ, ਨਹੀਂ ਬਣਾ ਰਹੇਗੇ। ਕਿਸੇ ਨੇ ਏਜੰਡਾ ਪੜ੍ਹ ਕੇ ਵੂਮਨ ਇੰਪਾਵਰਮੈਂਟ ਦੀ ਗੱਲ ਕੀਤੀ, ਸਪੋਰਟਸ ਦੀ ਗੱਲ ਕੀਤੀ, ਆ ਜੇਲ੍ਹਾਂ ਦੇ ਵਿੱਚ ਗੈਂਗਸਟਰ ਦੇ ਵਿੱਚ ਇਕਨੋਮੀ ਦਾ ਰੈਵਨਿਊ ਕਿਵੇਂ ਵਧਾਇਆ ਜਾਊਗਾ, ਜੋ ਕਰਜ਼ਾ ਸਾਡੇ ਸਿਰ ਹੈ ਕਿੰਨਾ ਹੈ ਸਾਡੇ ਕੋਲ 95,000 ਕਰੋੜ ਤਾਂ ਹੁੰਦਾ ਹੈ, 5 ਲੱਖ ਕਰੋੜ ਦਾ ਕਰਜ਼ਾ ਹੋਇਆ ਪਿਆ। ਉਹ ਕਿੱਧਰ ਜਾਵਾਂਗੇ, ਕਰਾਂਗੇ ਕੀ? ਉੱਤੋਂ ਕਹੀ ਜਾ ਰਹੇ 1000 ਰੁਪਇਆ ਦੇ ਦਿਆਂਗੇ। ਉਹ ਕਿਹੜੀ ਗੱਲ ਦਾ 1000 ਰੁਪਇਆ ਦੇ ਦੂੰਗੇ? ਕਿੰਨਾ ਹੋਰ ਬੋਝ ਵਧਾਉਂਗੇ? ਬੇਰੁਜ਼ਗਾਰੀ ਭੱਤੇ ਬਾਰੇ ਸੋਚ ਲਓ, ਉਹਦੀਆਂ ਟਰਮ ਐਂਡ ਕੰਡੀਸ਼ਨ ਦੀ ਸੋਚ ਲਓ। ਬੱਬੂ ਮਾਨ ਜੀ, ਮੈਂ ਤੁਹਾਡੇ ਤੋਂ ਸਵਾਲ ਇਹੀ ਕਰਦਾ, ਤੁਸੀਂ ਕਿਹਾ ਕਿ ਤੁਸੀਂ ਅਪਸੈਟ ਜਿਵੇਂ ਦੱਸ ਰਹੇ ਸੀ ਹੋਏ ਕਿ ਕਿਸ ਤਰ੍ਹਾਂ ਫੈਲੀ ਲੋਕਾਂ 'ਚ ਗੱਲ ਕਿ ਸਿਆਸੀ ਪਾਰਟੀ ਦਾ ਅਸੀਂ ਉੱਥੇ ਹੀ ਬੈਠੇ ਸੀ ਤਾਂ ਜਿਹੜੇ ਨਾਲ ਦੇ ਮੇਰੇ ਸਾਡੇ ਸੱਜਣ ਸੀ ਜੀ, ਕਿਉਂਕਿ ਉਹ ਇੰਸਟਾਗ੍ਰਾਮ ਹੈ ਇਹਦੇ ਤੇ ਸਾਰ ਬੰਦਾ ਹੀ ਅੱਜਕੱਲ ਉਹ ਇੱਕੋ ਖਬਰ ਦਿਖਾ ਰਹੇ ਸੀ, ਸਿਆਸੀ ਪਾਰਟੀ ਬਣ ਗਈ, ਕੀ ਤੁਸੀਂ ਇਹਦੇ ਨਾਲ ਸਹਿਮਤ ਹੋ ਜਾਂ ਨਹੀਂ? ਤਾਂ ਮੈਂ ਇਹ ਸੋਚ ਰਿਹਾ ਸੀ ਵੀ ਜਿਹੜਾ ਅਸੀਂ 2 ਘੰਟੇ ਇੰਨਾ ਜ਼ੋਰ ਲਾਇਆ, ਪਿਛਲੇ 1-1.5-2 ਸਾਲ ਤੋਂ ਅਸੀਂ ਲੱਗੇ ਆ, ਐਡੇ ਵੱਡੇ ਲੋਕ ਅਸੀਂ ਇਕੱਠੇ ਕਰੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਲਾਤੀ, ਆਪਦੇ ਤਜਰਬੇ ਦਿੱਤੇ, ਔਰ ਦੁਨੀਆ ਮੰਨਦੀ ਆ ਉਹਨਾਂ ਦਾ ਲੋਹਾ, ਤੇ ਉਹਨਾਂ ਦਾ ਕੋਈ ਜ਼ਿਕਰ ਵੀ ਨਹੀਂ, ਨਾ ਕੋਈ ਗੱਲ ਹੈ। ਗੱਲ ਫਿਰ ਉੱਥੇ ਹੋ ਗਈ, ਤੁਸੀਂ ਸਿਆਸੀ ਪਾਰਟੀ ਨਾਲ ਸਹਿਮਤ ਹੋ ਜਾਂ ਨਹੀਂ? ਔਰ ਇਹਦੇ ਜਿਹੜੇ ਅਮਤੋਂ ਇਹਦੇ ਚਹੇਤੇ 2-3 ਪੱਤਰਕਾਰ ਆ, ਉਹਨਾਂ ਨੇ ਸਭ ਤੋਂ ਵੱਧ ਖਬਰਾਂ ਲਾਈਆਂ। ਮੈਂ ਕਿਹਾ ਮੈਨੂੰ ਨਾ ਮਿਲਣ ਲੱਗ ਰਹੀ, ਮੈਂ ਗੱਲ ਹੀ ਕਰ। ਮੇਰਾ ਇੱਕ ਸਵਾਲ ਹੈ ਸਿੱਧਾ ਜਿਹਾ, ਲੋਕਾਂ ਦੱਸੋ ਜੀ ਮੈਂ ਕੀ ਕਹਿਣਾ। ਅੱਛਾ, ਹੁਣ ਜਿਹੜਾ ਮੇਰਾ ਦੋਸਤ ਆ ਉਹ ਮੇਰੇ ਕੋਲ ਐ ਚੱਕ ਕੇ ਮੈਨੂੰ ਉਹਨੇ ਸਕਰੀਨ ਦਿਖਾਈ, ਮੈਂ ਉਹਦੇ ਕੰਨੀ ਦੇਖਿਆ ਤੇ ਮੈਂ ਹੱਸ ਪਿਆ। ਮੈਂ ਕਿਹਾ ਇਹ ਕੀ ਹੈ? ਕਹਿੰਦਾ ਭਾਈ ਖਬਰ ਲੱਗ ਗਈ, ਆਪਾਂ ਨੂੰ ਵੀ ਹੁਣ ਉਹ ਕਰਨਾ ਪਊਗਾ, ਦੱਸਣਾ ਪਊਗਾ ਸਾਰਿਆਂ ਨੂੰ ਵੀ। ਬਹੁਤ ਦੋਸਤਾਂ ਦੇ ਪਿੰਡੋਂ ਫੋਨ ਆਉਣਗੇ, ਭਾਈ ਆਹ ਕੀ ਕਰ ਲਿਆ, ਤੁਸੀਂ ਵੀ ਸਿਆਸਤ ਚੱਲੇ। ਮੈਂ ਕਿਹਾ ਤੂੰ ਇਹੀ ਖਬਰ ਕਿਉਂ ਪੜ੍ਹੀ? ਅਸਲ ਚ ਕੀ ਹੈ, ਅਸੀਂ ਸਾਰੇ ਤਮਾਸ਼ਬੀਨ ਹੋ ਗਏ, ਡਰਾਮਾ ਸਨਸਨੀ ਸਾਨੂੰ ਚਾਹੀਦਾ। ਦੇਖੋ ਉਹ ਬਈ ਬਣ ਗਈ, ਕਿਉਂਕਿ ਵੋਟਾਂ ਦਾ ਮੌਸਮ ਤੂੰ ਹਰ ਬੰਦੇ ਨੂੰ ਹਰ ਬੰਦਾ ਐਂ ਲੱਗਦਾ ਲੈ ਵੀ ਇਹ ਵੀ ਕੋ ਖੱਟਣਗੇ ਲਾ। ਤੇ ਬੱਬੂ ਮਾਨ ਹੱਥ ਜੋੜ ਕੇ ਕੱਲ ਵੀ ਅੰਮ੍ਰਿਤਸਰ ਸਾਹਿਬ ਗਏ ਸੀ, ਉੱਥੇ ਵੀ ਮੈਂ ਵਾਰ-ਵਾਰ ਇੱਕੋ ਬੇਨਤੀ ਕਰੀ ਗਿਆ ਵੀ ਮਿੱਤਰੋ ਇਹ ਤੁਹਾਨੂੰ ਕਿਉਂ ਲੱਗਦਾ ਹੈ ਵੀ ਸਿਆਸਤ ਚ ਜਾਊਗਾ ਹਰ ਬੰਦਾ ਜਾਂ ਹਰ ਬੰਦਾ ਐਮਐਲਏ ਬਣ? ਤੇ ਤੁਹਾਨੂੰ ਲੱਗਦਾ ਸਿਆਸਤ ਚ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ? ਮੈਨੂੰ ਨਹੀਂ ਆਉਣਾ ਚਾਹੀਦਾ। ਮੇਰੀ ਗੱਲ ਸੁਣੋ, ਜੇ ਮੈਂ ਵੀ ਸਿਆਸਤ ਚ ਆ ਗਿਆ ਫਿਰ ਮੈਂ ਜੱਟ ਦੀ ਜ਼ਿੰਮੇਵਾਰੀ ਕਿਵੇਂ ਗਾਊਂਗਾ? ਫਿਰ ਮੈਂ ਏਕਮ ਫਿਲਮ ਕਿਵੇਂ ਬਣਾਵਾਂਗਾ? ਤੁਹਾਨੂੰ ਲੱਗਦਾ ਸਿਆਸੀ ਬੰਦਿਆਂ ਦੀ ਜ਼ੁਬਾਨ ਬੰਦ ਹੋ ਜਾਂਦੀ? ਨਹੀਂ, ਫਿਰ ਅਸੀਂ ਹਵਾਏ ਕਿਵੇਂ ਬਣਾਵਾਂਗੇ? ਦੂਜੀ ਬਣਾਉਣੀ ਇੱਕ, ਉਹ ਕਿਵੇਂ ਬਣਾਵਾਂਗੇ? ਸਿਆਸਤ ਮੁਬਾਰਕ। ਜਸ ਬਾਜਵਾ ਜੇ ਕੱਲ ਨੂੰ ਸਿਆਸਤ ਕਰਨੇ ਕਹੇ, ਮੈਨੂੰ ਕਹੇ ਵੀ ਮੈਂ ਬੜੇ ਭਾਈ ਸਿਆਸਤ ਜਾਣਾ, ਮੈਂ ਕਹਾਂ ਜਾ, ਤੈਨੂੰ ਕਰਨੀ ਚਾਹੀਦੀ ਜੇ ਤੇਰਾ ਮਨ ਕਰਦਾ। ਮੈਨੂੰ ਲੱਗਦਾ ਮੈਂ ਸਿਆਸਤ ਕਰ ਨਹੀਂ ਸਕਦਾ, ਮੈਂ ਬਣਿਆ ਨਹੀਂ ਇਹਦੇ ਲਈ। ਤੁਸੀਂ ਸਮਝਦੇ ਹੋ ਗੱਲ ਦਾ? ਮੈਂ ਹੁਣ ਮੰਨ ਲਓ ਕਿਸਾਨ ਯੂਨੀਅਨ ਹੈ 32 ਜੀ, ਉਹਨਾਂ ਚੋਂ ਕਿੰਨੀਆਂ ਯੂਨੀਅਨ ਹੈ ਜਿਹੜੀਆਂ ਸਿਆਸਤ ਨਹੀਂ ਕਰਨੀ ਚਾਹੁੰਦੀਆਂ? ਬਹੁਤ ਨੇ, 32 ਦੇ ਵਿੱਚੋਂ ਬਹੁਤ ਨੇ ਜਿਹੜੀਆਂ ਕਹਿੰਦੀ ਸੀ ਚੋਣਾਂ ਵਾਲੇ ਪਾਸੇ ਜਾਣਾ ਹੀ। 17-18 ਕਿ ਜ਼ਰੂਰੀ ਤਾਂ ਨਹੀਂ ਵੀ ਜੇ ਜੱਸ ਨੇ ਜਾਣਾ ਵੋਟਾਂ 'ਚ ਮੈਂ ਵੀ ਜਾਵਾਂ। ਹੋ ਸਕਦਾ ਮੇਰੀ ਸੋਚ ਯੂਨੀਅਨ ਵਾਲੀ ਹੋਵੇ, ਹੋ ਸਕਦਾ ਕੱਲ ਨੂੰ ਮੈਂ ਚਾਹੁੰਦਾ ਇਹ ਜਾਣ, ਸਾਰੇ ਜਾਣ ਮੁੰਡੇ ਨਵੇਂ, ਔਰ ਮੈਂ ਬਾਗਰ ਨੂੰ ਕੀ ਰਿਹਾ ਤਾਂ ਮੈਂ ਕਿਹਾ ਤੂੰ ਖੜ ਵੋਟਾਂ ਜਾਵਾਂ, ਸਭ ਤੈਨੂੰ ਜਿਤਾਵਾਂਗੇ, ਚੰਗਾ ਮੁੰਡਾ, ਕੋਈ ਪ੍ਰੋਬਲਮ ਨਹੀਂ। ਪਰ ਕੱਲ ਨੂੰ ਜਦੋਂ ਫਿਰ ਇਹ ਉਸ ਸਿਸਟਮ 'ਚ ਕੋਈ ਗਲਤੀ ਕਰਨਗੇ ਤਾਂ ਡੱਕਣ ਵਾਲੇ ਵੀ ਤਾਂ ਚਾਹੀਦੇ ਜਾਂ ਬੋਲਣ ਵਾਲੇ ਵੀ ਤਾਂ ਚਾਹੀਦੇ। ਅੱਛਾ, ਜ਼ਰੂਰੀ ਨਹੀਂ ਮੈਂ ਕਾਫਲਾ ਡੱਕ ਲਾ, ਮੈਂ ਰੌਲਾ ਤਾਂ ਪਾ ਸਕਦਾ ਯਾਰ ਇਹ ਗਲਤ ਹੋ ਰਿਹਾ, ਇਹ ਗਲਤ ਹੋ ਰਿਹਾ। ਸੋ ਹਰ ਬੰਦਾ ਨਹੀਂ, ਜਿਹੜੇ ਆ ਸਾਡੇ ਹੁਣ ਸਿਆਸਤਦਾਨ ਹੈ ਇਹ ਸਾਰੇ ਥੋੜੀ ਮਾੜੇ, ਪਰ ਜਿਸ ਸਿਸਟਮ 'ਚ ਫਸੇ ਹੋਏ ਆ ਉੱਥੇ ਉਹਨਾਂ ਦੀ ਮਜਬੂਰੀ ਹੈ। ਅਸੀਂ ਉਹਨਾਂ ਨੂੰ ਇਹ ਜਾਗਰੂਕ ਕਰਨਾ ਹੈ ਵੀ ਤੁਸੀਂ ਹਿੱਟ ਤਾਂ ਕਰੋ ਮਾੜਾ ਸਿਸਟਮ। ਤੁਸੀਂ ਜਿਸ ਪਾਰਟੀ 'ਚ ਆ ਉੱਥੇ ਬੈਠ ਕੇ
ਇੱਕ ਆਪਸੀ ਡਿਬੇਟ ਤਾਂ ਕਰੋ ਵੀ ਯਾਰ ਆਪਾਂ ਲੋਕ ਐ ਸੋਚਦੇ ਆ ਆਪਾਂ ਲੋਕਾਂ ਕਰਕੇ ਆ ਵੀ ਆਪਾਂ ਨੇ ਲੋਕਾਂ ਲਈ ਲੜਨਾ ਏਦਾਂ, ਬਸ ਆਹੀ ਹੈ। ਇਸ ਜੂਝ ਦਾ ਪੰਜਾਬ ਦਾ ਮੰਤਵ ਇਹ ਥੋੜੀ ਹੈ ਕਿ ਸਾਨੂੰ ਕੋਈ ਜਵਾਬ ਦਵੇ ਆ ਕੇ, ਅਸੀਂ ਤੁਹਾਨੂੰ ਕਹਿ ਰਹੇ ਹਾਂ ਤੁਸੀਂ ਜਵਾਬ ਮੰਗੋ, ਅਸੀਂ ਤਾਂ ਤੁਹਾਨੂੰ ਠਾਲ ਰਹੇ ਹਾਂ, ਉੱਠੋ ਯਾਰ ਉੱਠੋ, ਆਹ ਕੰਮ ਕਰੀਏ ਆਪਾਂ। ਸਵਾਲ ਹਰ ਪਿੰਡ 'ਚ ਹਰ ਗੱਭਰੂ ਕੋਲ ਹੋਣਾ ਚਾਹੀਦਾ, ਉਹਨਾਂ ਦਾ ਜਿਹੜਾ ਨੇਤਾ ਜਿਸ ਹਲਕੇ 'ਚ ਉਹ ਵੋਟ ਪਾਉਣੀ ਹੈ ਉਸ ਉੱਥੇ 4 ਬੰਦੇ ਆ, ਚਾਰਾਂ 'ਚੋਂ ਜਿਹੜਾ ਬੈਸਟ ਲੱਗਦਾ ਚੁਣ ਲਓ। ਕੋਈ ਕਿਸੇ ਪਾਰਟੀ ਦਾ ਕੋਈ ਨਫ਼ਰਤ ਥੋੜੀ ਹੈ, ਉਹਨਾਂ ਦਾ ਕੰਮ ਉਹਨਾਂ ਨੇ ਕਰਨੀ ਹੈ ਸਿਆਸਤ। ਪਰ ਉਹ ਤੁਸੀਂ ਆਪਣੇ ਹਲਕੇ 'ਚੋਂ ਤਾਂ ਇੱਕ ਬੰਦਾ ਚੁਣ ਕੇ ਤੁਹਾਨੂੰ ਤਾਂ ਸੰਤੁਸ਼ਟੀ ਹੋਗੀ ਵੀ ਬੰਦਾ ਦਾ ਯਾਰ ਸੱਚਾ ਪੱਕਾ ਚੁਣਿਆ ਯਾਰ, ਜੋ ਮਰਜ਼ੀ ਹੋਵੇ, ਕੋਈ ਨਹੀਂ ਸਾਡੇ ਪਿੰਡ ਨੂੰ ਕੁਝ ਨਹੀਂ ਵੀ ਮਿਲੂਗਾ ਤਾਂ ਵੀ ਕੁਝ ਨਹੀਂ। ਤੇ ਜੂਝਦਾ ਪੰਜਾਬ ਦੇ ਜਿਹੜੇ ਏਜੰਡੇ ਨੇ, ਜਿਵੇਂ ਅਮਤੋਜ ਜੀ ਨੇ ਕਿਹਾ ਕਿ ਮੁੱਦਿਆਂ ਤੇ ਗੱਲ ਨਹੀਂ ਹੁੰਦੀ, ਚਾਹੇ ਪੱਤਰਕਾਰ ਭਾਈਚਾਰਾ ਹੈ ਜਾਂ ਕੋਈ ਹੋਰ ਪਾਸੇ ਲੈ ਜਾਂਦੇ। ਮੇਰਾ ਸਵਾਲ ਹੈ ਜੀ, ਇੱਕ ਸਵਾਲ ਇਹ ਹੈ ਕਿ ਮੁੱਦਿਆਂ ਤੇ ਗੱਲ ਹੋਵੇ ਕਿਵੇਂ? ਤੁਸੀਂ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਨੌਜਵਾਨੀ ਬਹੁਤ ਹੈ, ਤੁਹਾਡੇ ਪਿੱਛੇ ਬਹੁਤ ਲੜਦੇ ਵੀਰ, ਉਹੀ ਤਾਂ ਤੈਨੂੰ ਸਮਝਾ ਰਿਹਾ ਮੈਂ। ਆ ਜਿਹੜਾ ਸਾਰਾ ਇੱਕ ਆਪਾਂ ਨੇ ਇੱਕ ਕਿਸਮ ਦਾ ਸੱਤ ਕੱਢ ਲਿਆ, ਇਹ ਬੁੱਧੀਜੀਵ ਪੜ੍ਹੇ ਲਿਖਿਆਂ ਦਾ ਸਾਰੀ ਉਮਰ ਦਾ ਤਜਰਬਾ ਕਾਗਜ਼ਾਂ ਤੇ ਲਿਖ ਲਿਆ, ਪੂਰੀ ਡਿਟੇਲ ਇਹਦੀ ਥੋੜੇ ਦਿਨ ਚੱਲ ਜੂਗੀ। ਇਹ ਸਾਰੇ ਡਿਟੇਲ ਤੁਹਾਡੇ ਕੋਲ ਹੀ ਪਹੁੰਚਣੇ ਆ, ਇੱਕ ਰੋਡ ਮੈਪ ਤਿਆਰ ਹੈ। ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੇ ਇੱਕ ਸੋਚ ਦਿੱਤੀ ਤੁਹਾਨੂੰ, ਹੁਣ ਤਰੀਕਾ ਬਦਲ ਗਿਆ ਲੜਨ ਦਾ, ਕਿਉਂਕਿ ਹੁਣ ਇੱਕ ਸੋ ਕਾਲ ਡੈਮੋਕ੍ਰੈਟਿਕ ਸੈਟਅਪ ਬਣ ਗਿਆ। ਹੁਣ ਇਹਦੇ 'ਚ ਮਤਲਬ ਵੋਟ ਹੈ ਵੀ ਜਿਹੜਾ ਵੋਟਾਂ ਜਿਹਨੂੰ ਵੱਧ ਪੈ ਗਿਆ ਉਹ ਚੁਣਿਆ ਜਾਊਗਾ, ਸਿਸਟਮ ਤਾਂ ਬਣ ਗਿਆ ਨਾ। ਹੁਣ ਮੈਂ ਤਾਂ ਆਪਣੇ ਹਲਕੇ 'ਚ ਵੋਟ ਪਾ ਸਕਦਾ, ਜਿਹੜਾ ਮੈਨੂੰ ਲੱਗਦਾ ਮੇਰੇ ਹਲਕੇ ਚੰਗਾ, ਮੈਂ ਤੁਹਾਡੇ ਵਾਲੇ ਤਾਂ ਨਹੀਂ ਪਾ ਸਕਦਾ, ਉੱਥੇ ਤਾਂ ਤੁਸੀਂ ਪਾਉਣੀ ਹੈ। ਬਿਲਕੁਲ, ਫਿਰ ਤੁਹਾਨੂੰ ਜਗਾਉਣਾ ਮੇਰਾ ਫਰਜ਼ ਹੈ। ਸੋ ਇਹ ਸਾਰੀਆਂ ਚੀਜ਼ਾਂ ਤੁਹਾਡੇ ਕੋਲ ਪਹੁੰਚ ਜਾਣੀਆਂ। ਇਹ ਕੋਈ ਜੂਝ ਦਾ ਪੰਜਾਬ ਇਹ ਥੋੜੀ ਵੀ 20-10 ਬੰਦੇ ਇਹਦੇ 'ਚ ਬੈਠੇ ਸੁਪਰੀਮ ਕੁਰਸੀ ਤੇ ਗੱਲਾਂ ਕਰ ਰਿਹਾ, ਇਹਦੇ 'ਚ ਲੱਖ ਬੰਦਾ ਆ ਜਾਏ ਭਾਵੇਂ, ਇਹਦੇ ਨਾਲ ਚਾਹੋ ਕਰੋੜ ਬੰਦਾ ਜੁੜ ਜੇ, ਜਿਹੜੇ ਸਵਾਲ ਕਰਨ ਵਾਲੇ ਆ। ਅਸੀਂ ਤਾਂ ਸਵਾਲ ਕਰਨ ਲਾਉਣਾ ਤੁਹਾਨੂੰ। ਜਿਹੜੇ ਸਵਾਲਾਂ ਦੀ ਗੱਲ ਤੁਰ ਰਹੀ ਹੈ, ਅਸੀਂ ਤਾਂ ਵਾਰ-ਵਾਰ ਗੱਲ ਕਰ ਰਹੇ ਹਾਂ ਕਿ ਮੁੱਦਿਆਂ ਤੇ ਗੱਲ ਹੋਵੇ। ਜੂਝਦਾ ਪੰਜਾਬ ਇੱਕ ਉਮੀਦ ਦਿੰਦਾ ਹੈ ਕਿ ਸਾਰਿਆਂ ਨੂੰ ਜਾਗਣਾ ਬਹੁਤ ਜ਼ਰੂਰੀ ਹੈ, ਜਾਗੇ ਬਿਨਾਂ ਗੱਲ ਨਹੀਂ ਬਣਨੀ। ਤੇ ਇਸ ਸਾਂਝੀ ਸਾਥ ਦੇ ਵਿੱਚ, ਇਹਨੂੰ ਮੈਂ ਦੇਸੀ ਸਾਥ ਇਸ ਕਰਕੇ ਕਹੂੰਗਾ, ਅਗਲਾ ਜਿਹੜਾ ਇਸ ਦਾ ਪਾਰਟ ਹੈ ਉਹ ਮੈਂ ਚਾਹੁੰਦਾ ਕਿ ਇੱਕ ਕਲਚਰ ਨਾਲ ਸਿੱਧੇ ਤੌਰ ਤੇ ਜੁੜੇ, ਕਲਚਰ ਨਾਲ ਤਾਂ ਹਰ ਕੋਈ ਜੰਮਦਾ ਹੀ ਕਲਚਰ ਦੇ ਵਿੱਚ ਹੈ। ਮੈਂ ਸ਼ਰਮਾ ਜੀ ਤੁਹਾਡੇ ਮਨ ਦਾ ਸਵਾਲ ਜਿਹੜਾ ਉਹ ਕਲਾਕਾਰਾਂ ਨੂੰ ਕੀ ਹੈ, ਔਰ ਕਲਾਕਾਰ ਕੀ ਸਿੱਖਣਾ ਚਾਹੁੰਦੇ ਆ ਬੁੱਧੀਜੀਵੀਆਂ ਤੋਂ? ਆਪਸ ਦੇ ਵਿੱਚ ਤੁਹਾਡੇ ਮਨ ਦੇ ਜੋ ਸਵਾਲ ਆ ਜ਼ਰੂਰ ਕਰੋ ਇੱਕ ਦੂਜੇ ਦੇ ਨਾਲ। ਪਤਾ ਕੀ ਹੈ, ਇਹਦੇ ਏਜੰਡੇ ਦੀ ਗੱਲ ਕਰਦੇ ਆ ਆਪਾਂ, ਜ਼ਿਆਦਾ ਮੇਨ ਕੀ ਹੈ ਨਾ ਕਲਾ ਦੀ, ਤਾਂ ਬੱਬੂ ਬਾਰੇ, ਬੱਬੂ ਦੇ ਗਾਣਿਆਂ ਬਾਰੇ ਸਾਰਿਆਂ ਨੂੰ ਪਤਾ। ਹੁਣ ਇਹ ਸਭ ਤੋਂ ਵੱਡੀ ਗੱਲ ਹੈ ਜੋ ਕਲਚਰਲ ਅਸੀਂ ਏਜੰਡਾ ਲੈ ਕੇ ਆਏ ਹਾਂ ਜੀ, ਗੱਲ ਉਹਦੀ ਹੋਣੀ ਚਾਹੀਦੀ ਹੈ। ਸਾਡੇ ਇੱਥੇ ਡਿਸਟ੍ਰਿਕਟ ਵਾਈਜ਼, ਡਿਵੀਜ਼ਨ ਵਾਈਜ਼ ਕੁਛ ਨਹੀਂ ਗਾ ਕਲਾ ਦੇ ਨਾਲ ਜੋੜ ਕੇ। ਕਿਉਂ ਨਹੀਂ ਸਾਡੇ ਇੱਥੇ ਪ੍ਰਿਥਵੀ ਥੀਏਟਰ ਵਰਗੇ ਥੀਏਟਰ ਹੁੰਦੇ? ਕਿਉਂ ਨਹੀਂ ਜਹਾਂਗੀਰ ਆਰਟ ਗੈਲਰੀ ਵਰਗੀ ਆਰਟ ਗੈਲਰੀ ਹੁੰਦੀ, ਲਾਇਬ੍ਰੇਰੀ ਹੁੰਦੀ, ਜਿੱਥੇ ਸਾਡਾ ਯੂਥ, ਤੁਸੀਂ ਯੂਥ ਵਾਰ-ਵਾਰ ਕਰ ਰਹੇ ਹੋ, ਯੂਥ ਬਾਹਰ ਭੱਜ ਰਿਹਾ, ਯੂਥ ਉੱਥੇ ਜਾ ਰਿਹਾ। ਮੈਨੂੰ ਦੱਸੋ ਉਹਨਾਂ ਲਈ ਹੈ ਕੀ ਇੱਥੇ? ਜਿਹੜੇ ਸਪੋਰਟਸ ਹੈੱਡਕੁਆਟਰ ਸੀ ਉਹ ਵੀ ਖਤਮ ਹੋ ਗਏ, ਪਿੰਡਾਂ 'ਚੋਂ ਖੇਡਾਂ ਖਤਮ ਹੋ ਗਈਆਂ, ਮੋਬਾਈਲ ਲੈ ਕੇ ਬੈਠੇ ਰਹਿੰਦੇ ਨੇ, ਨਾ ਕੋਈ ਕਲਚਰਲ ਚੀਜ਼ ਹੈ। ਕਿੱਥੇ ਉਹ ਜੇ ਪਲੇ ਕਰਨਾ ਚਾਹਣ ਤਾਂ ਕਿੱਥੇ ਜਾਣ, ਪੜ੍ਹਨਾ ਚਾਹਣ ਤਾਂ ਕਿੱਥੇ ਜਾਣ। ਇਹ ਸਾਰੀਆਂ ਚੀਜ਼ਾਂ ਦੁਬਾਰਾ ਸ਼ੁਰੂ ਹੋਣੀਆਂ ਚਾਹੀਦੀਆਂ। ਸਾਡੇ ਤਾਂ ਇਲੈਕਸ਼ਨ ਵੀ ਬੰਦ ਹੋ ਗਏ, ਯੂਥ ਫੈਸਟੀਵਲ ਕਾਲਜ ਯੂਨੀਵਰਸਿਟੀਆਂ 'ਚੋਂ ਬੰਦ ਹੋ ਗਏ। ਇਹ ਚੀਜ਼ਾਂ ਸਮਾਜ ਨੂੰ ਉਸਾਰਦੀਆਂ ਨੇ, ਇਹਦੇ ਨਾਲ ਇੱਕ ਪਰਫੈਕਟ ਕਿਸਮ ਦਾ ਬੰਦਾ ਬਣਦਾ ਹੈ। ਪਰ ਬੰਦ ਕਰਨ ਵਾਲੇ ਕਹਿੰਦੇ ਵਿਗਾੜਦੀਆਂ ਨੇ। ਨਹੀਂ ਜੀ, ਕੌਣ ਆਂਦਾ? ਕਿਹੜਾ ਬੇਵਕੂਫੀ ਸਿਆਸੀ ਪਾਰਟੀਆਂ ਨੇ ਜਿਹੜੀਆਂ ਇਲੈਕਸ਼ਨ ਬੰਦ ਕੀਤੇ ਗਏ ਕਿ ਮਾਹੌਲ ਖਰਾਬ ਹੁੰਦਾ ਯੂਨੀਵਰਸਿਟੀ ਦਾ। ਇੱਥੇ ਆ ਗਾਣੇ ਗਾਏ ਗਏ, ਇਹਨਾਂ ਨੇ ਤਾਂ ਬੜਾ ਉਤਸ਼ਾਹਿਤ ਕਰਕੇ ਜਿਤਾਤਾ। ਇਹ ਗਾਣੇ ਕੌਣ ਸੀਗੇ? ਇਹ ਗਾਣੇ ਹੀ ਸੀ। ਇਹ ਲਿਟਰੇਚਰ ਕਿੱਥੋਂ ਨਿਕਲਿਆ? ਲਿਟਰੇਚਰ ਕੀ ਹੈ, ਗਾਣੇ ਕੀ ਹੈ? ਇਹਦਾ ਭਰਾਵਾ ਅੰਦੋਲਨਾਂ ਨੂੰ ਵੱਡਾ ਨਹੀਂ ਯਾਦਗਾਰੀ ਬਣਾ ਦਿੰਦੇ ਨੇ। ਆਹੀ ਸਮਝ ਦਾ ਫਰਕ ਹੈ। ਅਸੀਂ ਕਦੇ ਕਦੇ ਸਮਝ ਲੈਂਦੇ ਹਾਂ, ਬਸ ਮੈਂ ਤੁਹਾਨੂੰ ਦੱਸਦਾ, ਕਦੇ ਕਦੇ ਸਮਝ ਲੈਂਦੇ ਹਾਂ ਕਿ ਇਹ ਚੀਜ਼ਾਂ ਨਾਲ ਤਾਂ ਹੁੰਦਾ ਕੁਛ ਨਹੀਂ। ਅੱਜ ਅਸੀਂ ਉਹ ਭੁਗਤ ਰਹੇ ਹਾਂ। ਅੱਜ ਪੰਜਾਬ ਦਾ ਜੋ ਗੈਂਗਸਟਰ ਜਾਂ ਫਲਾਨਾ ਜਾਂ ਇਹ ਸਾਰਾ ਕੁਝ ਕਿੱਥੋਂ ਆਇਆ? ਜਦੋਂ ਅਸੀਂ ਇਹ ਸਾਰੀਆਂ ਚੀਜ਼ਾਂ ਤੇ ਢੱਕਣ ਰੱਖਤਾ ਹੈ। ਜੇ ਸਾਡੇ ਇੱਥੇ ਪਲੇਜ਼ ਹੁੰਦੇ, ਸਾਡੇ ਜੇ ਇੱਥੇ ਚਿੱਤਰਕਾਰੀ ਦੀਆਂ ਨੁਮਾਇਸ਼ਾਂ ਹੁੰਦੀਆਂ, ਡਿਬੇਟਸ ਹੁੰਦੀਆਂ, ਤਾਂ ਇਹ ਦਿਨ ਵੇਖਣੇ ਨਾ ਪੈਂਦੇ। ਸਮਾਜ ਕਦੇ ਵੀ ਰਾਜਨੀਤੀ ਨਾਲ ਨਹੀਂ ਚੱਲਦਾ, ਉਹ ਸਮਾਜ ਨੂੰ ਉਸਾਰਿਆ ਜਾਂਦਾ ਹੈ। ਉਹਦੇ 'ਚ ਤੁਹਾਡੇ ਮਾਂ-ਬਾਪ ਤੇ ਆਹ ਚੀਜ਼ਾਂ, ਇਹ ਵੰਨਗੀਆਂ ਤੁਹਾਡੀ ਓਵਰਆਲ ਡਿਵੈਲਪਮੈਂਟ ਕਰਦੀਆਂ ਨੇ। ਓਵਰਆਲ ਡਿਵੈਲਪਮੈਂਟ ਤੁਸੀਂ ਮੈਨੂੰ ਦੱਸੋ ਕਿਵੇਂ ਹੋਊਗੀ ਜਦੋਂ ਤੁਸੀਂ ਬੁੱਕ ਹੀ ਨਹੀਂ ਪੜ੍ਹੀ? ਕੋਈ ਕਿੱਥੋਂ ਤੁਹਾਡੀ ਡਿਵੈਲਪਮੈਂਟ ਹੋਈ? ਤੋਂ ਪਲੇ ਹੀ ਨਹੀਂ ਕੀਤਾ ਕੋਈ, ਕਿਸੇ ਰਾਈਟਰ ਦਾ ਨਹੀਂ ਪਤਾ, ਕਿਸੇ ਪੇਂਟਿੰਗ ਦਾ ਨਹੀਂ ਪਤਾ, ਕੋਈ ਸੂਖਮਤਾ ਅੰਦਰ ਹੀ ਹੈ ਨਹੀਂ, ਕੋਈ ਸੁਰ ਦੀ ਸਮਝ ਹੀ ਹੈ ਨਹੀਂ। ਫਿਰ ਇਹੋ ਜਿਹੇ ਗਾਣੇ ਚੱਲਣਗੇ, ਇਹੋ ਜਿਹੇ ਸਿੰਗਰ ਚੱਲਣਗੇ ਜੋ ਅਸੀਂ ਸੁਣ ਲੈਂਦੇ ਹਾਂ, ਫਿਰ ਅਸੀਂ ਕਹਿੰਦੇ ਹਾਂ ਬੰਦੂਕਾਂ ਹੀ ਚੱਲ ਰਹੀਆਂ।
ਜਦੋਂ ਉਹਨਾਂ ਵਿਚਾਰਿਆਂ ਨੂੰ ਬੰਦੂਕਾਂ ਤੋਂ ਸਿਵਾ ਕੋਈ ਗੱਲ ਹੀ ਨਹੀਂ ਸਮਝਾਈ ਜਾ ਰਹੀ, ਸੁਣਾਈ ਜਾ ਰਹੀ, ਗਲਤੀ ਉਹਨਾਂ ਦੀ ਨਹੀਂ, ਗਲਤੀ ਉਹਨਾਂ ਦੀ ਹੈ ਜਿਹੜੇ ਪਰੋਸ ਕੇ ਦੇ ਰਹੇ ਆ, ਜਿਨ੍ਹਾਂ ਨੇ ਐਟਮੋਸਫੀਅਰ ਕ੍ਰੀਏਟ ਕਰਤਾ। ਔਰ ਇੱਕ ਯਾਦ ਰੱਖਿਓ ਜੀ, ਸਰਕਾਰ ਕੁਝ ਗਲਤ ਨਹੀਂ ਕਰਦੀ, ਸਰਕਾਰ ਐਟਮੋਸਫੀਅਰ ਕ੍ਰੀਏਟ ਕਰਦੀ ਹੈ, ਬਾਕੀ ਸਾਰਾ ਕੁਝ ਲੋਕ ਆਪ ਹੀ ਕਰ ਦਿੰਦੇ ਨੇ। ਸੋ ਅਸੀਂ ਕਹਿ ਰਹੇ ਹਾਂ ਕਿ ਚੰਗਾ ਐਟਮੋਸਫੀਅਰ ਕ੍ਰੀਏਟ ਕਰੋ, ਉਹ ਇਹਨਾਂ ਚੀਜ਼ਾਂ ਨਾਲ ਹੋਊਗਾ। ਜਿਵੇਂ ਕੋਈ ਦਿੰਦੇ ਨਾ ਜੀ ਐਂ ਦੱਸੋ ਸਹੀ ਕਿਵੇਂ ਹੋਊਗਾ, ਇਹ ਸਾਰੀਆਂ ਚੀਜ਼ਾਂ ਜਦੋਂ ਉਸਾਰੀਆਂ ਜਾਣਗੀਆਂ, ਲੋਕ ਉਹਦੇ 'ਚ ਸ਼ਾਮਲ ਹੋਣਗੇ, ਫਿਰ ਉਹਦੇ 'ਚੋਂ ਇੱਕ ਚੰਗਾ ਇਨਸਾਨ ਬਣਦਾ ਹੈ, ਫਿਰ ਉਸ ਇਨਸਾਨ ਨਾਲ ਚੰਗਾ ਸਮਾਜ ਤੇ ਸਟੇਟ ਤੇ ਦੇਸ਼ ਬਣਦਾ ਹੈ। ਇਸ ਏਜੰਡੇ ਦੇ ਵਿੱਚ ਵੀ ਅਸੀਂ ਕੱਲੀ ਰੈਵਨਿਊ ਜਨਰੇਸ਼ਨ ਦੀ ਗੱਲ ਨਹੀਂ ਕਰ ਰਹੇ, ਇੱਕ ਚੰਗਾ ਇਨਸਾਨ ਕਿਵੇਂ ਬਣੇ, ਚੰਗਾ ਸਮਾਜ ਕਿਵੇਂ ਉਸਾਰਿਆ ਜਾਵੇ, ਫਿਰ ਸਾਡਾ ਪੰਜਾਬ ਮਾਡਲ ਹੈ ਜਿਹੜਾ ਜਾਂ ਦੇਸ਼ ਹੈ, ਫਿਰ ਉਹ ਸਹੀ ਮਾਨਿਆਂ 'ਚ ਮਹਾਨ ਹੋਊਗਾ। ਟਰੱਕ ਪਿੱਛੇ ਲਿਖ ਕੇ ਮਹਾਨ ਨਹੀਂ ਹੋਊਗਾ, ਇਹ ਇਹਨਾਂ ਗੱਲਾਂ ਨਾਲ ਮਹਾਨ ਹੋਊਗਾ। ਬੜਾ ਕੁਝ ਹੁੰਦਾ ਸੀ ਤੇ ਸਰਾਭਾ ਭਗਤ ਸਿੰਘ ਤੇ ਅੱਜ ਕਿੱਥੇ ਚਲੇ ਗਏ, ਕਿੱਥੇ ਪਹੁੰਚ ਗਏ ਅਸੀਂ? ਦਿਸ ਇਜ਼ ਦੀ ਪ੍ਰੋਬਲਮ ਜੀ। ਕਿਹੜਾ ਤੁਸੀਂ ਯੂਨੀਵਰਸਿਟੀਆਂ ਬਾਰੇ ਗੱਲ ਕਰ ਰਹੇ ਸੀਗੇ ਜੀ, ਦੇਖੋ ਪੋਲੀਟੀਕਲ ਬੰਦਿਆਂ ਨੇ ਇੱਕ ਨਵਾਂ ਢੰਗ ਲੱਭ ਲਿਆ ਹੈ ਕਿ ਆਪਦੇ ਜਵਾਕਾਂ ਨੂੰ ਹੀ ਪ੍ਰਮੋਟ ਕਰਨਾ ਹੈ। ਜੀ ਯੂਨੀਵਰਸਿਟੀਆਂ 'ਚ ਬੱਚੇ ਆਉਣਗੇ, ਉੱਥੇ ਇਲੈਕਸ਼ਨਾਂ ਹੋਣਗੀਆਂ ਤਾਂ ਨਵੇਂ ਲੀਡਰ ਪੈਦਾ ਹੋਣਗੇ, ਨਵੇਂ ਬੱਚੇ ਪੈਦਾ ਹੋਣਗੇ ਜੀ, ਉਹ ਕੰਪੀਟ ਕਰਨਗੇ ਇਹਨਾਂ ਦੇ ਬੱਚਿਆਂ ਨਾਲ, ਇਹਨਾਂ ਨੂੰ ਫਿਰ ਬਹੁਤ ਵੱਡਾ ਖਤਰਾ ਹੋ ਜਾਏਗਾ। ਇਸ ਕਰਕੇ ਉਹ ਚਾਹੁੰਦੇ ਨੇ ਕਿ ਲੀਡਰਸ਼ਿਪ ਵੈਕਿਊਮ ਬਣਿਆ ਰਹੇ, ਨਵੇਂ ਬੱਚੇ ਨਾ ਪੈਦਾ ਹੋਣ, ਨਵੇਂ ਲੀਡਰ ਨਾ ਪੈਦਾ ਹੋਣ। ਜੇ ਸਟੂਡੈਂਟ ਲੀਡਰ ਨਵੇਂ ਆਉਣਗੇ, ਕਿਸੇ ਵੇਲੇ ਪ੍ਰਿਤੀਪਾਲ ਰੰਧਾਵਾ ਹੁੰਦਾ ਸੀ ਪੰਜਾਬ ਵਿੱਚ ਜਾਂ ਹੋਰ ਬੜੇ ਬੜੇ ਲੀਡਰ ਹੋਏ ਨੇ, ਤਾਂ ਉਹਨਾਂ ਦੀ ਇੱਕ ਆਪਣਾ ਰੁਤਬਾ ਸੀ, ਉਹਨਾਂ ਦੀ ਇੱਕ ਆਪਣਾ ਮਤਲਬ ਉਹਨਾਂ ਦਾ ਇੱਕ ਸਮਾਜ ਵਿੱਚ ਸਥਾਨ ਸੀਗਾ। ਇਹ ਲੋਕ ਨਹੀਂ ਚਾਹੁੰਦੇ ਵੀ ਸਾਡੇ ਬੱਚਿਆਂ ਤੋਂ ਕੋਈ ਉਹਨਾਂ ਦੇ ਕੰਪੀਟੀਸ਼ਨ 'ਚ ਕੋਈ ਨਵਾਂ ਬੱਚਾ ਆਵੇ, ਨਵਾਂ ਬੱਚਾ ਕੋਈ ਡਿਵੈਲਪ ਹੋਵੇ ਪੋਲੀਟੀਕਲੀ। ਇੱਕ ਤਾਂ ਇਹਨਾਂ ਦੀ ਇਹ ਬੇਈਮਾਨੀ ਹੈਗੀ। ਬਾਕੀ ਦੂਸਰੇ ਜਿਹੜੇ ਪੋਲੀਟੀਕਲ ਬੰਦੇ ਇੰਨੇ ਚੁਸਤ ਹੋ ਗਏ ਨੇ ਹੁਣ, ਉਹਨਾਂ ਨੂੰ ਇਹ ਗੱਲ ਦੀ ਸਮਝ ਆ ਗਈ ਹੈ ਕਿ ਜੇਬ 'ਚੋਂ ਵੋਟ ਖਰੀਦਣ ਦੀ ਬਜਾਏ ਖਜ਼ਾਨੇ ਰਾਹੀਂ ਖਰੀਦੋ ਵੋਟ ਨਾ। ਜਿਹੜੇ ਹੁਣ ਲਾਲਚ ਦੇ ਰਹੇ ਨੇ ਵੀ ਫ੍ਰੀ ਪਾਵਰ ਹੋਏਗੀ, ਆਪ 1000 ਰੁਪਇਆ ਦੇਵਾਂਗੇ, ਇਹ ਆਪਣੇ ਘਰੋਂ ਦਾ ਦੇਣਾ ਨਹੀਂ ਇਹਨਾਂ ਨੇ, ਇਹ ਖਜ਼ਾਨੇ 'ਚ ਹੀ ਦੇਣਾ। ਹੁਣ ਇਹ ਖਜ਼ਾਨੇ ਰਾਹੀਂ ਵੋਟਾਂ ਖਰੀਦਦੇ ਨੇ, ਹੈ ਨਾ। ਇੱਕ ਨਵੀਂ ਪ੍ਰਥਾ ਸ਼ੁਰੂ ਹੋ ਗਈ ਭਾਰਤ ਵਿੱਚ, ਆਪਣੇ ਇੰਡੀਆ ਵਿੱਚ। ਸੋ ਇਸ ਕਰਕੇ ਇਹ ਪੋਲੀਟੀਕਲ ਬੰਦੇ ਇਸ ਨਾਲ ਗੱਲਾਂ ਵਿੱਚ ਬਹੁਤ ਮਾਹਰ ਨੇ, ਬਹੁਤ ਐਕਸਪਰਟ ਨੇ। ਬੰਦੇ ਭੋਲੇ ਨਹੀਂ ਹੈਗੇ। ਜੇ ਆਪਾਂ ਸੋਚੀਏ ਨਾ ਵੀ ਭੋਲੇ ਭਾਲੇ ਲੋਕ ਨੇ, ਇਹ ਬਹੁਤ ਜ਼ਿਆਦਾ ਚੁਸਤ ਲੋਕ ਨੇ। ਇਹ ਲੋਕਾਂ ਨੂੰ ਡਾਹ ਹੀ ਦਿੰਦੇ। ਹਰੇਕ ਪਿੰਡ ਨੇ ਪਾੜਿਆ ਹੋਇਆ, ਕਿਤੇ 3 ਧੜੇ ਕੀਤੇ ਹੋਏ ਨੇ, ਕਿਤੇ 2 ਧੜੇ ਕੀਤੇ ਹੋਏ ਨੇ, ਕਦੇ ਉਹ ਸਰਪੰਚ ਬਣਾਤਾ, ਦੂਜੇ ਨੂੰ ਹਟਾਤਾ, ਕਦੇ ਦੂਜੇ ਨੂੰ ਬਣਾਤਾ। ਇਸ ਤਰ੍ਹਾਂ ਕਰਕੇ ਮਤਲਬ ਇਹ ਪਿੰਡਾਂ 'ਚ ਫੁੱਟ ਪਾ ਕੇ ਉੱਥੇ ਆਪਣੀ ਧੜੇਬੰਦੀ ਕਾਇਮ ਕਰਕੇ ਆਪਣੀਆਂ ਰੋਟੀਆਂ ਪੋਲੀਟੀਕਲ ਰੋਟੀਆਂ ਸੇਕਦੇ। ਸੋ ਇਹ ਬੰਦੇ ਬਹੁਤ ਚੁਸਤ ਨੇ। ਇਹਨਾਂ ਨੂੰ ਜੇ ਮਾਤ ਪਾਉਣਾ ਕੱਲ੍ਹ ਨੂੰ, ਤਾਂ ਜਿਹੜਾ ਜੂਹੀ ਦਾ ਪੰਜਾਬ ਵਰਗੀ ਜਥੇਬੰਦੀ ਪਾ ਸਕਦੀ ਹੈ, ਲੋਕਾਂ ਨੂੰ ਜਾਗਰੂਕ ਕਰ ਸਕਦੀ ਹੈ ਕਿ ਤੁਸੀਂ ਸਮਝੋ ਇਹ ਲੋਕ ਤੁਹਾਨੂੰ ਲੜਾਈਆਂ ਕਰਾ ਰਹੇ ਨੇ, ਤੁਹਾਡੇ ਦੇ ਕੇਸ ਬਣਵਾਉਂਦੇ ਨੇ, ਮੁਕੱਦਮੇ ਕਰਦੇ ਨੇ। ਇਸ ਗੱਲਾਂ ਤੋਂ ਜੇ ਬਚਣਾ ਹੈ ਤੁਸੀਂ, ਤਾਂ ਇੱਕ ਵਧੀਆ ਤਰੀਕਾ ਹੈ ਕਿ ਤੁਸੀਂ ਆਪਣੀ ਸਮਝ ਵਧਾਓ, ਇਹਨਾਂ ਲੋਕਾਂ ਨੂੰ ਸਵਾਲ ਪੁੱਛੋ, ਇਹਨਾਂ ਨੂੰ ਇਹ ਮੁੱਦਿਆਂ ਤੇ ਆਉਣ ਹੀ ਦਿੰਦੇ ਸਾਨੂੰ। ਇਹ ਲੜਾਈਆਂ ਤੋਂ ਪਵਾਉਣ ਦੇ ਪਿੰਡਾਂ 'ਚ ਮੁੱਦਿਆਂ ਤੇ ਆਉਣ ਹੀ ਦੇਣਗੇ। ਜੇ ਤੁਸੀਂ ਇਹਨਾਂ ਨੂੰ ਲੋਨ ਬਾਰੇ ਪੁੱਛੋਗੇ ਵੀ ਇੰਨਾ ਕਰਜ਼ਾ ਪੰਜਾਬ ਸਿਰ ਚੜਿਆ, ਫਿਰ ਕੀ ਜਵਾਬ ਦੇਣਗੇ? ਇਹਨਾਂ ਕੋਲ ਕੋਈ ਜਵਾਬ ਨਹੀਂ। ਜਿਵੇਂ ਨਾ ਐਜੂਕੇਸ਼ਨ ਹੈ, ਜਿਵੇਂ ਇਹਨਾਂ ਨੇ ਗੱਲ ਕੀਤੀ ਪਿੰਡਾਂ 'ਚ, ਹੁਣ ਅਸੀਂ ਇੱਕ ਗੱਲ ਲਿਖੀ ਹੈ ਉਹਦੇ ਵਿੱਚ, ਸਪੈਸ਼ਲੀ ਬੱਬੂ ਨੇ ਵੀ ਇਹ ਗੱਲ ਕਹੀ ਸੀ ਕਿ ਹੁਣ ਜਿਵੇਂ ਸਾਡੇ ਪਿੰਡਾਂ 'ਚ ਟੈਲੈਂਟ ਹੈ, ਹਰ ਇੱਕ ਬੰਦਾ ਟਰੈਕਟਰ ਸਹੀ ਕਰ ਲੈਂਦਾ ਹੈ, ਇੰਜਨ ਸਹੀ ਕਰ ਲੈਂਦਾ ਹੈ, ਕੀ ਉਹ ਇੰਜੀਨੀਅਰ ਨਹੀਂ ਬਣ ਸਕਦਾ? ਬਿਲਕੁਲ। ਨਾਨ ਮੈਡੀਕਲ ਨਹੀਂ ਕਰ ਸਕਦਾ? ਕਰ ਸਕਦਾ ਹੈ। ਉੱਥੇ ਸਾਨੂੰ ਲੈਂਗੁਏਜ ਦੀ ਮਾਰ ਪੈ ਜਾਂਦੀ ਹੈ। ਹੁਣ ਮੈਨੂੰ ਦੱਸੋ, ਟੈਕਨੀਕਲ ਸਕਿੱਲ ਦਾ ਲੈਂਗੁਏਜ ਨਾਲ ਕੀ ਲੈਣਾ ਦੇਣਾ? ਲੈਂਗੁਏਜ ਇੱਕ ਅਲੱਗ ਚੀਜ਼ ਹੈ। ਕਿ ਚਾਈਨਾ ਜਾਂ ਫਰਾਂਸ ਦੇ ਜਾਂ ਰਸ਼ੀਆ ਦੇ ਵਿੱਚ ਡਾਕਟਰ ਨਹੀਂ, ਇੰਜੀਨੀਅਰ ਨਹੀਂ, ਤਾਂ ਅਸੀਂ ਪੰਜਾਬੀ 'ਚ ਨਹੀਂ ਉਹਨਾਂ ਨੂੰ ਇਹ ਪੜ੍ਹਾ ਸਕਦੇ। ਗੁਆਂਢ 'ਚ ਸਭ ਤੋਂ ਵੱਡੀ ਉਦਾਹਰਨ ਜਾਪਾਨ ਹੈ। ਜਾਪਾਨ ਆਪਣੀ ਮਾਂ ਬੋਲੀ 'ਚ ਕਰਦਾ, ਅਸੀਂ ਆਪਦੀ ਮਾਂ ਬੋਲੀ 'ਚ ਉਹ ਜਿਹੜੇ ਪਿੰਡਾਂ ਦੇ ਨੌਜਵਾਨ ਘਰ ਇੰਜੀਨੀਅਰ ਬੈਠਾ ਹੈ, ਉਹ ਲੈਂਗੁਏਜ ਦਾ ਬਾਰ ਅਗਰ ਹਟਾ ਦਈਏ ਤਾਂ ਉਹ ਕਿਉਂ ਨਹੀਂ ਇੰਜੀਨੀਅਰ ਬਣ ਸਕਦਾ? ਕਦੇ ਇਹਦੇ ਬਾਰੇ ਸੋਚਿਆ ਇਹਨਾਂ ਨੇ? ਕਿਉਂ ਨਹੀਂ ਸੋਚਿਆ? ਕਿਉਂਕਿ ਸੋਚਣ ਦਾ ਤਾਂ ਟਾਈਮ ਹੀ ਨਹੀਂ। ਇਹ ਐਜੂਕੇਸ਼ਨ ਡਿਪਾਰਟਮੈਂਟ ਨੂੰ ਤਾਂ ਇਹ ਮਲਾਈਦਾਰ ਮਹਿਕਮਾ ਹੀ ਨਹੀਂ ਸਮਝਦੇਗੇ। ਕਿੰਨੀ ਬੇਸ਼ਰਮੀ ਆ ਗਈ ਹੈ। ਸ਼ਰਮ ਕਿਹਾ ਜਾਂਦਾ ਹੈ। ਮੈਂ ਸਾਬਕਾ ਮੁੱਖ ਮੰਤਰੀ ਬੋਲ ਰਹੇ ਸੀ, ਮੈਂ ਆਹ ਬੰਦੇ ਜਿਹੜੇ ਮੇਰੇ ਖਿਲਾਫ ਬੋਲ ਰਹੇ ਨੇ, ਮੈਂ ਤਾਂ ਇਹਨਾਂ ਨੂੰ ਮਲਾਈਦਾਰ ਮਹਿਕਮੇ ਦਿੱਤੇ ਸੀ। ਮਾਈ ਗॉड, ਮਲਾਈਦਾਰ ਦਵਿੰਦਰ ਜੀ, ਤੁਸੀਂ ਤਾਂ ਸੈਂਟਰ ਵਾਲੇ ਤੇ ਮਲਾਈਦਾਰ ਕੀ ਮੰਨਿਆ ਜਾਂਦਾ? ਮਤਲਬ ਪੈਸੇ ਖਾਣੇ,
ਇੰਨੀ ਸ਼ਰਮ ਯਾਰ ਆ ਗਈ ਆ, ਗੱਲਾਂ ਐ ਹੋਣਗੀਆਂ। ਇਹ ਸਾਡੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ। ਅਸੀਂ ਸਾਰਿਆਂ ਦਾ ਇੱਕੋ ਹੀ ਕੋਸ਼ਿਸ਼ ਹੈ ਕਿ ਬੱਬੂ ਨੇ ਪਹਿਲਾਂ ਗੱਲ ਕਹੀ ਸੀ ਨਾ ਕਿ ਪਾਰਟੀ MLA ਸਾਰਾ ਕੁਝ ਹੈ। ਸਾਡੀ ਪ੍ਰੋਬਲਮ ਹੋ ਗਈ ਹੈ ਜਿਸ ਦਿਨ ਅਸੀਂ ਰੀਅਲ ਡੈਮੋਕ੍ਰੇਸੀ ਪਤਾ ਕਿੱਦਣ ਹੋਊਗੀ, ਜਿੱਦਣ ਅਸੀਂ MLA ਮਿਨਿਸਟਰ ਚੀਫ ਮਿਨਿਸਟਰ ਬਣਨੋਂ ਨਾ ਕਰਨ ਲੱਗ ਗਏ, ਉਸ ਦਿਨ ਡੈਮੋਕ੍ਰੇਸੀ ਸਹੀ ਜਗ੍ਹਾ ਹੋਊਗੀ। ਅੱਜ ਅਸੀਂ ਤਾਂ ਕਰਤੀ, ਹੁਣ ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਕਿ ਭਾਈ ਸਾਹਿਬ ਬੰਦੇ ਨਹੀਂ ਬਦਲਨੇ, ਮੁੱਦੇ ਬਦਲਨੇ ਹੈ, ਏਜੰਡੇ ਬਦਲਨੇ ਹੈ, ਉਹਦੇ ਨਾਲ ਪੰਜਾਬ ਬਦਲੂਗਾ। ਇਹਦੇ ਨਾਲ ਨਹੀਂ ਕਹੀ ਦੀ ਥਾਂ ਤੇ ਦੂਜਾ ਪਾ ਦਿਓ, ਪੱਗਾਂ ਬਦਲ ਜਾਣਗੀਆਂ, ਗੱਲ ਉੱਥੇ। ਤੁਹਾਡੀ ਐਜੂਕੇਸ਼ਨ ਵੀ ਨਹੀਂ ਸੁਧਰਨੀ, ਤੁਹਾਡੀ ਹੈਲਥ ਵੀ ਨਹੀਂ ਬੈਟਰ ਹੋਣੀ। ਅੱਜ ਪੰਜਾਬ ਦੇ ਵਿੱਚ ਕਰ ਕੀ ਰਹੇ ਯਾਰ, ਅਸੀਂ ਪਿੰਡਾਂ ਦਾ ਸਤਿਆਨਾਸ਼ ਕਰਤਾ ਹੈ। ਕਿੰਨਾ ਟੈਲੈਂਟ ਹੈ ਲੋਕਾਂ ਕੋਲ ਹੋਣੀ ਚਾਹੀਦੀ, ਗੱਲ ਸਮਝ ਗਏ। ਪਰ ਲੋਕਤੰਤਰ ਚ ਕਹਿੰਦੇ ਲੋਕ ਵੱਡੇ ਆ, ਲੋਕ ਦਿਖਦੇ ਨਹੀਂ ਕਿਤੇ। ਫਿਰ ਉਹੀ ਤਾਂ ਕਹਿੰਦੇ ਆ ਨਾ, ਆਪਣਾ ਕੰਮ ਦਾ ਜਵਾਬ ਨਾ। ਹੁਣ ਇਹ ਕੋਈ ਜਿਹੜੀਆਂ ਆਪਾਂ ਗੱਲਾਂ ਕਹਿ ਰਹੇ ਆ, ਇਹ ਕਿਸੇ ਇੱਕ ਪਾਰਟੀ ਲਈ ਥੋੜੀ, ਨਾ ਕਿਸੇ ਇੱਕ ਧਿਰ ਲਈ। ਉਹਨਾਂ ਦਾ ਸਭ ਦਾ ਆਪਣਾ ਨਜ਼ਰੀਆ ਹੈ। ਆਪਾਂ ਕਹਿੰਦੇ ਕਿ ਤੁਸੀਂ ਦੇਖੋ ਪਹਿਲ ਕਿਵੇਂ ਹੋਊਗੀ। ਸਿਆਸੀ ਪਾਰਟੀਆਂ 4 ਹੋ ਸਕਦੀਆਂ, 5 ਹੋ ਸਕਦੀਆਂ। ਮੇਰਾ ਖਿਆਲ ਹੁਣ ਇਸ ਵਾਰੀ ਪੰਜਾਬ 'ਚ 6-7 ਹੋ ਜਾਣਗੀਆਂ। ਧੜੇ ਵੱਧ ਗਏ ਪਹਿਲਾਂ ਨਾਲੋਂ। ਦੇਖੋ ਜਿਹੜੀ ਸਫਾਈ ਹੋਣੀ ਇੱਕ ਦਿਨ ਨਹੀਂ ਹੋਣੀ। ਇਹ ਜਿਹੜੀ ਆਪਾਂ ਸੋਚਦੇ ਆ, ਇਹ ਜ਼ਰੂਰ ਨਹੀਂ ਕਿ ਅੱਜ ਹੋ ਸਕਦਾ 5 ਸਾਲ ਲੱਗ ਜਾਣ, ਪਰ ਕਿਉਂਕਿ ਦੁਨੀਆ ਤੇਜ਼ ਹੋ ਗਈ, ਸ਼ਾਇਦ 5 ਸਾਲ 'ਚ ਬਹੁਤ ਕੁਝ ਹੋ ਜੇ। ਹੁਣ ਉਹ ਕਿੱਦਾਂ ਹੋ ਸਕਦਾ? ਮੰਨ ਲਓ ਤੁਹਾਡੇ ਹਲਕੇ 4 ਕੈਂਡੀਡੇਟ ਹੈ, ਤੁਸੀਂ ਬੈਸਟ ਚੁਣੋ ਆਪਣਾ ਸਾਰੇ ਜਣੇ ਰਲ ਕੇ। ਇੰਨੀ ਕਿ ਤਾਂ ਤੁਹਾਨੂੰ ਸੂਝ ਹੋਊਗੀ ਨਾ ਇਸ ਯੁੱਗ 'ਚ ਵੀ ਜਿਹੜੇ ਨੌਜਵਾਨ ਵੋਟ ਕਿੰਨੀ ਹੈ, 60 ਦੇ ਆਸ-ਪਾਸ ਪਰਸੈਂਟੇਜ ਸਾਡੀ ਬਣਦੀ ਹੈ। ਕਮ ਸੇ ਕਮ ਜੇ ਨੌਜਵਾਨ ਹੀ ਸੋਚਣ 60% ਵਾਲੇ ਵੀ ਅਸੀਂ ਆਪਣੇ ਹਲਕੇ 'ਚੋਂ ਬਈ ਬੈਸਟ ਚੁਣ ਲਿਆ, ਨੌਜਵਾਨਾਂ ਨੂੰ ਗਰੁੱਪ ਬਣਾ ਕੇ WhatsApp ਦੇ ਵੀ ਤੁਸੀਂ ਕਿਹਨੂੰ ਚੁਣ ਰਹੇ ਹੋ। ਜੇ ਇੱਕ ਹਫ਼ਤੇ 'ਚ ਸਾਰੇ ਡਿਸਾਈਡ ਕਰ ਲੈਣ ਵੀ ਆਪਾਂ ਕੋਸ਼ਿਸ਼ ਕਰਦੇ ਸਾਡੇ ਤਾਂ ਭਾਈ ਆਹ ਬੰਦਾ ਚੰਗਾ ਲੱਗਦਾ, ਪਹਿਲਾਂ ਤਾਂ ਤੁਸੀਂ ਪਾਰਟੀ ਨਾ ਦੇਖੋ, ਪਹਿਲਾਂ ਆਪਣੇ ਚੰਗੇ ਚੁਣ ਲਓ, ਫਿਰ ਆਪਾਂ ਦੇਖਦੇ ਆ ਅੱਗੇ ਕਿੱਦਾਂ ਸੋਚ ਵੱਧਦੀ ਹੈ। ਹੋ ਸਕਦਾ ਇੰਨੇ ਕੁ ਨਾਲੇ ਬਹੁਤ ਚੇਂਜ ਆ ਜਾਵੇ। ਸ਼ਰਮਾ ਜੀ, ਤੁਸੀਂ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਜਾਂ ਏਜੰਡਾ ਜਿਹੜਾ ਚਾਹੁੰਦੇ ਆ ਪੰਜਾਬ 'ਚ ਮੁੱਦੇ ਹੋਣ, ਜੂਝਦਾ ਪੰਜਾਬ ਜੋ ਸੁਪਨਾ ਦੇਖਦਾ, ਉਹ ਸੁਪਨਾ ਪੂਰਾ ਕਰਨ ਦੇ ਲਈ ਤੁਸੀਂ ਵਿੱਚ ਰਹੇ ਹੋ, ਬਹੁਤ ਜ਼ਿਆਦਾ ਬਰੀਕੀ ਦੇ ਨਾਲ ਚੀਜ਼ਾਂ ਨੂੰ ਵੀ ਸਮਝਿਆ ਕਿ ਖੇਤੀਬਾੜੀ ਸੈੱਟ ਕਿਵੇਂ ਹੋਣੀ ਹੈ, ਹੋਰ ਮੁੱਦੇ, ਕਿਉਂਕਿ ਖੇਤੀਬਾੜੀ ਪ੍ਰਭਾਵਿਤ ਬਹੁਤ ਕਰਦੀ ਹੈ। ਤਾਂ ਜਿਹੜੀਆਂ ਇਹ ਗੱਲਾਂ ਕਰ ਰਹੇ ਨੇ, ਇਹਨਾਂ ਨੂੰ ਲਾਗੂ ਕਰਨ ਦੇ ਲਈ, ਪ੍ਰੈਕਟੀਕਲ ਕਰਨ ਲਈ ਬਹੁਤ ਔਖਾ ਕੰਮ ਲੱਗਦਾ ਨਹੀਂ ਤੁਹਾਨੂੰ ਕਿ ਬਹੁਤ ਸਾਲ ਲੱਗਣਗੇ? ਦੇਖੋ, ਪਹਿਲਾਂ ਤਾਂ ਇੱਕ ਸਮਝਣਾ ਹੈ ਕਿ ਇੱਕ MS ਰੰਧਾਵਾ ਸਾਹਿਬ ਹੁੰਦੇ ਸੀਗੇ ਜਿਹੜੇ ਚੰਡੀਗੜ੍ਹ ਦੇ ਪਹਿਲੇ ਕਮਿਸ਼ਨਰ ਵੀ ਸੀਗੇ ਔਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ ਸੀਗੇ ਔਰ ਪਹਿਲੇ ਮਤਲਬ ICS ਸੀਗੇ। ਔਰ ਜਦ ਦਿੱਲੀ 'ਚ ਆਪਣਾ ਝੰਡਾ ਫਰਾਇਆ ਸੀ ਜਵਾਹਰ ਲਾਲ ਨਹਿਰੂ ਨੂੰ, ਉਹਨਾਂ ਦੇ ਨਾਲ ਉਸ ਟਾਈਮ ਡਿਪਟੀ ਕਮਿਸ਼ਨਰ ਵੀ ਸੀ ਦਿੱਲੀ 'ਚ ਡਿਪਟੀ ਕਮਿਸ਼ਨਰ। ਹਾਂਜੀ, ਉਹ ਇੱਕ ਗੱਲ ਕਹਿੰਦੇ ਸੀਗੇ ਕਿ ਪੰਜਾਬ ਦਾ ਕਲਚਰ ਜਿਹੜਾ ਹੈ ਨਾ ਉਹ ਐਗਰੀਕਲਚਰ। ਮੈਂ ਉਹ ਥੋੜਾ ਜਿਹਾ ਐਡ ਕਰਨਾ ਚਾਹੁੰਦਾ ਕਿ ਪੰਜਾਬ ਵਿੱਚ ਐਕਚੁਅਲੀ ਕਲਚਰ ਔਰ ਐਗਰੀਕਲਚਰ ਦਾ ਰੋਲ ਜਿਹੜਾ ਹੈਗਾ ਪੰਜਾਬ ਨੂੰ ਰਿਵਾਈਵ ਕਰਨ ਵਾਸਤੇ ਬਹੁਤ ਸਿਗਨੀਫਿਕੈਂਟ ਹੈ। ਕਿਉਂਕਿ ਇੱਕ ਤਾਂ ਸਾਡੀ ਮੇਨ ਸਟੇ ਜਿਹੜੇ ਅਸੀਂ ਕਹਿੰਦੇ ਆ ਇਕਨੋਮੀ ਦੀ, ਉਹ ਐਗਰੀਕਲਚਰ ਹੈ ਪੰਜਾਬ ਦੇ, ਸਭ ਜਾਣਦੇ ਆ ਅਸੀਂ। We are the food bowl of the country, ਠੀਕ ਹੈ ਨਾ। ਔਰ ਦੂਸਰਾ ਹੈ ਕਿ ਸਾਡੀ এনवायरमेंट ਦੀ ਤਬਾਹੀ ਹੋ ਚੁੱਕੀ ਹੈ, ਇਹ ਵੀ ਅਸੀਂ ਜਾਣਦੇ ਹੈਗੇ ਹਾਂ, ਜੋ ਵੀ ਅਸੀਂ ਕਰਦੇ ਆਏ ਇੰਨੇ ਦਸ਼ਕਾਂ ਤੋਂ। ਔਰ ਨਾਲ ਸਾਡਾ ਜਿਹੜਾ ਕਲਚਰ ਹੈ ਉਹ ਵੀ ਵਿੱਚ ਕਿਤੇ ਡੀਰੇਂਜ ਹੋ ਗਿਆ ਸੀਗਾ, ਹੈ ਨਾ। ਆਪਾਂ ਉਹ ਵੀ ਜਾਣਦੇ ਕਿ ਜਿਹੜਾ ਪਿਸਤੌਲ ਔਰ ਡਰੱਗਸ ਦੇ ਬਾਰੇ ਗਾਣੇ ਗੂਣੇ ਜਿਹੜੇ ਸੀਗੇ, आई थिंक ਜਿਹੜਾ ਇਹ ਪ੍ਰयास ਹੋ ਰਿਹਾ, ਕਲਚਰ ਅਗਰ ਵਾਪਿਸ ਰਿਵਾਈਵ ਕਰਦਾ ਹੈ, ਕਲਚਰ ਅਗਰ ਉਸ ਚੀਜ਼ ਦੀ ਗੱਲ ਕਰਦਾ ਜਿਹਦੇ ਤੇ ਸਾਰਾ ਪੰਜਾਬ ਬੇਸ ਕਰਦਾ ਹੈ, ਤਾਂ ਮੈਨੂੰ ਲੱਗਦਾ ਕਿ ਉਹਦੇ ਨਾਲ ਇੱਕ ਬਹੁਤ ਬੜਾ ਇੱਕ ਰੈਵੋਲੂਸ਼ਨ ਆਉਂਦਾ ਹੈ। ਕਿਉਂਕਿ ਇਹ ਬੜੀ ਪਾਵਰ ਹੈ ਜੀ ਕਲਚਰ ਦੀ, ਇਹ ਕਲਚਰ ਦੀ ਪਾਵਰ ਹੈ। ਸਾਡੇ ਨਾਲ ਬੈਠੇ ਹੈਗੇ ਇਹ ਵਿਭੂਤੀਆਂ ਕਲਚਰ ਦੀਆਂ। I think that is why we feel very enthused। ਸਾਨੂੰ ਇੱਕ ਤਾਕਤ ਮਿਲ ਰਹੀ ਹੈ ਕਿ ਅਗਰ ਸਾਡਾ ਕਲਚਰ ਵੀ ਉਹਦੀ ਗੱਲ ਕਰ ਰਿਹਾ, ਜੇ ਸਾਨੂੰ ਪੰਜਾਬ 'ਚ ਬਹੁਤ ਜਿਹੜੀ ਜ਼ਰੂਰਤ ਹੈਗੀ ਆ, ਤਾਂ ਉਹ ਜਿਹੜਾ ਚੇਂਜ ਬੱਬੂ ਜੀ ਕਹਿ ਰਹੇ ਸੀ ਨਾ, ਉਹ ਚੇਂਜ ਬਹੁਤ ਜਲਦੀ ਆ ਜਾਏਗੀ। ਇਹ ਕਹਿੰਦਾ ਅਸੀਂ ਨਾ ਪਿੰਡਾਂ 'ਚ ਇੱਕ ਦੱਸਿਆ ਨਾਲ ਜਿਹੜੀ ਗੱਲ ਕੀਤੀ ਜੋਗਿੰਦਰ ਜੀ ਨੇ ਕਿ ਪਿੰਡਾਂ ਦਾ ਕਲਚਰ ਕੀ ਹੈ, ਫੁਲਕਾਰੀ ਬਾਗ ਹੈਗੇ ਨੇ ਨਾ, ਇਹ ਬੁਣੇ ਆਪਣੇ ਜਾਂਦੇ ਪਿੰਡਾਂ 'ਚ ਬੁੜੀਆਂ ਕਰਦੇ, ਸਰਾਣਿਆਂ ਤੇ ਚਿੜੀਆਂ ਬਣਦੀਆਂ ਹਨ। ਇਹਨੂੰ ਅਸੀਂ ਲਿਖਿਆ ਇਹਦੇ 'ਚ, ਇਹ ਪੰਜਾਬ ਮਾਡਲ ਦੁਨੀਆ 'ਚ ਫੇਮਸ ਕਰੋ। ਤੁਹਾਡਾ ਜਿਹੜਾ ਹੈਂਡੀਕ੍ਰਾਫਟ ਹੈ ਜਿਹੜਾ ਪਿੰਡਾਂ ਦਾ ਹੈ, ਇਹਨੂੰ ਕਰੋ। ਔਰ ਸੈਕਿੰਡ ਐਗਰੀਕਲਚਰ ਜੋ ਕਿ ਹੈ, ਉਸੀ ਇੰਡਸਟਰੀ ਦੀ ਲੋੜ ਨਹੀਂ, ਸਾਡੇ ਕੋਲੇ ਘਰ ਘਰ ਨੌਕਰੀ ਹੈ ਖੇਤੀਬਾੜੀ ਦੇ ਰੂਪ 'ਚ, ਸਿਰਫ ਉਹਦੀ ਇਨਕਮ ਨੂੰ ਵਧਾਉਣਾ ਹੈ। ਤਾਂ ਇਹ ਕਲਚਰ ਤੇ ਐਗਰੀਕਲਚਰ ਜਦੋਂ ਜੁੜ ਗਏ ਨਾ, ਉਹਦੇ ਨਾਲ ਤੁਹਾਡਾ ਪਿੰਡ ਬਣ ਜਾਊਗਾ ਜਿੱਥੇ ਲੋਕ ਰਹਿਣਾ ਚਾਹਣਗੇ ਆ ਕੇ, ਕੋਈ ਬਾਹਰ ਨਹੀਂ ਜਾਊ। ਔਰ ਕਿਹੜੀ ਲੇਬਰ ਸ਼ਹਿਰ ਆ ਰਹੀ ਹੈ ਬਣ ਕੇ, ਸ਼ਹਿਰ ਦਾ ਜੀਣਾ ਦੁੱਭਰ ਹੋ ਰਿਹਾ। ਇਹਨਾਂ ਦਾ ਹੁਣ ਮੁਕਾ ਦੀ ਇਧਰ ਇੰਟਰਵਿਊ ਜੀ, ਤੂੰ ਵੀ ਮੈਨੂੰ ਲੱਗਦਾ ਹੁਣ ਸਾਡੇ ਨੂੰ ਵੇਲੇ ਹੀ ਹੈ। ਗੱਲ ਇਹ ਹੈ ਵੀ ਜਿਹੜੇ ਪਿੰਡ ਹੈ ਔਰ ਸ਼ਹਿਰ ਹੈ, ਇਹਨਾਂ 'ਚ ਇੱਕ ਫਰਕ ਆ ਗਿਆ। ਜਿੱਦਾਂ ਹੁਣ ਸਾਡੇ ਪਿੰਡਾਂ ਦੇ ਬਹੁਤ ਸੱਜਣ ਹੈ,
ਜਿਨ੍ਹਾਂ ਨੂੰ ਨਹੀਂ ਵੀ ਕੰਮ, ਜਿਨ੍ਹਾਂ ਕੋਲ ਪੈਸੇ ਖਾਂਦੇ ਪੀਂਦੇ ਆ, ਉਹ ਕਹਿੰਦੇ ਕਿ ਫਲੈਟ ਲੈ ਲਈ। ਸ਼ਹਿਰਾਂ ਦੀ ਹੱਦ ਹੀ ਨਹੀਂ ਹੈਗੀ ਕੋਈ। ਚੰਡੀਗੜ੍ਹ ਨੂੰ ਮੋਹਾਲੀ ਮਿਲ ਗਿਆ, ਮੋਹਾਲੀ ਨੂੰ ਖਰੜ ਮਿਲ ਗਿਆ, ਹੁਣ ਮਰਿੰਡੇ ਤੱਕ ਗਮਾਡਾ ਜਾਂ ਜੋ ਵੀ ਪੁੱਡਾ ਇਹਨਾਂ ਨੇ ਲੈਣ ਵਾਸਤੇ ਵੀ ਇੱਥੇ ਕੋਈ ਸਾਡੇ ਪਿੰਡ ਤੱਕ ਕੁਛ ਨਹੀਂ ਬਣਾ ਸਕਦੇ। ਮਤਲਬ ਐ ਸੜਕ ਤੇ ਤੁਰੇ ਜਾਂਦੇ ਸਾਨੂੰ ਸਾਰਾ ਪੰਜਾਬ ਸ਼ਹਿਰ ਹੀ ਲੱਗਦਾ, ਅਸਲ ਖਤਮ ਹੀ ਹੋ ਗਿਆ। ਜਦ ਕਿ ਕੀ ਕਰਨਾ ਚਾਹੀਦਾ ਸਾਨੂੰ, ਜਿਹੜੀ ਵਾਹੀਯੋਗ ਜ਼ਮੀਨ ਹੈ ਉਹਦੇ 'ਚ ਅਸੀਂ ਕਲੋਨੀਆਂ ਕੱਟਤੀਆਂ ਤੇ ਜਿਹੜੀ ਇੱਥੋਂ ਚੰਡੀਗੜ੍ਹ ਤੋਂ ਪਠਾਨਕੋਟ ਤੱਕ ਜ਼ਮੀਨ ਜਿਹੜੀ ਫੋਰੈਸਟਰੀ ਦੇ ਅੰਡਰ ਪਈ ਹੈ ਨਾ ਜੀ, ਕਿੰਨਾ ਕੁ ਉੱਥੇ ਦਰਖਤ ਹੁੰਦਾ? ਕਦੇ ਦੇਖਿਆ ਕੋਈ ਉੱਥੇ ਚਾਹੀਦਾ ਦਰਖਤ ਉੱਗਿਆ? ਜਿਹੜੇ ਉੱਗੇ ਸੀ ਉਹ ਵੀ ਪੱਟ ਕੇ ਮਾਰੇ ਜਾਂ ਪਲਾਂਟੇਸ਼ਨ ਹੋਈ ਦੇਖੀ ਨਹੀਂ ਹੁੰਦੀ ਨਾ। ਤੇ ਫਿਰ ਜਿਹੜੇ ਬੇਜ਼ਮੀਨਾਂ ਨੂੰ ਜ਼ਮੀਨੇ ਕੱਟ ਦੋ ਉੱਥੇ 5-5 ਕਿੱਲੇ, ਰੌਲਾ ਹੀ ਨਹੀਂ ਰਹੂਗਾ ਪੰਜਾਬ। ਬੇਜ਼ਮੀਨ ਤੇਰੇ ਕੋਲ ਜ਼ਮੀਨ ਹੈਗੀ ਹੈ, ਮੰਨ ਲਓ ਤੂੰ ਰੌਲਾ ਜਿੱਦਾਂ ਹੁਣ ਅੱਜ ਆ ਕੋਈ ਜ਼ਮੀਨ ਦੀ ਐਕਟਿਵ ਕੋਈ ਰੌਲਾ ਪੈਂਦਾ ਕਿ ਇੰਨੀ ਲਿਮਟ ਹੋਣੀ ਚਾਹੀਦੀ, ਮੰਨ ਲਓ ਮੇਰੇ ਕੋਲ 1 ਕਿੱਲਾ ਵੀ ਨਹੀਂ ਹੈਗਾ, ਤੁਹਾਡੇ ਕੋਲ 10 ਹੈ, ਤੇ ਫਿਰ ਜਿਹੜੀ ਉਹ ਜ਼ਮੀਨ ਉੱਥੇ ਚੋਰੀ ਹੁੰਦੀ ਹੈ ਲੱਕੜ ਦੀ ਜਾਂ ਕੁਛ ਵੀ ਨਹੀਂ ਹੋ ਰਿਹਾ, ਉੱਥੇ ਪਲਾਟ ਕੱਢ ਦੋ। ਜੇ ਕੁਛ ਨਹੀਂ ਕਰਨਾ ਉੱਥੇ ਇੱਕ ਬੰਦੇ ਨੂੰ 5 ਏਕੜ ਦਾ ਪਲਾਟ ਦੇ ਦੋ, ਉਹਨੂੰ ਕਹੇ ਵੀ ਲੱਕੜੀ ਲਾਉਣੀ ਆਪਾਂ ਨੇ, ਤੇ ਐਗਰੀਕਲਚਰ ਵਾਲੇ ਸਾਡੇ ਪੰਜਾਬ ਯੂਨੀਵਰਸਿਟੀ ਵਾਲਿਆਂ ਨੂੰ ਕਹੋ ਵੀ ਤੁਸੀਂ ਦਰਖਤ ਇਸ ਤਰ੍ਹਾਂ ਤਰੀਕੇ ਤਿਆਰ ਆਪਾਂ ਲੱਕੜੀ ਕਰੀ ਜਿਹੜੀ 10 ਸਾਲ ਪ੍ਰੋਪਰ ਹੋ ਜੇ, 60% ਤੁਹਾਨੂੰ ਦਵਾਂਗੇ, 40 ਗਵਰਨਮੈਂਟ ਲੈ ਜੂਗੀ। ਤੁਹਾਡੀ ਗੱਲ ਦੇ ਵਿੱਚ ਇੱਕ ਗੱਲ ਹੈ, ਮੈਂ ਯਾਦ ਹੋਣੀ ਆ ਗਿਆ, ਮੱਤੇਵਾੜਾ ਦੇ ਜੰਗਲ ਦਾ ਜ਼ਮੀਨ ਦਾ ਰੌਲਾ ਪਿਆ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਕੁਰਸੀ ਤੇ ਜਦੋਂ ਲੜਾਈ ਚੱਲ ਰਹੀ ਹੈ ਬਹੁਤ ਵੱਡੀ ਅੰਦੋਲਨ ਦੀ, ਉਦੋਂ ਹੀ ਸੇਖੋਵਾਲ ਪਿੰਡ ਦੀ 500 ਤੋਂ ਵੱਧ ਏਕੜ ਪੰਚਾਇਤੀ ਜ਼ਮੀਨ ਜਿਹੜੇ ਬੇਜ਼ਮੀਨੇ ਸੀ ਵਾਹੁੰਦੇ ਸੀ, ਉਹ ਸਾਰੀ ਉਹਨਾਂ ਤੋਂ ਖਿੱਚ ਲਈ। ਫਿਰ ਮਤਲਬ ਸਰਕਾਰ ਜਾਂ ਪੰਜਾਬ ਨੂੰ ਡਰ ਨਹੀਂ ਲੱਗਦਾ ਕਿ ਐਡਾ ਵੱਡਾ ਅੰਦੋਲਨ ਇੱਕ ਪਾਸੇ ਅਸੀਂ ਫੇਰ ਜ਼ਮੀਨ ਖੋਹ ਰਹੇ ਹਾਂ ਲੋਕਾਂ ਨੂੰ? ਕੋਈ ਨਹੀਂ ਹੋਊਗਾ, ਹੌਲੀ ਹੌਲੀ ਦੇਖੋ ਇਹ ਕਦੇ ਵੀ ਕਿਸੇ ਵੀ ਸਟੇਟ ਨੂੰ ਸੁਧਾਰਨ ਚ ਜਿਹੜੇ ਯੂਥ ਦਾ ਪੰਜਾਬ ਦਾ ਜੋ ਸੋਚਣ ਦਾ ਨਜ਼ਰੀਆ 10 ਬੰਦੇ ਥੋੜੀ ਬਦਲ ਸਕਦੇ ਆ, 10 ਬੰਦੇ ਦਾ ਕਹਿ ਸਕਦੇ ਆ। ਸਤੀ ਪ੍ਰਥਾ ਨੂੰ ਕਿੰਨੇ ਸਾਲ ਰੌਲਾ ਪਿਆ, ਅਖੀਰ ਖਤਮ ਤਾਂ ਅਖੀਰ ਚ ਇੱਥੇ ਆ ਕੇ ਹੋਈ ਨਾ ਜਦੋਂ ਗੋਰਿਆਂ ਨੇ ਸਖਤੀ ਨਾਲ ਬੈਨ ਕਰਿਆ। ਸੋ ਰੌਲਾ ਤਾਂ ਪਾਉਣਾ ਪਊਗਾ ਨਾ ਆਪਾਂ। ਰੌਲੇ ਤੋਂ ਇੱਕ ਮਿੰਟ ਮੈਂ ਜੋ ਕਹਿ ਰਹੇ ਹੈਗੇ, ਜੋ ਮਾਨ ਸਾਹਿਬ ਨੇ ਪਹਿਲੇ ਕਿਹਾ, ਇਹ ਜਿਹੜੀ ਗੱਲ ਕਰ ਰਹੇ ਨੇ ਕਿ ਜਿਹੜੀ ਪੋਪੂਲੇਸ਼ਨ ਤੇ ਜਿਹੜੀ ਸ਼ਿਫਟ ਹੋਈ ਹੈ ਪਿੰਡਾਂ ਤੋਂ ਸ਼ਹਿਰਾਂ ਦੀ ਤਰਫ ਜਿਹੜਾ ਹੋ ਰਿਹਾ, ਬਿਲਕੁਲ ਠੀਕ ਕਹਿ ਰਹੇ ਕਿ ਪੰਜਾਬ ਵਿੱਚ ਜਿਹੜਾ ਹੁਣ ਤਾਂ ਕੰਟੀਨਿਊਸਲੀ ਲੱਗਦਾ। ਤੁਸੀਂ ਪਹਿਲੇ ਦਿੱਲੀ ਤੋਂ ਚੰਡੀਗੜ੍ਹ ਆਉਂਦੇ ਸੀ, ਤੁਹਾਨੂੰ ਪਤਾ ਸੀ, ਹੁਣ ਇੱਕ ਸ਼ਹਿਰ ਆਇਆ, ਹੁਣ ਦੂਜਾ ਆਇਆ, ਤੀਜਾ ਆਇਆ, ਹੁਣ ਤਾਂ ਪਤਾ ਹੀ ਨਹੀਂ ਚੱਲਦਾ ਕਿਹੜਾ ਆ ਗਿਆ ਹੈਗਾ, ਕੰਟੀਨਿਊਸਲੀ ਦੇਖ ਰਹੇ ਆਪਾਂ। ਇਹ ਸਾਰੇ ਬੜੀ ਇਕਨੋਮਿਕ ਸੋਚ ਦਾ ਹਿੱਸਾ ਹੈਗਾ, ਔਰ ਇਹ ਵੀ ਆਮ ਆਦਮੀ ਨੂੰ ਸਮਝਣਾ ਜ਼ਰੂਰੀ ਹੈ ਕਿ ਉਹਦੇ ਨਾਲ ਕਿਸ ਤਰ੍ਹਾਂ ਖਿਲਵਾੜ ਹੋ ਰਿਹਾ ਜਿਹੜੀ ਇਕਨੋਮਿਕ ਗਰੋਥ ਦੀ ਸਕੀਮ ਹੈਗੀ ਹੈ। ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਇਹ ਜਦ ਤੱਕ ਇਹ ਸਮਝ ਨਹੀਂ ਆਏਗਾ ਨਾ, ਪਤਾ ਹੀ ਨਹੀਂ ਚੱਲੇਗਾ ਕਿ ਇਹ ਕਿਉਂ ਹੋ ਰਿਹਾ ਹੈਗਾ, ਕਿਆ ਇੰਟੈਂਸ਼ਨ ਹੈਗੀ ਹੈ। ਆਪਾਂ ਬੋਲਦੇ ਰਹਿ ਜਾਵਾਂਗੇ ਕਿ ਸਾਨੂੰ ਇਹਨਾਂ ਨੇ ਬਿਲਕੁਲ ਠੀਕ ਕਿਹਾ ਕਿ 5 ਏਕੜ ਦੇ ਕਿਉਂ ਨਹੀਂ ਕੱਟ ਕੇ ਦਿੰਦੇ ਪਲਾਟ ਉਹਨਾਂ ਨੂੰ, ਗਰੀਬ ਨੂੰ। ਉਹ ਨਹੀਂ ਹੋਏਗਾ ਕਿਉਂਕਿ ਇੱਕ ਜਿਹੜੀ ਇਕਨੋਮਿਕ ਸੋਚ ਹੈ ਨਾ, ਉਹ ਕਹਿੰਦੀ ਕਿ ਪਿੰਡਾਂ ਚੋਂ ਲੋਕਾਂ ਨੂੰ ਕੱਢ ਕੇ ਆਪਾਂ ਸ਼ਹਿਰ 'ਚ ਲੈ ਕੇ ਆਉਣਾ। ਇਹ ਤੁਹਾਨੂੰ ਜਾਣਨਾ ਜ਼ਰੂਰੀ ਹੈ। ਔਰ ਮੈਂ ਇੱਕ ਲੇਬਰ ਸਸਤੀ ਕਰਨੀ ਚਾਹੁੰਦੇ, ਇੱਕ ਐਗਜ਼ਾਮਪਲ ਮੈਂ ਦੇਣਾ ਹੁੰਦਾ। ਇੱਕ ਮਤਲਬ ਜਿਹੜਾ ਇਨਸੀਡੈਂਟ ਸੀਗਾ, ਮੈਂ ਉਹਦੇ ਵਿੱਚ ਸ਼ਾਮਿਲ ਸੀਗਾ। ਉਹ ਮਤਲਬ 1996 ਦੀ ਗੱਲ ਕਰ ਰਿਹਾ, ਥੋੜੇ ਪਿੱਛੇ ਜਾ ਰਹੇ ਆਪਾਂ। ਉਸ ਟਾਈਮ ਵਰਲਡ ਬੈਂਕ ਨੇ ਸਾਨੂੰ ਕਿਹਾ ਕਿ ਤੁਸੀਂ ਅਗਲੇ 20 ਸਾਲ 'ਚ ਯਾਨੀ 2015 ਤੱਕ ਤੁਸੀਂ ਜਿਹੜੀ ਲੋਕਾਂ ਨੂੰ ਪਿੰਡਾਂ 'ਚ ਕੱਢ ਕੇ ਸ਼ਹਿਰ 'ਚ ਲੈ ਕੇ ਆਉਣਾ ਨਾ, ਉਹਨਾਂ ਦੀ ਜਨਸੰਖਿਆ ਇੰਗਲੈਂਡ, ਫਰਾਂਸ ਔਰ ਜਰਮਨੀ ਦੀ ਜਨਸੰਖਿਆ ਤੋਂ ਦੁੱਗਣੀ ਹੋਏਗੀ। ਯਾਨੀ ਉਹਨਾਂ ਦੇ 20 ਕਰੋੜ ਲੋਕੀ ਪੋਪੂਲੇਸ਼ਨ ਸੀਗੀ, ਸਾਡੇ ਹਿੰਦੁਸਤਾਨ ਨੂੰ ਇੱਕ ਟੀਚਾ ਕਹਿੰਦੇ ਹੋ ਨਾ ਪੰਜਾਬੀ 'ਚ, ਉਹਨਾਂ 40 ਕਰੋੜ ਲੋਕੀ ਤੁਸੀਂ 20 ਸਾਲਾਂ ਵਿੱਚ ਸ਼ਿਫਟ ਕਰਨੇ ਹੈਗੇ ਪਿੰਡਾਂ ਤੋਂ ਸ਼ਹਿਰਾਂ 'ਚ। ਇਹ ਸੁਣ ਲਓ, ਇਹ ਪਾਲਿਸੀ ਸੀਗੀ, ਇਹ ਪਤਾ ਇਹ ਨਹੀਂ ਹੈ ਕਿ ਤੁਸੀਂ ਸੋਚੋ ਕਿ ਇਹ ਸਾਨੂੰ ਡਾਇਰੈਕਸ਼ਨ ਸੀਗੀ, ਸਚੇਤ ਨਹੀਂ ਕੀਤਾ। ਇਹ ਪਾਲਿਸੀ ਦਾ ਨੁਕਸਾਨ ਕੀ ਹੈ? ਨੁਕਸਾਨ ਤੁਹਾਡੇ ਸਾਹਮਣੇ ਇਹ ਤਾਂ ਆਪਾਂ ਗੱਲਾਂ ਕਰ ਰਹੇ ਹਾਂ ਕਿ ਭਾਈ ਜਦ ਤੁਸੀਂ ਸਭ ਨੂੰ ਸ਼ਿਫਟ ਕਰ ਰਹੇ ਹੋ, ਪਿੰਡਾਂ ਵਿੱਚ ਤੁਸੀਂ ਖਾਲੀ ਕਰ ਰਹੇ ਹੋ ਪਿੰਡ, ਔਰ ਤੁਸੀਂ ਸ਼ਹਿਰਾਂ ਵਿੱਚ ਇੱਕ ਐਸੀ ਲੇਬਰ ਫੋਰਸ ਜਾਂ ਜਿਹਨੂੰ ਕਹੀਏ ਅਸੀਂ ਇੱਕ ਗਿੱਟੋਸ ਵਿੱਚ ਲੋਕਾਂ ਨੂੰ ਰੱਖ ਰਹੇ ਹੋ। ਮੈਂ ਤੁਹਾਨੂੰ ਉਦਾਹਰਨ ਦੇਣਾ ਚਾਹੁੰਦਾ, ਬੰਬੇ ਤੁਸੀਂ ਜਾਓ, ਬੰਬੇ ਆਪਾਂ ਸਾਰੇ ਜਾਂਦੇ ਹਾਂ, ਬੰਬੇ ਵਿੱਚ ਜਿਹੜਾ ਹੈਗਾ ਨਾ, ਜਿਹੜੀ ਸਲਮਸ ਵਿੱਚ ਲੋਕੀ ਰਹਿੰਦੇ ਹੈਗੇ ਆ, ਉਹ 60% ਪੋਪੂਲੇਸ਼ਨ ਸਲਮਸ ਵਿੱਚ ਹੈ। ਲੇਕਿਨ ਇੰਟਰਸਟਿੰਗ ਗੱਲ ਇੱਕ ਹੋਰ ਬੜੀ ਇੰਟਰਸਟਿੰਗ ਹੈ ਜੋ ਆਪਾਂ ਸ਼ਾਇਦ ਨਹੀਂ ਜਾਣਦੇ ਕਿ ਬੰਬੇ ਜਿਹੜੀ 60% ਰਹਿੰਦੀ ਹੈ ਨਾ, ਉਹ ਸਿਰਫ 8% ਲੈਂਡ ਵਿੱਚ ਰਹਿੰਦੀ ਹੈ ਬੰਬੇ ਦੀ। ਬਾਕੀ 92% ਤੋਂ 40% ਲੋਕੀ ਰਹਿੰਦੇ ਜਿਹੜੇ ਕਿ ਸਰਮਾਏਦਾਰ ਹੈਗੇ। ਤਾਂ ਤੁਸੀਂ ਪੈਕ ਕਰਦੇ ਨਾ ਇਸ ਤਰ੍ਹਾਂ। ਹੁਣ ਆਪਾਂ ਕੀ ਕਰਾਂ, ਹਿੰਦੁਸਤਾਨ 'ਚ ਕਿਹਾ ਜਾਂਦਾ ਹੈ ਕਿ ਵੀ 2050 ਤੱਕ ਸਾਡੇ ਦੇਸ਼ ਵਿੱਚ 70% ਲੋਕੀ ਹੈਗੇ ਉਹ ਸ਼ਹਿਰਾਂ ਵਿੱਚ ਰਹਿਣਗੇ। ਇਹਦਾ ਐਸਟੀਮੇਟ ਹੈ, ਮੇਰਾ ਮੰਨਣਾ ਕਿ 90 ਵੀ ਹੋ ਜਾਣਗੇ ਸ਼ਾਇਦ। ਹਾਂਜੀ, ਤਾਂ ਜੇ ਉਹ ਸ਼ਹਿਰਾਂ 'ਚ ਰਹਿਣਗੇ, ਇੱਕ ਹੋਰ ਬੜੀ ਇੰਟਰਸਟਿੰਗ ਹੈ, ਉਹ ਜਿਹੜੇ ਸ਼ਹਿਰ ਹੋਣਗੇ ਨਾ ਉਸ ਟਾਈਮ, ਉਹ ਸਿਰਫ 2% ਹੋਣਗੇ ਦੇਸ਼ ਦਾ। 98% ਖਾਲੀ, 2% ਤੁਸੀਂ ਸਾਰਾ ਦੇਸ਼ ਪੈਕ ਕਰ ਦਿਓਗੇ। ਇਹ ਕਾਹਦੀ ਗਰੋਥ ਹੋਈ?
ਇਹ ਕਾਹਦੀ ਗਰੋਥ ਹੋਈ? ਇਹ ਸਾਨੂੰ ਸਭ ਨੂੰ ਸਮਝਣਾ ਹੈਗਾ ਕਿ ਉਹਨੂੰ ਅਸੀਂ ਰਿਵਰਸ ਕਰਨਾ ਹੈ। ਹੁਣ ਜਦ ਲੋਕਡਾਊਨ ਹੋਇਆ ਸੀ ਨਾ, ਤੁਹਾਨੂੰ ਯਾਦ ਹੋਵੇਗਾ ਲੋਕਡਾਊਨ ਵਿੱਚ 10 ਕਰੋੜ ਲੋਕੀ ਪਿੰਡਾਂ ਵਿੱਚ ਹੈ ਨਾ ਵਾਪਸ ਗਏ ਨਾ, ਉਹ ਰਿਵਰਸ ਜਿਹਨੂੰ ਮਾਈਗ੍ਰੇਸ਼ਨ ਕਹਿੰਦੇ ਆ, ਉਹ ਸਾਡੀ ਇਕਨੋਮਿਕ ਸੋਰਸ ਨੂੰ ਹੁਣ ਰਿਵਰਸ ਕਰਨ ਦਾ ਟਾਈਮ ਆ ਗਿਆ ਹੈ। और यही इसी करके एग्रीकल्चर ਨੂੰ ਪਨਪਣਾ, एग्रीकल्चर ਨੂੰ ਵਾਇਬਲ ਬਣਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਐਗਰੀਕਲਚਰ ਵਿੱਚ ਪੈਸਾ ਆਏਗਾ। ਇੱਕ ਤੁਸੀਂ ਮੰਨੋਗੇ ਬੱਬੂ ਜੀ, ਇੱਕ ਮਿੰਟ, ਪੈਸਾ ਇਹਦੇ ਆਏਗਾ। ਹੁਣ ਨਾ ਇੱਕ ਗੱਲ ਹੋ ਰਹੀ ਹੈ ਅੱਜ ਕੱਲ ਕਿ ਸਾਹਿਬ ਮੈਂ ਹੁਣ MSP ਦੇਣਾ ਪਏਗਾ ਤਾਂ ਪੈਸਾ ਕਿੱਥੋਂ ਆਏਗਾ? ਹੈ ਨਾ, ਪਹਿਲੇ किसी ने किया 17 ਲੱਖ ਕਰੋੜ रुपए होगा, किसी ने ਹੁਣ ਅਲਟੀਮੇਟਲੀ ਇੱਕ ਐਨਾਲਿਸਿਸ ਕੀਤਾ, किसी ने 5 ਲੱਖ ਕਰੋੜ ਦਾ, ਹਾਲਾਂਕਿ ਉਹ ਵੀ ਜ਼ਿਆਦਾ ਹੈ, ਪਰ ਚਲੋ ਮੰਨ ਲਿਆ 5 ਲੱਖ ਕਰੋੜ। ਦੇਖੋ ਸਾਰੀ ਗੱਲ ਸੋਚਣ ਦੀ ਇਹ ਹੈਗਾ ਕਿ 5 ਲੱਖ ਕਰੋੜ ਰੁਪਏ ਅਗਰ 50% ਲੋਕਾਂ ਦੀ ਜੇਬ ਵਿੱਚ ਜਾਂਦਾ ਹੈ ਤਾਂ ਉਹਨਾਂ ਦੀ ਇਨਕਮ बढ़ਦੀ ਹੈ। ਜਦ ਉਹਨਾਂ ਦੀ ਇਨਕਮ बढ़ਦੀ ਹੈਗਾ ਤਾਂ ਉਹ ਤੁਸੀਂ ਉਹ ਮਾਰਕੀਟ 'ਚ ਪੈਸਾ, ਤਾਂ ਉਹ ਸਾਡੇ ਵਾਸਤੇ ਰੌਕਟ ਡੋਜ਼ ਹੋ ਜਾਏਗੀ ਇਕਨੋਮੀ ਦੀ। ਇਹ ਨਹੀਂ ਸਮਝ ਰਿਹਾ ਸੀ, ਅਸੀਂ ਸਮਝ ਰਹੇ ਕਿ ਮੁਲਾਜ਼ਮਾਂ ਨੂੰ ਦੇਣ ਨੂੰ ਅਸੀਂ ਤਿਆਰ ਹੈ ਪੈਸਾ, ਉਹ ਵੀ 5 ਲੱਖ ਕਰੋੜ ਰੁਪਏ ਦੇਣਾ ਹਰ ਸਾਲ, ਉਹਦਾ ਕੋਈ ਕਿਸੇ ਨੂੰ ਤਕਲੀਫ ਨਹੀਂ ਹੈਗੀ ਹੈ, ਪਰ ਕਿਸਾਨਾਂ ਕੋਲ ਨਾ ਜਾਏ, ਇਹ ਸਭ ਨੂੰ ਪ੍ਰੋਬਲਮ ਹੈ। ਅਸਲ ਜਿਹੜਾ ਨਿਊ ਵਰਲਡ ਆਰਡਰ ਉਹਦਾ ਸਿਸਟਮ ਇਹ ਹੈ, ਉਹ ਵੀ ਮੀਡੀਅਮ ਕਲਾਸ ਖਤਮ ਕਰ ਦੋ, ਜਾਂ ਤਾਂ ਲੇਬਰ ਰਹਿ ਜਾਵੇ ਜਾਂ ਕਾਰਪੋਰੇਟ ਰਹਿ ਜਾਵੇ। ਉਹੀ ਸੋਚ ਦੇ ਤਹਿਤ ਤੁਹਾਨੂੰ ਸ਼ਹਿਰਾਂ 'ਚ ਲਿਆਉਣਾ ਕਿ ਵੱਡੀਆਂ ਇੰਡਸਟਰੀਆਂ ਹੋਣਗੀਆਂ। ਮੈਨੂੰ ਇੱਕ ਨਹੀਂ ਸਮਝ ਆਉਂਦੀ, ਖੇਤੀ ਤੋਂ ਵੱਡੀ ਇੰਡਸਟਰੀ ਕਿਹੜੀ ਹੈ ਜਿਹੜੀ ਪਰਿਵਾਰ ਦੇ 5 ਮੈਂਬਰਾਂ ਨੂੰ ਰੁਜ਼ਗਾਰ ਦੇ ਰਹੀ ਹੈ? ਸਾਨੂੰ ਤਾਂ ਬਸ ਖੇਤੀ ਨੂੰ ਉੱਚਾ ਚੱਕਣਾ ਚਾਹੀਦਾ। ਇੱਕ ਮਨਰੇਗਾ ਵਰਗਾ ਕਾਨੂੰਨ ਅੱਜ ਵੀ ਗੱਲ ਹੋਈ, ਹਮੀਰ ਸਿੰਘ ਨੇ ਤੱਥ ਵੀ ਪੇਸ਼ ਕੀਤੇ, ਬਿਲਕੁਲ, ਕਿ ਜ਼ਮੀਨ ਦੇ ਵਿੱਚ ਹੀ ਆਪਣੇ 'ਚ ਕੰਮ ਕਰੋ, ਜਿਹੜੇ ਤੇ ਪੈਸਾ ਕਮਾ ਸਕਦੇ, ਪਰ ਉਹ ਲਾਗੂ ਨਹੀਂ। 5 ਕਿੱਲੇ ਜ਼ਮੀਨ ਅਗਰ ਤੁਹਾਡੀ ਹੈਗੀ ਵੀ ਹੈ ਤਾਂ ਵੀ ਤੁਸੀਂ ਉਹਦੇ 'ਚ ਕੰਮ ਕਰਦੇ ਹੋਏ ਮਨਰੇਗਾ ਦੀ ਦਿਹਾੜੀ ਲੈ ਸਕਦੇ। ਪਰ ਪੰਜਾਬ 'ਚ ਕੋਈ ਖੇਤ ਵਿਰਲਾ ਹੀ ਹੁੰਦਾ। ਕਮਾਲ ਦੀ ਗੱਲ ਇਹ ਹੈ ਵੀ ਇਹਦਾ ਪੈਸਾ ਵੀ ਸੈਂਟਰ ਤੋਂ ਆਉਂਦਾ ਹੈ, ਪੰਜਾਬ ਨੂੰ ਦੇਣਾ ਵੀ ਨਹੀਂ ਪੈਣਾ, ਪਰ ਫਿਰ ਵੀ ਅਸੀਂ ਅਵੇਅਰ ਨਹੀਂ ਕਰਾ ਪਾਏ। ਪਤਾ ਕਿਉਂ? ਕਿਉਂਕਿ ਸਾਡੇ ਆਪ ਹੀ ਅਵੇਅਰ ਕਰਾਉਣ ਵਾਲੇ ਹੀ ਅਵੇਅਰ ਨਹੀਂ ਇਸ ਗੱਲ ਤੋਂ, ਪਤਾ ਨਹੀਂ, ਸਮਝ ਹੀ ਹੈ ਨਹੀਂ। ਤੁਹਾਨੂੰ ਇਹ ਲੱਗਦਾ ਅਵੇਅਰ ਨਹੀਂ ਜਾਂ ਜਾਣ ਬੁੱਝ ਕੇ ਹੈ? ਠੇਕੇਦਾਰੀ ਸਿਸਟਮ ਇੰਨਾ ਭਾਰੀ ਹੋ ਗਿਆ, 2-3 ਪ੍ਰੋਬਲਮਾਂ ਬਹੁਤ ਵੱਡੀਆਂ ਹੋ ਗਈਆਂ। ਸੱਚ ਤਾਂ ਰਹੇ ਹੀ ਨਹੀਂ, ਸੱਚ ਕਿੱਥੇ ਰਹਿ ਗਿਆ? ਜਿਹਦੀ ਸੱਤਾ ਧਿਰ ਹੁੰਦੀ ਹੈ, ਉਸ ਤੋਂ ਬਾਅਦ ਜਿੰਨੀਆਂ ਵੋਟਾਂ ਹੋਣੀਆਂ ਉਹ ਸਾਰੇ ਉਹਨਾਂ ਦੇ ਬੰਦੇ ਜਿੱਤਣਗੇ। ਇਮਾਨਦਾਰ ਬੰਦੇ ਦੇ ਵੀ ਵੋਟਿੰਗ ਕਰਕੇ ਉਹਨਾਂ ਦਾ ਕਿਰਦਾਰ ਦਾਗਦਾਰ ਕਰ ਦਿੰਦੇ ਆ। ਹੁਣ ਜਿੰਨੀਆਂ ਵੋਟਾਂ ਹੋਈਆਂ ਸੱਤਾ ਧਿਰ ਜਿੱਤੀ ਹੈ, ਇਹ ਕਿਉਂ? ਫਿਰ ਡੈਮੋਕ੍ਰੇਸੀ ਕਿਉਂ ਆ? ਫਿਰ ਇੰਨਾ ਰੌਲਾ ਕਾਹਤੇ ਹੈ? ਫਿਰ ਤਾਂ ਡਿਕਟੇਟਰ ਇਕੱਠੇ ਹੋ ਕੇ ਪਾਪੂਲਰ ਰਾਜ ਕਰ ਲੂ, ਜਿਹਨੇ ਰਹਿਣਾ ਹੋਊਗਾ ਰਹਿ ਲੂਗਾ, ਜਿਹਨਾਂ ਨਹੀਂ ਜੀ ਕਰਦਾ ਡੁਬਈ ਵਗ ਜੂ ਜਾਂ ਕਿਤੇ ਹੋਰ ਵਗ ਜੂ, ਜਿੱਥੇ ਉਹਨੂੰ ਬੈਟਰ ਡਿਕਟੇਟਰ ਲੱਗੂਗਾ। ਸੋ ਇਹ ਅਸਲ 'ਚ ਕੀ ਹੈ, ਭੰਬਲ ਭੂਸੇ ਇੰਨਾ ਪਾ ਲਿਆ। ਔਰ ਜਦ ਕਿ ਸਿਆਸਤਦਾਨਾਂ ਦੀ ਸਿਆਸਤ ਨੂੰ ਕੋਈ ਖਤਰਾ ਨਹੀਂ, ਉਹਨਾਂ ਨੂੰ ਤਾਂ ਫਿਰ ਵੀ ਕਰਨੀ ਜਿਹੜੇ ਕਰਨੀ ਹੈ, ਪਰ ਜੇ ਤੁਸੀਂ ਲੋਕਾਂ ਨੂੰ ਸੁੱਖ ਦੇ ਕੇ ਕਰ ਲਓ ਤਾਂ ਕੀ ਮਾੜੀ। ਮੰਨ ਲਓ ਚੰਡੀਗੜ੍ਹ ਬਣਿਆ ਸੀ, ਚੰਡੀਗੜ੍ਹ ਦੇ ਆਲੇ ਦੁਆਲੇ 5 ਕਿਲੋਮੀਟਰ ਦਾ ਇੱਕ ਘੇਰਾ ਵਾਲ ਹੁੰਦਾ ਜਿੱਥੇ ਇੱਕ ਗ੍ਰੀਨ ਬੈਲਟ ਹੁੰਦੀ, ਉਹ ਤੋਂ 10 ਕਿਲੋਮੀਟਰ ਅੱਗੇ ਆ ਕੇ ਮੋਹਾਲੀ ਵਸਾ ਦਿੰਦੇ, ਫਿਰ ਇੱਕ ਘੇਰਾ ਬਣ ਜਾਂਦਾ, ਫਿਰ 8-10 ਕਿਲੋਮੀਟਰ ਦੇ ਘਰ ਵਸਾ ਦਿੰਦੇ। ਕਿੰਨਾ ਖੂਬਸੂਰਤ ਲੱਗਣਾ ਸੀ, ਹੈ ਨਾ? ਤੇ ਸਾਡੀ ਜਿਹੜੀ ਵਾਹੀਯੋਗ ਜ਼ਮੀਨ ਹੈ ਉਹਦੇ 'ਚ ਅਸੀਂ ਪੱਥਰ ਚਿਣਤਾ, ਜਿਹੜੀ ਵਿਹਲੀ ਪਈ ਹੈ ਉੱਥੇ ਚੋਰੀਆਂ ਹੋ ਰਹੀਆਂ, ਫਾਇਦਾ ਕੀ ਹੋਇਆ? ਦੱਸੋ। ਜਸ ਬਾਜਵਾ ਜੀ, ਮੈਂ ਤੁਹਾਡੇ ਕੋਲ ਆਉਣਾ ਸਾਰੀ ਗੱਲਬਾਤ ਵਿੱਚੋਂ ਕਿਤੇ ਨਾ ਕਿਤੇ ਤੁਹਾਡੀ ਗੱਲ ਜਿਹੜੀ ਇੱਕ ਮੈਂ ਸਵਾਲ ਕਰਨਾ ਚਾਹੁੰਦਾ, ਜਦੋਂ ਤੁਹਾਡੀ ਚਰਚਾ ਚੱਲੀ ਕਿ ਸਿਆਸਤ ਦੇ ਵਿੱਚ ਸਰਗਰਮੀ ਹੋਣੀ ਹੈ, ਤਾਂ ਉਦੋਂ ਤੁਹਾਨੂੰ ਕੀ ਲੱਗਿਆ, ਲੋਕਾਂ ਦਾ ਫੀਡਬੈਕ ਕੀ ਮਿਲਿਆ ਕਿ ਜਦੋਂ ਤੁਸੀਂ ਸੋਚਿਆ ਕਿ ਸਿਆਸਤ ਦੇ ਵਿੱਚ ਹੁਣ ਸਰਗਰਮੀਆਂ ਕਰਨਾ? ਮੈਂ ਤੁਹਾਡੇ ਬਾਰੇ ਜਦੋਂ ਚਰਚਾ ਚੱਲੀ ਕਿ ਹੁਣ ਸਿਆਸਤ ਵਿੱਚ ਜਸ ਬਾਜਵਾ ਵੀ ਆਉਣਗੇ, ਤਾਂ ਉਦੋਂ ਲੋਕਾਂ ਦਾ ਫੀਡਬੈਕ ਤੁਹਾਡੇ ਤੱਕ ਕੀ ਪਹੁੰਚਿਆ? ਚੰਗੀ ਗੱਲ ਹੈ ਕਿ ਆਉਣਾ ਚਾਹੀਦਾ ਜਾਂ ਮਾੜੀ ਗੱਲ ਹੈ? ਨਹੀਂ, ਇਹ ਤਾਂ ਅੰਦਾਜ਼ੇ ਨੇ ਨਾ ਜੀ। ਇਹ ਤਾਂ ਦੇਖੋ, ਜਦੋਂ ਵੋਟਾਂ ਦਾ ਟਾਈਮ ਆਉਂਦਾ ਹਰ ਇੱਕ ਬੰਦੇ ਬਾਰੇ ਅੰਦਾਜ਼ੇ ਲੱਗਦੇ ਨੇ, ਤਾਂ ਇਹਦਾ ਤਾਂ ਜਵਾਬ ਹੁਣ ਜਦੋਂ ਵੋਟਾਂ ਪੈ ਕੇ ਹਟੀਆਂ ਉਦੋਂ ਹੀ ਲੋਕਾਂ ਨੂੰ ਮਿਲੂਗਾ। ਤਾਂ ਮੇਰਾ ਤਾਂ ਪਰਸਨਲ ਕੋਈ ਇੰਟਰਸਟ ਨਹੀਂ ਹੈਗਾ, ਇਹ ਲੋਕਾਂ ਦੇ ਅੰਦਾਜ਼ੇ ਨੇ। ਬਟ ਗੱਲ ਇਹ ਹੈ ਵੀ ਇਸ ਅੰਦੋਲਨ ਚੋਂ ਜਾਂ ਇਹ ਜਿਹੜੇ ਸਾਰੇ ਲੋਕ ਬੈਠੇ ਆ, ਇਹਨਾਂ ਨਾਲ ਚੱਲ ਕੇ ਪੰਜਾਬ ਨੂੰ ਜਗਾਉਣ ਦਾ ਕੰਮ ਹੈ ਜਿਹੜਾ, ਮੈਨੂੰ ਲੱਗਦਾ ਉਹ ਸਿਆਸਤ ਨਾਲੋਂ ਬਹੁਤ ਬੈਟਰ ਹੈ। ਹਾਂ ਠੀਕ ਹੈ, ਮੈਂ ਕਦੇ ਇਸ ਗੱਲੋਂ ਕਦੇ ਵੀ ਨਹੀਂ ਮੁੱਕ ਰਿਹਾ, ਜਦੋਂ ਕੋਈ ਚੰਗੇ ਲੋਕ ਸੁਹਿਰਦ ਲੋਕ ਗੱਲ ਕਰਨਗੇ ਪੰਜਾਬ ਦੀ, ਜੇ ਉਹਨਾਂ 'ਚ ਆਉਣਾ ਵੀ ਪਿਆ ਤਾਂ ਵੀ ਕੋਈ ਪ੍ਰੋਬਲਮ ਨਹੀਂ। ਬਟ ਫਿਲਹਾਲ ਦੀ ਘੜੀ ਉਹ ਲੋਕ ਕਿਸੇ ਮੰਚ ਤੇ ਜਾਂ ਕਿਸੇ ਪਲੇਟਫਾਰਮ ਪਾਰਟੀ ਦੇ ਨਹੀਂ ਹੈਗੇ। ਸੋ ਸਾਡਾ ਜੂਝਦਾ ਪੰਜਾਬ ਇੱਕ ਐਸਾ ਮੰਚ ਹੈ ਜਿਹੜਾ ਸਾਰਿਆਂ ਨੂੰ ਆਉਣ ਵਾਲੇ ਦਿਨਾਂ 'ਚ ਆਪਣੇ ਨਾਲ ਜੋੜੂਗਾ ਵੀ ਤੇ ਮੁੱਦਿਆਂ ਦੀ ਵੀ ਗੱਲ ਹੋਊਗੀ। ਸਿਆਸੀ ਲੋਕ ਜਿਸ ਤਰ੍ਹਾਂ ਆਪਾਂ ਸੋਚਦੇ ਹਾਂ ਕਿ ਪੰਜਾਬ ਖੂਬਸੂਰਤ ਹੋਣਾ ਚਾਹੀਦਾ ਹੈ, ਟੂਰਿਜ਼ਮ ਇੰਨਾ ਹੋਣਾ ਚਾਹੀਦਾ, ਇੱਥੇ ਦਾ ਰੁੱਤਾਂ ਹੀ ਬਹੁਤ ਹੈ, ਪੰਜਾਬ ਵਰਗੀ ਮੌਸਮੀ ਕਿਤੇ ਵੀ ਨਹੀਂ ਮਿਲਦੀ, ਪੰਜਾਬ ਵਰਗੀਆਂ ਤੁਸੀਂ ਪੂਰੀ ਦੁਨੀਆ 'ਚ ਸਬਜ਼ੀ ਖਾਓ, ਅਬੋਹਰ ਬੈਲਟ ਹੈ ਸਾਰੀ, ਸਬਜ਼ੀ ਖਾ ਲਓ ਪੂਰੀ ਦੁਨੀਆ ਜਾ ਕੇ, ਇੰਨੀ ਵਧੀਆ ਸਬਜ਼ੀ ਕਿਤੇ। ਹਾਲਾਂਕਿ ਕੈਲੀਫੋਰਨੀਆ ਵਾਲੇ ਪਾਸੇ ਬਹੁਤ ਹੁੰਦੀ ਹੈ, ਪਰ ਪੰਜਾਬ ਵਰਗਾ ਸਵਾਦ ਸੱਚੀ ਰਸ ਨਹੀਂਗਾ, ਆ ਨਹੀਂ ਮਿਲਦਾ, ਕਿਉਂਕਿ ਇੱਥੇ ਰੁੱਤਾਂ ਬਹੁਤ ਹੈ ਔਰ ਬਦਲਦੀਆਂ। ਤਾਂ ਹੀ ਕਿਹਾ ਸੀ ਲੱਭਣੀ ਨਹੀਂ ਮੌਜ ਪੰਜਾਬ ਵਰਗੀ।
ਹਾਂ ਉਹ ਤਾਂ ਹੈ ਹੀ ਨਹੀਂ। ਦੇਖੋ ਇਹਦੇ ਚ ਜਿਹੜੇ ਸਾਡੇ ਵਿਦੇਸ਼ਾਂ ਚ ਵੀ ਕੈਨੇਡਾ ਅਮਰੀਕਾ ਦੇ ਮੁੰਡੇ ਬੈਠੇ ਆ, ਜਿੱਤ ਤਾਂ ਉਹਨਾਂ ਦਾ ਪਿੰਡ ਹੀ ਹੈ ਨਾ ਯਾਰ, ਹੈ ਨਾ। ਤੁਸੀਂ ਦੇਖਿਓ ਰਾਤ ਨੂੰ ਜੇ ਕੋਈ 10 ਸਾਲ ਦਾ ਉੱਥੇ ਰਹਿ ਰਿਹਾ, ਉਹ ਤੋਂ ਨਹੀਂ ਆ ਰਿਹਾ, ਉਹ ਰਾਤ ਨੂੰ ਫੋਨ ਕਰਕੇ ਆਪਣੇ ਪਿੰਡ ਚੁੱਕਾ ਤਾਂ ਮਾਰਦਾ ਨਾ ਯਾਰ। ਹਰ ਬੰਦਾ ਇਹ ਚਾਹੁੰਦਾ ਕਿ ਚੰਗਾ ਮਾਹੌਲ ਬਣੇ। ਜੂਝਦਾ ਪੰਜਾਬ ਲਈ ਇਹ ਸਾਰੀ ਸੱਥ ਦੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ, ਏਜੰਡਾ ਕੀ ਹੋਣਾ ਚਾਹੀਦਾ, ਪੰਜਾਬ ਬਚੇ ਕਿਵੇਂ, ਸਾਰੀ ਗੱਲ ਦੇ ਵਿੱਚ ਹੁਣ ਸਮਝੇ ਨਹੀਂ ਜੇ ਜਿਸ ਤਰ੍ਹਾਂ ਅਸੀਂ ਸਾਰੇ ਸੋਚਦੇ ਹਾਂ ਕਿ ਐ ਹੋਣਾ ਚਾਹੀਦਾ, ਉਹ ਇਹਦੇ ਚ ਸਾਰੇ ਹੱਲ ਵੀ ਹੈ। ਬਿਲਕੁਲ ਪੈਸਾ ਆਪਾਂ ਕਿੱਦਾਂ ਇਕੱਠਾ ਕਰ ਸਕਦੇ ਹਾਂ ਸਟੇਟ ਲਈ, ਔਰ ਸਟੇਟ ਸਾਡੇ ਆਪਣੇ ਘਰ ਤੋਂ ਪਹਿਲਾਂ ਕਿਵੇਂ ਮੰਨੀਏ। ਅਸੀਂ ਸੋਚੀਏ ਕਿ ਅੱਜ ਜੇ ਪੰਜਾਬ ਦੇ ਸੁਹਿਰਦ ਸਿਆਸਤਦਾਨ ਹੋਣ ਤਾਂ ਜੇ ਅੱਜ ਇੱਕ ਸਿਆਸਤਦਾਨ ਆਵਾਜ਼ ਮਾਰੇ ਵੀ ਭਾਈ ਚੋਰ ਟੂਮਾਂ ਵੇਚ ਕੇ ਪੈਸੇ ਇਕੱਠੇ ਕਰੋ, ਪੰਜਾਬ ਨੂੰ ਲੋੜ ਆ, ਆਹ ਕੰਮ ਕਰਨਾ, ਬਸ਼ਰਤੇ ਕਿ ਸਾਡਾ ਨੁਮਾਇੰਦਾ ਇੰਨਾ ਇਮਾਨਦਾਰ ਹੋਵੇ। ਮੈਂ ਕਹਿੰਦਾ ਸਾਰਾ ਪੰਜਾਬ ਰੱਖ ਦੂ ਕੱਢ ਕੇ ਆਪਦੇ ਹੱਥਾਂ ਚੋਂ ਵੀ ਲਾ ਕੇ ਸਿੱਟ ਦੂ ਗਹਿਣੇ। ਜਥੇਬੰਦੀਆਂ ਦੇ ਉੱਤੇ ਵਿਸ਼ਵਾਸ ਕੀਤਾ ਲੋਕਾਂ ਨੇ। ਤੋ ਇਸ ਕਰਕੇ ਜੇ ਜਿਸ ਤਰ੍ਹਾਂ ਅਸੀਂ ਸੋਚਦੇ ਹਾਂ ਜੇ ਸਾਰੇ ਸਿਆਸਤਦਾਨ ਏਦਾਂ ਸੋਚਣ ਲੱਗ ਜਾਣ, ਫਿਰ ਤਾਂ ਤੁਸੀਂ ਵੀ ਸਿਆਸਤ ਕਰੋ, ਕੋਈ ਚੱਕਰ ਨਹੀਂ। ਗੱਲਾਂ ਬਹੁਤ ਹੋਣੀਆਂ, ਫਿਰ ਵੀ ਅਖੀਰ ਦੇ ਵਿੱਚ 1 ਮਿੰਟ ਲਈ ਤੁਸੀਂ ਕੀ ਸਮਝਦੇ ਹੋ, ਕੀ ਕਹਿਣਾ ਚਾਹੋਗੇ? ਦੇਖੋ ਆਸ ਤੇ ਦੁਨੀਆ ਕਾਇਮ, ਚੰਗੇ ਲੋਕ ਨੇ, ਚੰਗੀ ਸੋਚ ਹੈ। ਵੱਡੀ ਗੱਲ ਇਹ ਹੈ ਕਿ ਸਾਰੇ ਫਿਕਰਮੰਦ ਨੇ ਜੀ, ਕਿਸੇ ਨੂੰ ਕੋਈ ਅਹੁਦਿਆਂ ਦੀ ਭੁੱਖ ਨਹੀਂ। ਜਿਵੇਂ ਬਾਈ ਉਹਨਾਂ ਨੇ ਪਹਿਲਾਂ ਦੱਸਿਆ ਕਿ ਇਹ ਉਹ ਲੋਕ ਨੇ ਜਿਹੜੇ ਸਰਕਾਰਾਂ ਨੂੰ ਨੀਤੀਆਂ ਬਣਾ ਕੇ ਦਿੰਦੇ ਆ। ਜੇ ਅੱਜ ਆ ਕੇ ਖੜੇ ਆ ਜੂਝਦੇ ਪੰਜਾਬ ਨਾਲ, ਪੰਜਾਬ ਦੀ ਗੱਲ ਕਰ ਰਹੇ ਆ, ਤਾਂ ਸਾਡੇ ਲਈ ਤੇ ਬਹੁਤ ਮਾਣ ਵਾਲੀ ਗੱਲ ਹੈ ਕਿ ਇਤਿਹਾਸ ਜਦੋਂ ਲਿਖਿਆ ਜਾਂਦਾ, ਜਿਵੇਂ ਕਿਸਾਨੀ ਅੰਦੋਲਨ ਹੈ, ਮੈਨੂੰ ਚੇਤੇ ਹੈ ਜਦੋਂ 11 ਤਰੀਕ ਨੂੰ ਵਾਪਸ ਆਉਣਾ ਸੀ ਨਾ, ਜਦੋਂ ਇੱਕ ਟਰਾਲੀ ਮੁੜ ਕੇ ਆ ਰਹੀ ਸੀ, ਤਾਂ ਮੈਂ ਆਪਦੇ ਦੋਸਤ ਨੂੰ ਕਿਹਾ ਕਿ ਤੁਸੀਂ ਇਹ ਇਤਿਹਾਸਕ ਚੀਜ਼ਾਂ ਦੇਖ ਰਹੇ ਹੋ, ਇਹ ਇਤਿਹਾਸ ਹੀ ਰਹਿਣਾ ਹਮੇਸ਼ਾ। ਜਦੋਂ ਵੀ ਕੋਈ ਬੰਦਾ, ਚਾਹੇ ਆਪਦੇ ਗੀਤ ਚ ਬਾਈ ਨੇ 10 ਸਾਲ ਪਹਿਲਾਂ ਕਹਿਤਾ ਸੀ ਜੱਟ ਦੀ ਜੂਨ ਬੁਰੀ, ਕੋਈ ਵੀ ਬੰਦਾ ਪੰਜਾਬ ਦੀ, ਆਪਣੀ ਧਰਤੀ ਦੀ, ਆਪਣੇ ਲੋਕਾਂ ਦੀ ਗੱਲ ਕਰੂਗਾ ਤਾਂ ਉਹ ਕਿਤੇ ਨਾ ਕਿਤੇ ਇਤਿਹਾਸ 'ਚ ਦਰਜ ਹੋਊਗਾ। ਸੋ ਐਜ਼ ਅ ਨੌਜਵਾਨ ਮੇਰੇ ਲਈ ਇਹ ਬਹੁਤ ਪ੍ਰਾਊਡ ਵਾਲੀ ਗੱਲ ਹੈ ਕਿ ਮੈਂ ਇੰਨੇ ਸੁਹਿਰਦ ਲੋਕਾਂ ਦੇ, ਪਹਿਲੀ ਤਾਂ ਗੱਲ ਇਹ ਹੈ ਕਿ ਮੇਰਾ ਉਹ ਰੁਤਬਾ ਨਹੀਂ ਕਿ ਮੈਂ ਇਹਨਾਂ ਦੇ ਵਿੱਚ ਬਹਿ ਵੀ ਸਕਾਂ, ਕਿ ਫਿਰ ਵੀ ਮੈਂ ਇਹਨਾਂ ਦੇ ਵਿੱਚ ਬਹਿਣਾ ਮੇਰੇ ਲਈ ਪ੍ਰਾਊਡ ਵਾਲੀ ਗੱਲ ਹੈ। ਤੇ ਮੇਰਾ ਜਿਹੜਾ ਅਗਲਾ ਕੰਮ ਹੈ ਕਿ ਵੱਧ ਤੋਂ ਵੱਧ ਮੈਂ ਜਿੰਨਾ ਰੌਲਾ ਪਾ ਕੇ ਪੰਜਾਬ 'ਚ ਦੱਸ ਸਕਾਂ ਕਿ ਆਪਾਂ ਇਕੱਠੇ ਹੋਈਏ। ਰੌਲਾ ਤਾਂ ਸਾਰੇ ਹੀ ਪਾਉਂਦੇ ਆ ਪੰਜਾਬ ਨੂੰ ਬਚਾਉਣ ਦਾ, ਪਰ ਗੱਲ ਇਹ ਹੈ ਕਿ ਅਗਲਾ ਤੁਹਾਡੇ ਕੋਲ ਰੋਡ ਮੈਪ ਕੀ ਹੈ, ਕਿਵੇਂ ਬਚਾਇਆ ਜਾ ਸਕਦਾ ਹੈ, ਉਹ ਵੱਧ ਤੋਂ ਵੱਧ ਲੋਕਾਂ ਨੂੰ ਦੱਸ ਸਕੀਏ ਤੇ ਆਪਦੇ ਨਾਲ ਜੋੜ ਸਕੀਏ, ਸਰਕਾਰਾਂ ਨੂੰ ਸਵਾਲ ਕਰ ਸਕੀਏ। ਉਹ ਕੰਮ ਅਸੀਂ ਅਗਲੇ ਆਉਣ ਵਾਲੇ ਦਿਨਾਂ 'ਚ ਗਰਾਊਂਡ ਤੇ ਕਰਦੇ ਦੇਖਾਂਗੇ, ਨਾ ਕਿ ਇਹ ਨਹੀਂ ਕਿ 10-20 ਬੰਦੇ ਪ੍ਰੈਸ ਕਾਨਫਰੰਸ ਕਰਕੇ ਦੈਟਸ ਇਟ ਡਨ। ਨਹੀਂ, ਪਿੰਡਾਂ 'ਚ ਜਾਵਾਂਗੇ, ਗਰਾਊਂਡ ਤੇ ਜਾਵਾਂਗੇ, ਲੋਕਾਂ ਨੂੰ ਆਪਣੇ ਨਾਲ ਜੋੜਾਂਗੇ। ਸ਼ਰਮਾ ਜੀ, ਹੁਣ ਤੁਸੀਂ ਸੁਨੇਹਾ ਕੀ ਦੇਣਾ ਚਾਹੋ? ਗੱਲਾਂ ਬਹੁਤ ਨੇ, ਕਰਨ ਨੂੰ ਬਹੁਤ ਅਗਲੇ ਪੜਾਵਾਂ ਦੇ ਵਿੱਚ ਵੀ ਹੋਣਗੀਆਂ, ਫਿਰ ਵੀ ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ? ਦੇਖੋ ਸਿੱਧੀ ਗੱਲ ਹੈ, ਜਿਸ ਤਰ੍ਹਾਂ ਜਸ ਜੀ ਨੇ ਕਿਹਾ, ਮੈਂ ਉਹਦੇ ਵਿੱਚ ਐਡ ਕਰਨਾ ਚਾਹਾਂਗਾ ਕਿ ਵੀ ਜਦ ਆਮ ਆਦਮੀ ਸੋਚ ਲੇ ਕਿ ਬਈ ਅਸੀਂ ਆਪਣੇ ਹੱਕ ਦੀ, ਰਾਈਟਸ ਦੇ ਅਧਿਕਾਰ ਜਿਹੜੇ ਹੈਗੇ ਉਹ ਮੰਗਣੇ ਹੈਗੇ, ਜਾਂ ਅਸੀਂ ਲੋਕਾਂ ਨੂੰ ਸਬਕ ਸਿਖਾਉਣਾ ਹੈਗਾ, ਇਨ ਦੀ ਸੈਂਸ ਕਿ ਬਈ ਅਸੀਂ ਉਹਨਾਂ ਨੂੰ ਦੱਸੀਏ ਕੀ ਠੀਕ ਹੋਣਾ ਚਾਹੀਦਾ ਹੈਗਾ ਸਾਡੇ ਵਾਸਤੇ, ਜਦ ਉਹ ਸੋਚ ਲਏਗਾ ਨਾ, ਤੁਸੀਂ ਦੇਖੋ ਬਦਲਾਵ ਆ ਰਿਹਾ ਜੀ। ਔਰ ਜੋ ਇਹਨਾਂ ਨੇ ਕਿਹਾ ਕਿ ਸਾਨੂੰ ਸਭ ਨੂੰ ਇੱਕ ਹੋਪ ਨਜ਼ਰ ਆ ਰਹੀ ਹੈ, ਇੱਕ ਆਸ਼ਾ ਨਜ਼ਰ ਆ ਰਹੀ ਹੈ, ਇੱਕ ਆਸ਼ਾ ਦੀ ਕਿਰਨ ਅੱਜ ਸ਼ੁਰੂਆਤ ਹੋ ਗਈ ਹੈਗੀ ਹੈ। ਔਰ ਮੈਂ ਹੋਪਫੁਲ ਹੈਗਾ ਕਿ ਬਈ ਇਹ ਜਿਸ ਤਰ੍ਹਾਂ ਵੱਧਦਾ ਜਾਏਗਾ, ਉਸ ਤਰ੍ਹਾਂ ਤੁਸੀਂ ਦੇਖੋਗੇ ਕਿ ਸੁਸਾਇਟੀ ਦਾ ਜਿਹੜਾ ਸੋਚਣ ਦਾ ਤਰੀਕਾ ਹੈਗਾ, ਉਹ ਪੋਲੀਟੀਕਲ ਉਹਦਾ ਇੰਪਲੀਕੇਸ਼ਨ ਪਏਗਾ। ਸੋ ਲੈਟਸ ਬੀ ਵੈਰੀ ਹੋਪਫੁਲ ਜੀ। ਤਾਂ ਜਿਵੇਂ ਇਹਨਾਂ ਨੇ ਉਮੀਦ ਦੀ ਗੱਲ ਕੀਤੀ ਹੈ, ਧਾਰੀਵਾਲ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ? देखो शुरुआत अच्छी हुई है जी, आगाज भी अच्छा होगा जी। वो छोटी कहानी सुना के मैं समाप्त करन लग्या कि ਜਦੋਂ ਕਿਤੇ ਅੱਗ ਲੱਗੀ ਹੋਈ ਸੀ ਜੰਗਲ ਵਿੱਚ, ਤਾਂ ਬਾਕੀ ਸਾਰੇ ਬੰਦੇ ਤਮਾਸ਼ਾ ਦੇਖ ਰਹੇ ਸੀ ਵੀ ਅੱਗ ਲੱਗੀ ਹੋਈ ਹੈ ਨਾ, ਤਾਂ ਇੱਕ ਚਿੜੀ ਜਿਹੜੀ ਸੀਗੀ ਉਹ ਦਰਿਆ ਤੇ ਜਾਂਦੀ ਸੀ ਤੇ ਚੁੰਝ ਪਾਣੀ ਲੈ ਕੇ ਤੇ ਅੱਗ ਤੇ ਭਾਗਦੀ ਸੀ। ਉਹ ਦੂਜੇ ਜਿਹੜੇ ਜਾਨਵਰ ਸੀਗੇ ਉਹ ਮਖੌਲ ਕਰਦੇ ਸੀ ਵੀ ਤੇਰੀ ਇੰਨੇ ਕੁ ਮਤਲਬ ਵੀ ਪਾਣੀ ਨਾਲ ਕਿੱਥੇ ਅੱਗ ਬੁਝੇਗੀ। ਫਿਰ ਚਿੜੀ ਨੇ ਉਹਨੂੰ ਕਿਹਾ ਕਿ ਅੱਗ ਬੇਸ਼ੱਕ ਨਹੀਂ ਬੁਝੇਗੀ, ਪਰ ਮੇਰਾ ਨਾਮ ਉਹਨਾਂ 'ਚ ਲਿਖਿਆ ਜਾਏਗਾ ਅੱਗ ਬੁਝਾਉਣ ਵਾਲਿਆਂ 'ਚ, ਤੁਹਾਡਾ ਨਾਮ ਤਮਾਸ਼ਬੀਨਾਂ 'ਚ ਲਿਖਿਆ ਜਾਏਗਾ। ਤੋ ਜਿਹੜੇ ਬੱਬੂ ਮਾਨ ਜੀ ਨੇ, ਅਮਤੋਜ ਜੀ ਨੇ, ਆਪਣੇ ਦਵਿੰਦਰ ਸ਼ਰਮਾ ਜੀ ਨੇ, ਜਸ ਜੀ ਨੇ, ਜਾਂ ਹੋਰ ਸਾਰੇ ਬੰਦੇ ਜੁੜੇ ਹੋਏ ਨੇ, ਉਹਨਾਂ ਦਾ ਨਾਮ ਪੰਜਾਬ ਬਚਾਉਣ ਵਾਲਿਆਂ ਵਿੱਚ ਕਿਤੇ ਨਾ ਕਿਸੇ ਦਿਨ ਜ਼ਰੂਰ ਲਿਖਿਆ ਜਾਏਗਾ। ਅਸੀਂ ਸਿਰਫ ਇੰਨਾ ਹੀ ਕਹਾਂਗੇ ਕਿ ਲੋਕਾਂ ਨੂੰ ਵੀ ਕਿ ਜਦੋਂ ਕਦੋਂ ਘੇਰੋ ਤਾਂ ਇਹ ਗੱਲ ਪੁੱਛੋ ਕਿ ਤੁਹਾਡਾ ਇਸ ਪਾਲਿਸੀ ਬਾਰੇ ਤੁਹਾਡੀ ਰਾਏ ਕੀ ਹੈ। ਅਸੀਂ ਉਹਨਾਂ ਨੂੰ ਸਵਾਲ ਦੇ ਰਹੇ ਹਾਂ ਕਿ ਆਹ ਹੈਲਥ ਹੈ, ਆਹ ਐਜੂਕੇਸ਼ਨ ਹੈ, ਇਹਨਾਂ ਸਾਰੀਆਂ ਗੱਲਾਂ ਦਾ, ਆਹ ਪੁਲਿਸ ਹੈ, ਆਹ ਕ੍ਰਾਈਮ ਹੈ, ਆਹ ਡਰੱਗ ਹੈ, ਇਹਨਾਂ ਦਾ ਸੋਲਿਊਸ਼ਨ ਕੀ ਹੈ, ਅਸੀਂ ਲਿਖ ਕੇ ਦਿੱਤਾ ਹੈ।
ਜੇ ਉਹ ਲਿਖੇ ਉਹਨਾਂ ਕੋਲੇ ਵਿਜ਼ਨ ਹੋਣਾ ਚਾਹੀਦਾ, ਵਿਜ਼ਨ ਹੈ ਨਹੀਂ, ਵਿਜ਼ਨ ਅਸੀਂ ਦੇਤਾ, ਤੇ ਜੇ ਉਹ ਨਹੀਂ ਮੰਨਣਗੇ ਤਾਂ ਫਿਰ ਉਹ ਡਿਜ਼ਰਵ ਨਹੀਂ ਕਰਦੇ ਇੱਥੇ ਬਹਿਣਾ, ਉਹਨਾਂ ਨੂੰ ਜਾਣਾ ਚਾਹੀਦਾ ਹੈ। ਮੈਂ ਇੱਕੋ ਗੱਲ ਉਹ ਕਹਿ ਕੇ ਤੁਹਾਡੇ ਵੱਲ ਗੱਲ ਆਖਰੀ ਛੱਡਦਾ ਕਿ ਉਹ ਜੋ ਇਹਨਾਂ ਨੇ ਆਗਾਜ਼ ਵਾਲੀ ਗੱਲ ਕੀਤੀ ਕਿ ਇੱਕ ਸ਼ੇਰ ਆ ਬੜਾ ਵਧੀਆ ਜੀ ਕਿ ਉਹ ਜਲੀ ਸ਼ਮਾ वो आगे परवाने, आगाज तो अच्छा है अंजाम खुदा जाने, आगाज करता है और खुदा ते भी नहीं छड्डना। शेर उत्थों तक रह गया, असी निश्चय कर जीत करूं वाली फिलोसफी चों निकले हैं, इनू अगे ਵਧਾਵਾਂਗੇ, बट इन्हां दे साथ बिना कुछ नहीं हो पाउणा। ਤਾਂ ਸਾਡੀ ਇਸ ਸਾਥ ਦਾ ਮਕਸਦ ਸੀ ਕਿ ਕਿਸ ਤਰੀਕੇ ਦੇ ਨਾਲ ਗੱਲਾਂ ਹੋਣੀਆਂ ਚਾਹੀਦੀਆਂ ਨੇ, ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਹੈ, ਤੇ ਜੂਝਦਾ ਪੰਜਾਬ ਨੇ ਜੋ ਉਮੀਦ ਜਗਾਈ ਹੈ ਇਹ ਕਦੋਂ ਪੂਰੀ ਹੁੰਦੀ ਹੈ। ਇਹਨਾਂ ਨੇ ਦਾਅਵਾ ਕੀਤਾ ਕਿ ਅਸੀਂ ਚੱਲੇ ਹਾਂ, ਕਾਫਲਾ ਵੱਡਾ ਹੋਵੇਗਾ। ਉਹ ਇਹ ਸੁਪਨਾ ਪੂਰਾ ਕਰਨ ਦੇ ਲਈ ਲੋਕਾਂ ਦਾ ਸਾਥ ਬਹੁਤ ਜ਼ਰੂਰੀ ਹੈ। ਬਹੁਤ ਸਾਰੇ ਸ਼ੰਕੇ ਜਿਹੜੇ ਪ੍ਰੈਸ ਕਾਨਫਰੰਸ ਹੋਣ ਤੋਂ ਪਹਿਲਾਂ ਆਪ ਮੁਹਾਰੇ ਹੀ ਲੋਕਾਂ ਨੇ ਬਣਾ ਲਏ ਕਿ ਹੁਣ ਇਹ ਬੰਦੇ ਸਿਆਸਤ ਕਰਨਗੇ, ਬਹੁਤ ਸਾਰੇ ਲਾਲਚਾਂ ਦੇ ਨਾਲ ਭਰੇ ਹੋਣਗੇ। ਉਹ ਸਾਰੀਆਂ ਗੱਲਾਂ ਦੇ ਉੱਤੇ ਇਹਨਾਂ ਨੇ ਸਾਫ਼ ਪਰਦਾ ਲਾ ਦਿੱਤਾ ਕਿ ਇਹਨਾਂ ਦਾ ਮਕਸਦ ਕੀ ਹੈ। ਮਕਸਦ ਬਹੁਤ ਜ਼ਰੂਰੀ ਹੁੰਦਾ ਹੈ, ਉਹ ਮਕਸਦ ਸਾਫ਼ ਹੋਇਆ। ਸਾਨੂੰ ਉਮੀਦ ਹੈ ਕਿ ਇਸ ਸੱਥ ਦੇ ਵਿੱਚੋਂ ਜੋ ਵਿਚਾਰ ਸਾਹਮਣੇ ਨਿਕਲ ਕੇ ਆਏ, ਇਸ ਦੇ ਨਾਲ ਹੋਰ ਨਿਖਾਰ ਆਵੇਗਾ ਔਰ ਪੰਜਾਬ ਉਮੀਦ ਵਿੱਚ ਜਾਂਦਾ ਜਾਂਦਾ ਬਚਦਾ ਵੀ ਨਜ਼ਰ ਆਵੇਗਾ। ਇਸੇ ਉਮੀਦ ਦੇ ਨਾਲ ਮੈਨੂੰ ਦਿਓ ਆਗਿਆ। ਧੰਨਵਾਦ।